ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 27 जून 2023 13 हाड़ नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਬਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਸੱਚੋ ਸੱਚ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਟੈਕਸਸ ਤੋਂ ਸਰਦਾਰ ਸੁਖਵਿੰਦਰ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਵੀਡੀਓ ਰਾਹੀਂ ਟੀਵੀ 84 ਦੇ ਦਰਸ਼ਕਾਂ ਨੂੰ ਜਿਹੜਾ ਆਪਣਾ ਸੁਨੇਹਾ ਦਿੱਤਾ ਹੈ। ਇਸ ਵੀਡੀਓ ਨੂੰ ਪਲੇ ਕਰਨ ਤੋਂ ਪਹਿਲਾਂ ਜਿਹੜਾ ਆਪਣਾ ਅੱਜ ਦਾ ਮੇਨ ਟੌਪਿਕ ਹੈਗਾ ਉੱਤੇ ਪਹਿਲਾਂ ਮੈਂ ਗੱਲ ਕਰ ਲਾਂ ਫਿਰ ਡਾਕਟਰ ਸਾਹਿਬ ਪਹਿਲਾਂ ਫਿਰ ਆਪਾਂ ਵੀਡੀਓ ਦੇਖਾਂਗੇ ਦੈਨ ਆਪਾਂ ਡਾਕਟਰ ਸਾਹਿਬ ਦੇ ਵਿਚਾਰ ਸੁਣਾਂਗੇ। ਸੋ ਸਾਡੇ ਪਹਿਲੇ ਸੈਗਮੈਂਟ ਦਾ ਜਿਹੜਾ ਹੈਗਾ ਆਪਾਂ ਗੱਲਬਾਤ ਕਰਾਂਗੇ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹੀਦੀ ਤੋਂ ਬਾਅਦ ਜਿੱਥੇ ਡਾਇਸਪੋਰਾ ਸਿੱਖਾਂ ਵਿੱਚ ਜਜ਼ਬਾਤੀ ਏਕਤਾ ਦੇਖਣ ਨੂੰ ਮਿਲੀ ਉੱਥੇ ਭਾਰਤੀ ਏਜੰਟਾਂ ਵੱਲੋਂ ਭੱਬਲ ਭੁੱਸਾ ਪੈਦਾ ਕਰਨ ਲਈ ਕੁਝ ਹਥਿਆਰ ਜਿਹੜੇ ਨੇ ਉਹ ਵਰਤੇ ਜਾ ਰਹੇ ਨੇ ਔਰ ਅਮਰੀਕਾ ਵਿੱਚ ਇਹ ਸਾਹਮਣੇ ਆਇਆ ਹੈ ਕਿ ਅਮਰੀਕਨ ਖੁਫੀਆ ਏਜੰਸੀਆਂ ਦੇ ਨੰਬਰ ਵਰਤ ਕੇ ਅਮਰੀਕਾ ਵਿੱਚ ਜਿਹੜੇ ਸਰਗਰਮ ਸਿੱਖਾਂ ਨੂੰ ਧਮਕੀਆਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ ਔਰ ਐਬੀ ਵੱਲੋਂ ਇਹਨਾਂ ਏਜੰਟਾਂ ਨੂੰ ਬੇਨਕਾਬ ਕਰਨ ਲਈ ਇੱਕ ਜਿਹੜੀ ਵੱਡੀ ਖੁਫੀਆ ਮੁਹਿੰਮ ਵਿੱਢੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਇਸ ਨੂੰ ਆਪਾਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਤੋਰਨ ਤੋਂ ਪਹਿਲਾਂ ਜਿਹੜੀ ਵੀਡੀਓ ਹੈ ਜਿਹੜੀ ਸਰਦਾਰ ਸੁਖਵਿੰਦਰ ਸਿੰਘ ਜੀ ਉਹਨਾਂ ਨੇ ਸਾਨੂੰ ਭੇਜੀ ਹੈ ਅੱਜ ਸਪਾਂਸਰਸ਼ਿਪ ਦੇ ਵਾਲੇ ਨਾਲ ਉਸ ਬਾਰੇ ਆਪਾਂ ਪਲੇ ਕਰਦੇ ਹਾਂ ਉਹਨੂੰ ਫਿਰ ਆਪਾਂ ਜਿਹੜਾ ਆਪਣਾ ਪ੍ਰੋਗਰਾਮ ਹੈ ਉਹਨੂੰ ਜਾਰੀ ਕਰਦੇ ਹਾਂ। ਤੋਂ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗੀ ਜਿਹੜੀ ਇਹ ਵੀਡੀਓ ਪਲੇ ਕਰ ਦੇਣ। ਨਸਲਕੁਸ਼ੀ ਜਿਵੇਂ ਜਿਵੇਂ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ ਸਾਡੇ ਕੋਠਿਆਂ ਜਿਹੜੇ ਮੁੰਡੇ ਕੋਠਿਆਂ ਜਿਹੜੇ ਬੰਦੇ ਸਾਡੇ ਮਾਰੇ ਜਾ ਰਹੇ ਆ ਇਹ ਕੁਝ ਵੀ ਬਿਨਾਂ ਪਲਾਨਿੰਗ ਤੋਂ ਨਹੀਂ ਹੋ ਰਿਹਾ। ਜੋ ਕੁਝ ਵੀ ਹੋ ਰਿਹਾ ਦੁਸ਼ਮਣ ਵੱਲੋਂ ਪਲਾਨਿੰਗ ਦੇ ਅਧੀਨ ਕੀਤਾ ਜਾ ਰਿਹਾ ਤਾਂ ਸਿੱਖਾਂ ਨੂੰ ਸਾਰੇ ਦੇਸ਼ਾਂ ਦੇ ਵਿੱਚ ਬਹੁਤ ਹਾਈ ਅਲਰਟ ਤੇ ਰਹਿਣ ਦੀ ਲੋੜ ਹੈ ਔਰ ਬਹੁਤ ਜਲਦੀ ਰੱਬ ਨਾ ਕਰੇ ਪਰ ਬਹੁਤ ਜਲਦੀ 에ਅਰ ਇੰਡੀਆ ਵਰਗਾ ਵੱਡਾ ਕਾਂਡ ਸਿੱਖਾਂ ਦੇ ਨਾਲ ਹੋਏਗਾ ਜਿਹੜਾ ਕਿ ਕਰੇਗਾ ਕੋਈ ਹੋਰ ਤੇ ਸਿੱਖਾਂ ਦੇ ਖਾਤੇ ਦੇ ਵਿੱਚ ਪਾਇਆ ਜਾਊਗਾ। ਜਿਵੇਂ 에ਅਰ ਇੰਡੀਆ ਦਾ ਕਾਂਡ ਜਿਹੜਾ ਕੀਤਾ ਕਿਸੇ ਹੋਰ ਨੇ ਪਾਇਆ ਗਿਆ ਸਿੱਖਾਂ ਦੇ ਖਾਤੇ ਦੇ ਵਿੱਚ। ਇਸ ਵੇਲੇ ਪੂਰੇ ਅਮਰੀਕਾ ਦੇ ਵਿੱਚ ਖਾਸ ਕਰਕੇ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਦੀ ਵਿਜ਼ਿਟ ਤੋਂ ਬਾਅਦ ਜਿਸ ਤਰ੍ਹਾਂ ਸਿੱਖ ਕੌਕਸ ਨੇ 75 ਕਾਂਗਰਸਮੈਨਾਂ ਨੇ ਲੈਟਰ ਲਿਖਿਆ ਉਹਦੇ ਨਾਲ ਬਹੁਤ ਜ਼ਿਆਦਾ ਚੇਂਜਿੰਗ ਆਈ ਆ। ਸੋ ਕੋਈ ਵੀ ਵੱਡਾ ਕਾਂਡ ਜਿਹੜਾ ਹੋ ਸਕਦਾ ਜਿਸ ਤਰ੍ਹਾਂ ਵਾਲਮਾਰਟ ਕੋਸਕੋ ਜਾਂ ਜਿਹੜੇ ਮਾਲ ਨੇ ਜਾਂ ਸਕੂਲ ਨੇ ਉਹਨਾਂ ਦੇ ਵਿੱਚ ਬਹੁਤ ਵੱਡੀ ਬੰਬ ਬਲਾਸਟ ਹੋ ਸਕਦੇ ਆ ਬਹੁਤ ਵੱਡੀ ਫਾਇਰਿੰਗ ਹੋ ਸਕਦੀ ਆ। ਲੇਕਿਨ ਅਗਰ ਕੋਈ ਇਸ ਤਰ੍ਹਾਂ ਦਾ ਹੁੰਦਾ ਉਹਦੇ ਵਿੱਚ ਜਿਹੜੇ ਲੋਕੀ ਬੰਦੇ ਫੜੇ ਜਾਣਗੇ ਉਹ ਸਿੱਖੀ ਸਰੂਪ 'ਚ ਹੋਣਗੇ ਜਿਹੜੇ ਸਿੱਖੀ ਸਰੂਪ ਦੇ ਵਿੱਚ ਹੋਣਗੇ ਐਕਚੁਅਲ ਦੇ ਵਿੱਚ ਉਹ ਸਿੱਖ ਨਹੀਂ ਹੋਣਗੇ। ਦੇਖਣ ਨੂੰ ਅਰੈਸਟ ਫੜ ਲਏ ਜਾਣਗੇ ਅਰੈਸਟ ਕਰ ਲਏ ਜਾਣਗੇ ਰੈਸਟ ਕਰਨ ਤੋਂ ਬਾਅਦ 2 ਸਾਲ 5 ਸਾਲ ਜਿੰਨੀ ਦੇਰ ਵੀ ਕੇਸ ਚੱਲੇਗਾ। ਲੇਕਿਨ ਸਿੱਖਾਂ ਨੂੰ ਬਹੁਤ ਹਾਈ ਅਲਰਟ ਰਹਿਣ ਦੀ ਲੋੜ ਆ ਕਿਉਂਕਿ ਕੋਈ ਵੀ ਸਿੱਖਾਂ ਦੀ ਚੜ੍ਹਦੀ ਗੱਲ ਹੈ ਉਹਨੂੰ ਨੈਗਲੈਕਟ ਕਰਨ ਦੇ ਲਈ ਨੈਗੇਟਿਵ ਕਰਨ ਦੇ ਲਈ ਕੋਈ ਵੀ ਇਸ ਤਰ੍ਹਾਂ ਦਾ ਭਾਣਾ ਵਰਤ ਸਕਦਾ। ਸਿੱਖਾਂ ਨੂੰ ਕਰਨ ਦੀ ਕੀ ਲੋੜ ਹੈ ਕਿ ਜਿੰਨੇ ਵੀ ਪੋਹ ਲਏ ਵਾਲੇ ਸਿੰਘ ਨੇ ਜਿੰਨਿਆਂ ਨੇ ਵੀ ਅੰਮ੍ਰਿਤ ਛਕਿਆ ਹੋਇਆ ਸਿੱਖੀ ਸਰੂਪ ਦੇ ਵਿੱਚ ਨੇ ਉਹਨਾਂ ਨੂੰ ਇੱਕ ਸ਼ਨਾਖਤੀ ਕਾਰਡ ਇੱਕ ਆਇਡੈਂਟੀ ਕਾਰਡ ਇਸ਼ੂ ਹੋਣਾ ਚਾਹੀਦਾ ਗੁਰਦੁਆਰਿਆਂ ਵੱਲੋਂ। ਸਭ ਤੋਂ ਸਾਰਿਆਂ ਦਾ
ਫਰਜ਼ ਬਣਦਾ ਕਿ ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖਣ, ਤੇ ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖਣ ਤੋਂ ਬਾਅਦ ਤਾਂ ਕਿ ਅਕਾਲ ਤਖਤ ਰਿਐਕਸ਼ਨ ਕਰੇ ਇਸ ਦੇ ਉੱਤੇ ਕਿ ਉਹਨਾਂ ਕੋਲ ਕੋਈ ਬਾਇਓਡਾਟਾ ਹੋਣਾ ਚਾਹੀਦਾ ਕਿ ਕਿਹੜੇ ਕਿਹੜੇ ਬੰਦਿਆਂ ਨੂੰ ਪਹੁਲ ਛਕਾਈ ਗਈ ਆ, ਕਿਹੜੇ ਕਿਹੜੇ ਬੰਦਿਆਂ ਨੂੰ ਨਹੀਂ ਛਕਾਈ ਗਈ, ਤਾਂ ਕਿ ਅਗਰ ਇਦਾਂ ਦਾ ਕੋਈ ਵੀ ਭਾਣਾ ਵਰਤਦਾ ਉਹ ਸਿੱਖਾਂ ਦੇ ਖਾਤੇ ਵਿੱਚ ਨਾ ਪਵੇ। ਸੋ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਖਦਸ਼ਾ, ਜਿਸ ਸਪੀਡ ਦੇ ਨਾਲ ਗੱਲ ਵੱਧ ਰਹੀ ਆ, ਪਹਿਲਾਂ ਪੰਜਵਾੜ, ਫਿਰ ਉਸ ਤੋਂ ਬਾਅਦ ਅਵਤਾਰ ਸਿੰਘ ਖੰਡਾ, ਫਿਰ ਉਸ ਤੋਂ ਬਾਅਦ ਹਰਦੀਪ ਸਿੰਘ ਜੀ ਨਿੱਜਰ ਕੈਨੇਡਾ ਦੇ ਵਿੱਚ, ਹੁਣ ਅਮਰੀਕਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚ ਕੁਝ ਵੀ ਹੋ ਸਕਦਾ, ਈਵਨ ਕਿ ਬਾਕੀ ਕੰਟਰੀਆਂ ਦੇ ਵਿੱਚ ਵੀ। ਸੋ ਜੇਕਰ ਸਾਡੇ ਕੋਲ ਸ਼ਨਾਖਤੀ ਕਾਰਡ ਹੋਊਗਾ, ਅਗਰ ਕੱਲ੍ਹ ਨੂੰ ਬੰਦੇ ਫੜੇ ਜਾਂਦੇ ਨੇ ਤੇ ਕੌਮ ਹੈ ਜਿਹੜੀ ਉਹਨੂੰ ਦੇਖ ਸਕਦੀ ਹੈ ਕਿ ਇਹਦੀ ਬੈਕਗ੍ਰਾਉਂਡ ਕੀ ਆ, ਇਹ ਸਿੱਖ ਹੈ ਵੀ ਹੈ ਕਿ ਨਹੀਂ, ਜਾਂ ਇਹ ਕੌਣ ਬੰਦੇ ਨੇ ਜਿਨ੍ਹਾਂ ਨੇ ਇਹ ਕੰਮ ਕੀਤਾ। ਕਿਉਂਕਿ ਕੋਈ ਵੀ ਗੁਰੂ ਦਾ ਖਾਲਸਾ, ਗੁਰੂ ਦਾ ਸਿੱਖ ਕੋਈ ਇਦਾਂ ਦੀ ਘਟੀਆ ਗੱਲ ਨਹੀਂ ਕਰਦਾ। ਦੂਸਰੀ ਗੱਲ ਜਿਹੜੀ ਕਿ ਸਾਨੂੰ ਕਿਸੇ ਵੀ ਭੜਕਾੜ ਦੇ ਵਿੱਚ ਆਉਣ ਦੀ ਜ਼ਰੂਰਤ ਨਹੀਂ ਹੈ, ਕਿਸੇ ਵੀ ਇਹੋ ਜਿਹੇ ਕਿ ਅਸੀਂ ਭਾਜੀ ਮੋੜ ਦਿਆਂਗੇ, ਅਸੀਂ ਇਸ ਤਰ੍ਹਾਂ ਕਰ ਦਿਆਂਗੇ। ਵਾਇਲੈਂਸ ਦਾ ਇਹ ਵਕਤ ਨਹੀਂ ਹੈ, ਇਸ ਵੇਲੇ ਵਕਤ ਹੈ ਸਾਨੂੰ ਡਾਇਲੌਗ ਦਾ। ਵਾਇਲੈਂਸ ਦੇ ਵਿੱਚ ਨਾ ਹੀ ਸਿੱਖ ਯਕੀਨ ਕਰਦਾ, ਨਾ ਹੀ ਅਸੀਂ ਵਾਇਲੈਂਸ ਕਰਦੇ ਹਾਂ, ਨਾ ਹੀ ਆਪਾਂ ਨੂੰ ਕਰਨ ਦੀ ਜ਼ਰੂਰਤ ਹੈਗੀ ਆ। ਸੋ ਕੋਈ ਵੀ ਅਗਰ ਭੜਕਾੜ ਦੇ ਵਿੱਚ ਤੁਹਾਨੂੰ ਲੈ ਕੇ ਆਉਂਦਾ, ਉਹਦੇ ਤੇ ਤੁਸੀਂ ਆਪਾਂ ਚਤਨ ਰਹਿਣਾ ਆ ਕਿ ਕਿਉਂ ਸਾਨੂੰ ਭੜਕਾੜ ਕਰ ਰਿਹਾ ਕਿ ਆਪਾਂ ਭਾਜੀ ਮੋੜੀਏ ਜਾਂ ਆਪਾਂ, ਕਿਉਂਕਿ ਸਿੱਖ ਕਿਸੇ ਵੀ ਵਾਇਲੈਂਸ ਦੇ ਵਿੱਚ ਯਕੀਨ ਨਹੀਂ ਕਰਦਾ। ਸੋ ਸਾਨੂੰ ਪੂਰੇ ਆਪਣੇ ਜਿੰਨੇ ਐਕਟਿਵਿਸਟ ਨੇ ਪੂਰੇ ਵਰਲਡ ਵਾਈਡ ਬੈਠੇ ਨੇ, ਉਹਨਾਂ ਨੂੰ ਹਾਈ ਅਲਰਟ ਤੇ ਰਹਿਣ ਦੀ ਲੋੜ ਹੈ ਕਿ ਕਿਸੇ ਵੇਲੇ ਵੀ ਕੁਝ ਹੋ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ ਵੈਲਕਮ ਬੈਕ। ਸੋ ਵੀਰ ਸੁਖਵਿੰਦਰ ਸਿੰਘ ਜੋਰਾ ਨੇ ਜਿਹੜਾ ਮੈਸੇਜ ਆਪਣੇ ਟੀਵੀ 84 ਦੇ ਦਰਸ਼ਕਾਂ ਨੂੰ ਭੇਜਿਆ ਹੈ, ਉਹਨਾਂ ਨੇ ਦੇਖਿਆ ਹੈ। ਸੋ ਅਸੀਂ ਵੀਰ ਸੁਖਵਿੰਦਰ ਸਿੰਘ ਜੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਔਰ ਅੱਜ ਦੀ ਜਿਹੜੀ ਉਹਨਾਂ ਨੇ ਸਪਾਂਸਰਸ਼ਿਪ ਵੀ ਭੇਜੀ ਹੈ, ਉਸ ਦਾ ਵੀ ਆਪਾਂ ਤਹਿ ਦਿਲ ਤੋਂ ਧੰਨਵਾਦ ਕਰ ਰਹੇ ਹਾਂ। ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਜਿਹੜਾ ਪ੍ਰੋਗਰਾਮ ਸੱਚੋ ਸੱਚ ਹੈ ਉਸ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਡਾਕਟਰ ਸਾਹਿਬ ਹੋਰਾਂ ਦੇ ਵਿਚਾਰ ਸੁਣ ਕੇ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਆਪਣੇ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਕੱਲ੍ਹ ਦੇ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ। ਅੱਛਾ, ਵੈਸੇ ਵੀ ਸਾਡਾ ਬੁੱਧਵਾਰ ਤੋਂ ਬਾਅਦ ਆਲਮੋਸਟ 4 ਦਿਨ ਬਾਅਦ ਉਹ ਪ੍ਰੋਗਰਾਮ ਸੀ। ਬਿਲਕੁਲ। ਦੂਸਰਾ, ਜਿਹੜੀਆਂ ਡਿਵੈਲਪਮੈਂਟਸ ਬੜੀ ਤੇਜ਼ੀ ਨਾਲ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਕੈਨੇਡਾ ਦੇ ਹਵਾਲੇ ਨਾਲ ਔਰ ਭਾਰਤ ਦੇ ਵਿੱਚ ਵੀ ਵਿਦਨ ਪੰਜਾਬ ਵੀ ਜਿਸ ਕਿਸਮ ਦਾ ਇੱਕ ਮਾਹੌਲ ਸਿਰਜਿਆ ਜਾ ਰਿਹਾ, ਪਰ ਇਸ ਵੇਲੇ ਇਉਂ ਜਾਪਦਾ ਹੈ ਕਿ ਉਹਨਾਂ ਨੇ ਪੰਜਾਬ ਨੂੰ ਕਾਫੀ ਹੱਦ ਤੱਕ ਉਹ ਸਮਝਦੇ ਨੇ ਵੀ ਉਹਨਾਂ ਨੇ ਕਰਟੇਲ ਕਰ ਲਿਆ। ਬਿਲਕੁਲ। ਜਿਹੜੀ ਭਾਈ ਅੰਮ੍ਰਿਤਪਾਲ ਸਿੰਘ ਰਾਹੀਂ ਆਵਾਜ਼ ਉੱਠੀ ਔਰ ਪੰਜਾਬ 'ਚ 6-7 ਮਹੀਨੇ ਇੱਕ ਐਂ ਲੱਗਣ ਲੱਗ ਗਿਆ ਸੀ ਕਿ 80 ਦੇ ਦੌਰ ਦੀ ਜਿਵੇਂ ਉਦੋਂ ਅੰਮ੍ਰਿਤ ਛਕਣ ਲਈ ਉਤਸ਼ਾਹ, ਕੌਮੀ ਕਾਰ ਦੀ ਗੱਲ ਔਰ ਚੜ੍ਹਦੀ ਕਲਾ ਵਾਲਾ ਮਾਹੌਲ ਸੀ, ਉਹ ਅਸੀਂ ਅੱਜ ਪੰਜਾਬ 'ਚ ਦੇਖ ਰਹੇ ਹਾਂ ਕਿ ਵਾਪਸ ਉਸ ਕਿਸਮ ਦੀ ਮਾਯੂਸੀ ਔਰ ਈਵਨ ਵਿਦਨ ਵੀ ਜਿਹੜਾ ਹੈ ਉਹ ਅੱਡ-ਅੱਡ ਤਰੀਕਿਆਂ ਨਾਲ ਯਤਨ ਤਾਂ ਹੋ ਰਹੇ ਨੇ। ਅਨੰਦਪੁਰ ਸਾਹਿਬ ਵੀ ਪੰਥਕ ਜਥੇਬੰਦੀਆਂ ਦਾ ਇੱਕ ਇਕੱਠ ਹੋਣ ਜਾ ਰਿਹਾ ਕਿ ਕਿਵੇਂ ਜਿਹੜੀ ਪੁਰਾਤਨ ਸਾਡੀ ਗੁਰਮਤਿ ਦੀ ਪਰੰਪਰਾ ਸੀ, ਅਕਾਲ ਤਖਤ ਸਾਹਿਬ ਤੇ ਸਿਰ ਜੋੜ ਕੇ ਬੈਠ ਕੇ ਗੁਰਮਤਿ ਰਹੁ ਰੀਤੀ ਨਾਲ ਪੰਥਕ ਮਸਲਿਆਂ ਨੂੰ ਹੱਲ ਕਰਨ ਦੀ, ਉਹਨੂੰ ਕਿਵੇਂ ਰਿਵਾਈਵ ਕੀਤਾ ਜਾਏ। ਸਾਡੀ ਪੂਰੀ ਹਮਾਇਤ ਹੈ। ਜਦੋਂ ਵੀ ਕੋਈ ਇਸ ਕਿਸਮ ਦਾ ਮੂਵ ਚੱਲਦਾ ਹੈ ਉਸ ਨੂੰ ਅਸੀਂ ਸਮਝਦੇ ਹਾਂ ਕਿ ਭਾਈ ਇਹ ਪੰਥ ਦਰਦੀ ਵੀਰਾਂ ਭੈਣਾਂ ਦੀ ਅੰਦਰੋਂ ਪੀੜ ਹੈ, ਜਿਹੜੇ ਮਹਿਸੂਸ ਕਰਦੇ ਨੇ ਕਿ ਕਿਵੇਂ ਇੱਕ ਤੋਂ ਬਾਅਦ ਇੱਕ ਲੀਡਰਸ਼ਿਪ ਕ੍ਰਾਈਸਿਸ ਸਾਡੇ 'ਚ ਖੜਾ ਕੀਤਾ ਜਾਂਦਾ ਹੈ, ਕਿਵੇਂ ਫਿਰ ਇੱਕ ਵਾਰ ਹੋਪ ਜਗਦੀ ਹੈ, ਆਸ ਵੱਜਦੀ ਹੈ, ਫਿਰ ਇੱਕਦਮ ਨਿਰਾਸ਼ਾ ਦਾ ਆਲਮ ਆ ਜਾਂਦਾ। ਸੋ ਅਸੀਂ ਇਹ ਵੀ ਅਪੀਲ ਕਰਾਂਗੇ ਕਿ ਵੱਧ ਤੋਂ ਵੱਧ ਜਿਹੜਾ ਇਕੱਠ ਅਨੰਦਪੁਰ ਸਾਹਿਬ ਹੋਣ ਜਾ ਰਿਹਾ ਹੈ ਇਸ ਮੁੱਦੇ ਤੇ ਉਸ ਦੇ ਵਿੱਚ ਸ਼ਮੂਲੀਅਤ ਕੀਤੀ ਜਾਏ। ਲੇਕਿਨ ਜਿਸ ਗੱਲ ਨੇ ਆਲਮੋਸਟ ਸਾਰੀ ਸਿੱਖ ਕੌਮ ਨੂੰ ਜਜ਼ਬਾਤੀ ਤੌਰ ਤੇ ਇੱਕ ਮੰਚ ਤੇ ਲਿਆ ਕੇ ਇੱਕ ਵਾਰ ਫੇਰ ਖੜਾ ਕਰ ਦਿੱਤਾ ਹੈ, ਉਹ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੈ। ਹਾਲਾਂ ਉਸ ਤੋਂ ਪਹਿਲਾਂ ਭਾਈ ਅਵਤਾਰ ਸਿੰਘ ਖੰਡਾ ਦੇ ਨਾਲ ਜੋ UK 'ਚ ਵਾਪਰਿਆ, ਜਾਂ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ, ਜਿਹੜਾ ਇਹ ਸਾਰਾ ਹੀ ਪਿਛਲੇ 2 ਮਹੀਨੇ ਦੇ ਵਿੱਚ ਇਹ 3 ਵੱਡੀਆਂ ਘਟਨਾਵਾਂ ਵਾਪਰਦੀਆਂ ਨੇ, ਉਸ ਨੂੰ ਲੈ ਕੇ ਵੀ ਕੰਸਰਨ ਤਾਂ ਚੱਲ ਰਿਹਾ ਸੀ। ਪਰ ਜਿਸ ਤਰੀਕੇ ਦੇ ਨਾਲ ਭਾਈ ਹਰਦੀਪ ਸਿੰਘ ਨਿੱਜਰ ਨੂੰ
दिन ਦੀ ਰੌਸ਼ਨੀ ਵਿੱਚ ਗੁਰਦੁਆਰਾ ਸਾਹਿਬ ਦੇ परिसर 'ਚ, ਔਰ ਉਹ ਸ਼ਖਸ ਜਿਹੜਾ ਉਸੇ ਗੁਰਦੁਆਰੇ ਦਾ ਮੁੱਖ ਪ੍ਰਬੰਧਕ ਵੀ ਹੈ ਔਰ ਮੁੱਖ ਤੌਰ ਤੇ ਖਾਲਿਸਤਾਨ ਰੈਫਰੈਂਡਮ ਦੇ ਏਜੰਡੇ ਨੂੰ ਅੱਗੇ ਤੋਰਨ ਦੇ ਲਈ ਜਦੋਂ ਕਿ ਐਲਾਨ ਹੋ ਚੁੱਕਾ ਹੈ ਕਿ ਜਿਹੜੀਆਂ ਨੇ ਵੈਨਕੂਵਰ ਦੇ ਵਿੱਚ ਵੋਟਾਂ ਪੈਣੀਆਂ ਨੇ ਸਤੰਬਰ ਦੇ ਵਿੱਚ, ਸੋ ਇਹਦੀ ਟਾਈਮਿੰਗ ਔਰ ਜਿਸ ਅੰਦਾਜ਼ ਫਿਰ ਸੈਲੀਬ੍ਰੇਟ ਕੀਤਾ ਇੰਡੀਅਨ ਯੂਟਿਊਬਰਸ ਨੇ ਵੀ, ਉਹਨਾਂ ਦੇ ਮੁੱਖ ਧਾਰਾ ਮੀਡੀਆ ਨੇ ਵੀ, ਔਰ ਦੇਖਣ ਵਾਲੀ ਗੱਲ ਇਹ ਸੀ ਕਿ ਇੱਕ ਪਾਸੇ ਮਨੀਪੁਰ ਦੇ ਵਿੱਚ ਅੱਗ ਲੱਗੀ ਹੋਈ ਹੈ 6 ਹਫ਼ਤੇ ਤੋਂ, ਜਦੋਂ ਇਹ ਵਾਕਿਆ ਵੀ ਕਰਵਾਇਆ ਜਾਂਦਾ ਇਹਨਾਂ ਵੱਲੋਂ, 300 ਤੋਂ ਜ਼ਿਆਦਾ ਚਰਚ ਸੜੇ, ਲੱਖਾਂ ਲੋਕ ਜਿਹੜੇ ਨੇ ਖਾਸ ਤੌਰ ਤੇ ਕੁੱਕੀ ਕਬੀਲੇ ਦੇ ਉਹ ਬੇਘਰੇ ਹੋਏ, ਲੇਕਿਨ ਭਾਰਤੀ ਮੀਡੀਆ 'ਚ ਇਹਨਾਂ ਖਬਰਾਂ ਦੀ ਕੋਈ ਥਾਂ ਨਹੀਂ ਸੀ। ਔਰ ਇਹ ਸਰੀ ਦੀ ਖਬਰ ਨੂੰ ਭਾਈ ਹਰਦੀਪ ਸਿੰਘ ਨਿੱਜਰ ਔਰ ਖਾਲਿਸਤਾਨੀਆਂ ਨੂੰ ਝਟਕਾ ਔਰ ਉਹਨਾਂ ਨੂੰ ਘੁਸ ਕੇ ਮਾਰਾ, ਨਹੀਂ ਵਾੜੀ ਉਹ ਸਾਰੀ ਟਰਮੀਨੋਲੋਜੀ ਜਿਹੜੀ ਹੈ ਉਹ ਸਾਹਮਣੇ ਆ ਰਹੀ ਸੀ। ਸੋ ਇਸ ਗੱਲ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ ਰਿਹਾ, ਘੱਟੋ ਘੱਟ ਜਿਹੜਾ ਵੀ ਇੱਕ ਸਿੱਖ ਦੇ ਤੌਰ ਤੇ ਦੇਖਦਾ ਹੈ, ਬਿਲਕੁਲ ਸੋਚਦਾ ਹੈ ਕਿ ਭਾਈ ਇਹ ਭਾਰਤੀ ਖੁਫੀਆ ਏਜੰਸੀਆਂ ਦੀ ਔਰ ਡਰਟੀ ਗੇਮ, ਡਰਟੀ ਡੋਵਲ ਦੀ ਜਿਹੜੀ ਉਹਨੇ NIA ਟੀਮ UK 'ਚ ਲਿਆ ਕੇ ਬਿਠਾਈ, ਔਰ ਬਾਕੀ ਥਾਵਾਂ ਤੇ ਆਲਰੇਡੀ ਉਹਨਾਂ ਨੇ ਇਸ ਲਾਈਨ ਦੇ ਉੱਤੇ ਹੀ ਜਿਹੜਾ ਹੈ ਉਹ ਮੋਸਾਦ ਔਰ KGB ਦੇ ਟੈਕਟਿਕਸ ਦੇ ਉੱਤੇ ਜਿਹੜਾ ਉਹ ਡਾਇਰੈਕਟ ਹਿਟਿੰਗ ਦੀ ਲਾਈਨ ਜਿਹੜੀ ਹੈ ਉਹ ਸ਼ੁਰੂ ਕੀਤੀ ਹੈ। ਹੁਣ ਕਿਉਂਕਿ ਸਾਡੇ ਕੋਲ ਅਸੀਂ ਵਿਦਨ ਦਾ ਲਾਅ ਕੰਮ ਕਰਨ ਦੇ ਵਿੱਚ ਯਕੀਨ ਰੱਖਦੇ ਹਾਂ ਔਰ ਦੁਸ਼ਮਣ ਨੂੰ ਸਮਝਣ ਦੇ ਲਈ ਜਿੰਨੀ ਕੁ ਸੂਝ-ਬੂਝ ਸਤਿਗੁਰੂ ਨੇ ਦਿੱਤੀ ਹੈ ਉਸ ਦੇ ਮੁਤਾਬਕ ਅਸੀਂ ਆਪਣਾ ਸੁਝਾਅ ਵੀ ਦਿੰਦੇ ਹਾਂ, ਉਸ ਦੇ ਉੱਤੇ ਕੋਸ਼ਿਸ਼ ਵੀ ਕਰਦੇ ਹਾਂ ਕਿ ਵੀ, ਔਰ ਸਾਡੇ ਲਈ ਸਾਡੀ ਵੱਡੀ ਪੂੰਜੀ ਸਾਡੇ ਵਿਊਅਰ ਨੇ, ਬਿਲਕੁਲ ਜਿਨ੍ਹਾਂ ਦੀ ਇਨਪੁਟ ਜਿਹੜੀ ਹੈ ਸਾਨੂੰ ਹੋਰ ਵੀ ਅਮੀਰ ਬਣਾਉਂਦੀ ਹੈ। ਜਿਵੇਂ ਜਦੋਂ ਅਸੀਂ ਕੱਲ ਵੀ ਡਿਸਕਸ ਕੀਤਾ ਭੈਣ ਜੀ ਅਮਨਜੋਤ ਕੌਰ ਦਾ, ਅੱਜ ਵੀ ਸਰ ਸਵਿੰਦਰ ਸਿੰਘ ਹੋਰਾਂ ਨੇ ਸਾਨੂੰ UK ਤੋਂ ਕਿ ਕਿਵੇਂ ਡਾਇਸਪੋਰਾ ਸਿੱਖ ਸੌਫਟ ਟਾਰਗੇਟ ਨੇ ਔਰ ਇੱਥੇ ਕੀ ਖੇਡ ਖੇਡੀ ਜਾ ਰਹੀ ਹੈ ਔਰ ਅੱਗੋਂ ਕੀ ਖੇਡੀ ਜਾਏਗੀ, ਉਸ ਨੂੰ ਵੀ ਅਸੀਂ ਡਿਸਕਸ ਕਰਾਂਗੇ। ਪਰ ਅਸੀਂ ਉਹਨਾਂ ਸਾਰੇ ਹੀ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਵੱਡੀ ਗਿਣਤੀ 'ਚ ਕੱਲ ਲਾਈਵ ਵੀ ਨਾਲ ਜੁੜੇ ਹੋਏ ਸੀ ਔਰ ਉਸ ਤੋਂ ਬਾਅਦ ਵੀ ਬਹੁਤ ਸਾਰੇ ਕਮੈਂਟ ਨੇ ਜਿਨ੍ਹਾਂ ਨੇ ਸਾਨੂੰ ਇਹ ਦੱਸਿਆ ਕਿ ਭਾਈ TV 84 ਨੂੰ ਸਾਡੇ ਵਿਊਅਰ ਕਿੰਨਾ ਪਿਆਰ ਕਰਦੇ ਨੇ ਔਰ TV 84 ਦੇ ਨੈਰੇਟਿਵ ਨੂੰ, ਔਰ ਬਹੁਤਿਆਂ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਕਿ ਕਿਵੇਂ ਸਿੱਖਾਂ ਨੇ, ਅਮਰੀਕਾ ਦੇ ਸਿੱਖਾਂ ਨੇ ਮੋਦੀ ਨੂੰ ਚੇਜ਼ ਵੀ ਕੀਤਾ, ਉੱਥੇ ਨਿਸ਼ਾਨਾ ਬੰਨਿਆ, ਜਿਵੇਂ US ਕਾਂਗਰਸ ਦੇ 75 ਕਾਂਗਰਸਮੈਨਾਂ ਵੱਲੋਂ ਲਿਖੀ ਚਿੱਠੀ ਜਾਂ ਕਾਂਗਰੈਸ਼ਨਲ ਬਰੀਫਿੰਗ ਜਿਸ 'ਚ UN ਦੀ ਅੰਡਰ ਸੈਕਟਰੀ ਔਰ US ਸਰਫ ਦੀ ਐਕਸ ਚੇਅਰਪਰਸਨ ਔਰ ਕਾਂਗਰਸਮੈਨ ਵੀ ਆਉਂਦੇ ਨੇ, ਔਰ BBC 2 ਪਾਰਟ ਡਾਕੂਮੈਂਟਰੀ ਦਾ ਸਕਰੀਨ ਹੋਣਾ ਔਰ ਰਿਪੋਰਟ ਜਿਹੜੀ ਹੈ ਜਾਰੀ ਕੀਤੀ ਜਾਣੀ, ਇਸ ਨੂੰ ਵੀ, ਔਰ ਮੌਕੇ ਦੇ ਉੱਤੇ ਜਿਹੜਾ ਵਾਈਟ ਹਾਊਸ ਦੇ ਬਾਹਰ ਜ਼ੋਰਦਾਰ ਪ੍ਰੋਟੈਸਟ 9 ਵਜੇ ਤੋਂ ਲੈ ਕੇ ਆਲਮੋਸਟ 7 ਵਜੇ ਤੱਕ ਚੱਲਿਆ, ਉਸ ਨੂੰ ਇਹਦੇ ਬਾਵਜੂਦ ਕਿ ਇਹਨਾਂ ਦੇ ਮੀਡੀਆ ਨੇ ਵੀ ਔਰ ਇਹਨਾਂ ਦੇ ਉਹ ਯੂਟਿਊਬਰ ਜਿਨ੍ਹਾਂ ਦੇ ਵਿੱਚ ਸਾਕਸ਼ੀ ਜੋਸ਼ੀ ਵਰਗੇ ਮਿਲੀਅਨਸ ਦੀ ਜਿਹੜੀ ਜਿਨ੍ਹਾਂ ਦੀ ਵਿਊਅਰਸ਼ਿਪ ਅਦਰਵਾਈਜ਼ ਉਹ ਗੋਦੀ ਮੀਡੀਆ ਰੌਲਾ ਪਾਉਂਦੇ ਨੇ, ਉਹਨਾਂ ਨੇ ਕਿਵੇਂ ਸਾਡੀ ਇਹ ਸਾਰੀ ਐਕਟੀਵਿਟੀ ਨੂੰ ਬਲੌਕ ਕੀਤਾ, ਇਹ ਵੱਖਰੀ ਕਹਾਣੀ ਹੈ ਕਿ ਅਲ ਜਜ਼ੀਰਾ ਨੇ ਇਹਨਾਂ ਦਾ ਪਾਂਡਾ ਫੋੜਿਆ। ਸੋ ਬਹੁਤਿਆਂ ਨੇ ਇਸ ਦੇ ਉੱਤੇ ਜਿਹੜੀ ਹੈ ਬਹੁਤ ਤਾਰੀਫ ਤੇ ਲਫ਼ਜ਼ ਕਹੇ ਨੇ, ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ ਨੇ ਵੀ, ਉਹਨਾਂ ਨੇ ਕਿਹਾ ਕਿ ਸਾਡੀ ਆਵਾਜ਼ ਵੀ ਸਿੱਖ ਹੀ ਬਣ ਕੇ ਉੱਭਰ ਰਹੇ ਨੇ। ਸੋ ਇਸ ਸਾਰੇ ਦੇ ਚਲਦੇ ਆ ਜਿਹੜਾ ਵਾਕਿਆ ਆਲਰੇਡੀ ਹਰਦੀਪ ਸਿੰਘ ਨਿੱਜਰ ਉਹਨਾਂ ਦੀ ਸ਼ਹਾਦਤ ਦੇ ਨਾਲ, ਫਿਰ ਇਸ ਸਾਰੇ ਚੋਂ ਕਿਵੇਂ ਅਮਰੀਕਾ 'ਚ ਇਸ ਦਾ ਕੀ ਇੰਪੈਕਟ ਹੈ, ਜਾਂ ਜਿਵੇਂ ਉਹਨਾਂ ਦੇ ਜਿਹੜੇ ਉਸ ਕਿਸਮ ਦੇ ਬੇਸ਼ੱਕ ਉਹ ਲੂਜ਼ ਕੈਨਨ ਉਹਨਾਂ ਨੂੰ ਕਿਹਾ ਜਾਂਦਾ ਹੈ ਪਰ ਇਹ ਲੂਜ਼ ਕੈਨਨ ਨਹੀਂ ਹੁੰਦੇ, ਉਹ ਉਹਨਾਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਂਦੀ ਹੈ। ਉਹਨਾਂ ਦੇ ਹੀ ਚੈਨਲਾਂ ਨੇ ਕਹਿਣਾ ਸ਼ੁਰੂ ਕੀਤਾ ਕਿ ਪਹਿਲੇ ਲਾਹੌਰ, ਫਿਰ ਲੰਡਨ, ਫਿਰ ਸਰੀ, ਨੈਕਸਟ ਅਮਰੀਕਾ, ਔਰ ਇਸ ਕਿਸਮ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਭਾਈ ਇਹਨਾਂ ਦੀ ਡਰਟੀ ਖੇਡ ਇੱਥੇ ਕੀ ਹੋਏਗੀ। ਅਸੀਂ ਉਸ ਦੇ ਉੱਤੇ ਵੀ ਗੱਲ ਕਰਦੇ ਭਾਈ ਸੁਖਵਿੰਦਰ ਸਿੰਘ ਜਿਹੜੇ ਖੁਦ ਵੌਇਸ ਆਫ ਖਾਲਸਾ ਰੇਡੀਓ ਫਿਰ ਟੈਲੀਵਿਜ਼ਨ ਉਸ ਨੂੰ ਰਨ ਕਰਦੇ ਨੇ, ਪਿਛਲੇ ਕੱਲ੍ਹ ਹੀ ਉਹ ਸਾਡੇ ਦਫ਼ਤਰ ਆਏ ਸਟੂਡੀਓ ਦੇ ਵਿੱਚ, ਉਹਨਾਂ ਦਾ ਬੇਸ ਤਾਂ ਡਾਲਸ ਟੈਕਸਸ ਹੈ, ਗੱਲਬਾਤ ਵੀ ਹੋਈ, ਉਹਨਾਂ ਨੇ ਕਾਫੀ ਫਿਕਰ ਦਾ ਇਜ਼ਹਾਰ ਕੀਤਾ ਜੋ ਚੱਲ ਰਿਹਾ ਔਰ ਜ਼ਾਹਰ ਹੈ ਕਿ ਸਾਡੇ ਵੀਰ ਭੈਣਾਂ ਫਿਕਰਮੰਦ ਵੀ ਹੁੰਦੇ ਨੇ, ਈਵਨ ਸਾਨੂੰ ਨਸੀਹਤ ਵੀ ਹੁੰਦੀ ਹੈ ਔਰ ਅਸੀਂ ਵੀ ਹਰ ਗੱਲ ਨੂੰ ਜਿਹੜਾ ਸਾਡੇ ਵੀਰਾਂ ਭੈਣਾਂ ਵੱਲੋਂ ਹੁੰਦੀ ਹੈ ਉਸ ਨੂੰ ਗੰਭੀਰਤਾ ਨਾਲ ਲੈਂਦੇ।
ਔਰ ਉਹਨਾਂ ਨੇ ਗੱਲਬਾਤ 'ਚ ਵੀ ਔਰ ਜਿਹੜਾ ਹੁਣ ਸਾਡੇ ਵਿਊਅਰਸ ਨੇ ਉਸ ਮੈਸੇਜ ਨੂੰ ਸੁਣਿਆ ਜੀ, ਇਹ ਫਿਕਰ ਦਾ ਇਜ਼ਹਾਰ ਕੀਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਕਾ ਦੇ ਵਿੱਚ ਪਹਿਲਾਂ ਤਾਂ ਉਹਨਾਂ ਨੇ ਇਸ ਸਾਰੀ ਗੇਮ ਨੂੰ, ਕਿਉਂਕਿ ਭਾਈ ਸੁਖਵਿੰਦਰ ਸਿੰਘ ਬੜੀ ਤਿੱਖੀ ਨਜ਼ਰ ਰੱਖਦੇ ਨੇ ਮੀਡੀਆ 'ਚ ਹੋਣ ਕਰਕੇ, ਔਰ ਖਾਸ ਤੌਰ ਤੇ ਭਾਰਤ ਦੇ ਵਿੱਚ ਇਹਨਾਂ ਨੇ ਕਾਫੀ ਕੰਮ ਜਿਹੜਾ ਦਲਿਤ ਭਾਈਚਾਰੇ ਦੇ ਨਾਲ, ਟ੍ਰਾਈਬਲਸ ਦੇ ਨਾਲ, ਔਰ ਅਕਸਰ ਜਿਹੜਾ ਉੱਥੇ ਇਹਨਾਂ ਦਾ ਰਾਬਤਾ ਰਹਿੰਦਾ ਔਰ ਉਹਨਾਂ ਨੇ ਇੱਕ ਤਾਂ ਇਜ਼ਹਾਰ ਕੀਤਾ ਕਿ ਵੀ ਇਹ ਡਰਟੀ ਗੇਮ ਇੱਥੇ ਲੈ ਆਏ ਨੇ। ਫਿਰ ਕਿ ਜਿਸ ਕਿਸਮ ਦਾ ਅਸੀਂ ਵਰਤਾਰਾ ਦੇਖਿਆ, ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਮੋਰਿੰਡਾ ਦੇ ਵਿੱਚ ਮਾਤਾ ਗੁਜਰੀ ਔਰ ਸਾਹਿਬਜ਼ਾਦਿਆਂ ਦੀ ਯਾਦ 'ਚ ਬਣੇ, ਜਿੱਥੇ ਕੋਤਵਾਲੀ 'ਚੋਂ ਰਾਤ ਰਹੇ ਗੁਰਦੁਆਰੇ 'ਚ ਹੁੰਦੀ ਹੈ ਤੇ ਸਿੱਖੀ ਸਰੂਪ ਵਾਲਾ ਉਸ 'ਚ ਹੁੰਦਾ, ਬਾਅਦ 'ਚੋਂ ਮਾਰਿਆ ਜਾਂਦਾ, ਐਵੀਡੈਂਸ ਨਹੀਂ ਨਿਕਲਦੀ ਕਿ ਜੋ ਹਾਰਟ ਅਟੈਕ ਹੋ ਗਿਆ ਕੀ ਹੋਇਆ, ਉਹ ਉਹਨਾਂ ਨੂੰ ਗਾਇਬ। ਫਿਰ ਅਸੀਂ ਪਟਿਆਲਾ ਦੁੱਖ ਨਿਵਾਰਨ ਸਾਹਿਬ ਦੀ ਹਦੂਦ ਦੇ ਵਿੱਚ ਸਿੱਖ ਬੀਬੀ ਦੇ ਨਾਂ ਨਾਲ ਜਿਹਨੂੰ ਐਡਰੈਸ ਕੀਤਾ ਗਿਆ, ਉਹਨੂੰ ਵੀ ਜਿਹੜਾ ਉਹਦਾ ਵੀ ਖਾਤਮਾ ਹੋ ਜਾਂਦਾ। ਲੇਕਿਨ ਇਹ ਜਿਹੜੇ ਸਿੱਖ ਚਿਹਰਿਆਂ ਰਾਹੀਂ, ਔਰ ਕਿਉਂਕਿ ਉਸ ਦੇ ਨਾਲ ਜਿਹੜਾ ਇਹ ਪਹਿਲਾ ਪਾਰਟ ਸੀ ਕਿ ਭਾਈ ਕਿਵੇਂ ਜਿਹੜੇ ਨੇ ਹਿੰਦੂਤਵੀ ਸੌਦਾ ਸਾਧ ਵਾਲਿਆਂ ਤੋਂ ਕਰਵਾ ਰਹੇ ਨੇ, ਭਾਵੇਂ ਸਿੱਖ ਨਾਵਾਂ ਵਾਲੇ ਉਹ ਵੀ ਸੀ, ਲੇਕਿਨ ਇਸ ਤੋਂ ਬਾਅਦ ਜਿਹੜਾ ਇੱਕ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਕਿ ਭਾਈ ਕਿਵੇਂ ਬਹੁਤ ਸਾਰੇ ਜਿਹੜੇ ਇਹਨਾਂ ਦੇ ਟ੍ਰੇਨਡ ਬੰਦੇ ਨੇ, ਇਹਨਾਂ ਦੇ ਟ੍ਰੇਨਡ ਜਿਹੜੇ ਜਸੂਸ ਕਿਸਮ ਦੇ ਲੋਕ ਨੇ, ਉਹ ਸਫਾਂ 'ਚ ਵਾੜ ਦਿੱਤੇ ਗਏ ਨੇ। ਔਰ ਕੱਲ ਭਾਵੇਂ ਅਸੀਂ ਪਾਸਿੰਗ ਰੈਫਰੈਂਸ ਦੀ ਗੱਲ ਕੀਤੀ ਸੀ ਕਿ ਕਿਵੇਂ ਉਸ ਸਰੀ ਦੇ ਅੰਤਮ ਅਰਦਾਸ ਦੇ ਇਕੱਠ ਦੇ ਵੇਲੇ ਇੱਕ ਸਾਬਕਾ ਫੌਜੀ, ਜਿਸ ਦਾ ਹੁਣ ਆ ਸਾਹਮਣੇ ਆਇਆ ਕਿ ਖੁਰਦਪੁਰ ਜ਼ਿਲ੍ਹਾ ਜਲੰਧਰ ਨਾਲ ਉਹਦਾ ਸੰਬੰਧ ਹੈ, ਔਰ ਉਹ ਫੜਿਆ ਗਿਆ, ਉਹ ਵੀਡੀਓਜ਼ ਬਣਾ ਰਿਹਾ ਸੀ ਔਰ ਉਹਦੇ ਫੋਨ ਤੇ ਸਾਰੇ ਜਿਹੜੇ ਭਾਰਤੀ ਏਜੰਸੀਆਂ ਦੇ ਬੰਦੇ ਨੇ, ਇੰਟੈਲੀਜੈਂਸ, CID, ਉਹਨਾਂ ਦੇ ਨੰਬਰ ਉਹਨਾਂ ਨੂੰ ਉਹ ਨਾਲ ਦੀ ਨਾਲ ਭੇਜ ਰਿਹਾ ਸੀ। ਇਸੇ ਤਰ੍ਹਾਂ ਇੱਕ ਹੋਰ ਵੀ ਫੜਿਆ ਗਿਆ। ਹਾਲਾਂ ਕੁਝ ਕੱਲ ਇਹ ਵੀ ਸੀ ਜਾਣਕਾਰੀ ਕਿ ਕੁਝ ਐਸੇ ਵੀ ਨੇ ਜਿਹੜੇ ਹੋਰ ਹੈ। ਹੁਣ ਇੱਕ ਪਾਸੇ ਇਹ ਖੇਡ ਚੱਲ ਰਹੀ ਹੈ ਔਰ ਵੀਰ ਸੁਖਵਿੰਦਰ ਸਿੰਘ ਉਹਨਾਂ ਨੂੰ ਇਹ ਲੱਗਦਾ ਹੈ ਵੀ ਇਹ ਜਿਹੜਾ ਮੋਦੀ ਨੂੰ ਚੈਲੰਜ ਹੋਇਆ ਇਫੈਕਟਿਵਲੀ, ਜਾਂ ਅਮਰੀਕਨ ਸਿੱਖਾਂ ਦਾ ਜਿਹੜਾ ਵੱਧਦਾ ਕਲਾਊਟ ਹੈ, ਉਸ ਨੂੰ ਕਰਨ ਦੇ ਲਈ ਇਹ ਏਅਰ ਇੰਡੀਆ ਵਰਗਾ ਕੋਈ ਹਾਦਸਾ ਵੀ ਕਰਵਾ ਸਕਦੇ ਨੇ ਅਮਰੀਕਾ 'ਚ। ਜੇ ਹੋਰ ਨਹੀਂ ਤਾਂ ਘੱਟੋ ਘੱਟ ਸਿੱਖੀ ਸਰੂਪ ਵਾਲਿਆਂ ਨੂੰ ਵਰਤ ਕੇ ਕੋਈ ਨਾ ਕੋਈ ਗੋਲੀ ਕਾਂਡ ਜਾਂ ਕੁਝ ਹੋਰ, ਜਿਵੇਂ ਉਹਨਾਂ ਨੇ ਵੇਰ ਵਿੱਚ, ਮੈਂ ਉਹਨੂੰ ਰਿਪੀਟ ਨਹੀਂ ਕਰਾਂਗਾ, ਔਰ ਉਹਨਾਂ ਨੇ ਕਿਹਾ ਕਿ ਭਾਈ ਇਸ ਦੇ ਉਹ ਸਾਰੇ ਹੋਣਗੇ ਫੇਕ ਹੀ, ਕਿਉਂਕਿ ਉਹਨਾਂ ਨੂੰ ਜੇ ਤੁਸੀਂ ਕਿਸੇ ਦੇ ਵੀ ਪੱਗ ਬਣਾ ਦਿੰਦੇ ਹੋ, ਦਾੜੀ ਹੁਣ ਈਵਨ ਉਹਨਾਂ ਨੇ ਕਿ ਉਹ ਚਮਨ ਲਾਲ ਨਾਂ ਦਾ ਰਾਗੀ ਜਿਹੜਾ ਬਿਲਕੁਲ ਉਹ ਕਲੀਨ ਜਿਹੜਾ ਕੀਰਤਨ ਤੇ ਬਹਿੰਦਾ ਸੀ, ਜਦੋਂ ਸਿੱਖਾਂ 'ਚ ਮੰਗ ਹੋਈ ਨਹੀਂ ਸੀ, ਉਹ ਬਣਾਤਾ ਤੇ ਉਹਨੇ ਨਾਲ ਉਹ ਕੀਰਤਨ ਵੀ ਕਰ ਰਿਹਾ ਹੁੰਦਾ, ਗਲ ਦੇ ਵਿੱਚ ਉਹਨੇ ਉਹ ਜਿਹੜਾ ਉਹ ਸੰਦੂਰੀ ਫੱਟੀ ਪਾਈ ਹੁੰਦੀ ਹੈ, ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ। ਔਰ ਸਾਡੇ ਕਹਿੰਦੇ ਦੇਖੋ ਜੀ ਚਮਨ ਲਾਲ ਸਿੰਘ ਬਣ ਗਿਆ, ਕਿੰਨਾ ਸੋਹਣਾ ਲੱਗਦਾ ਹੈ, ਕਿੰਨਾ ਮਿੱਠਾ ਕੀਰਤਨ ਕਰਦਾ ਹੈ। ਹੁਣ ਤੁਸੀਂ ਜੇ ਇਹਨਾਂ ਗੱਲਾਂ 'ਚ ਹੀ ਫਸਣਾ ਉਹ ਤਾਂ ਫਿਰ ਤੁਹਾਡੇ ਲਈ ਬਥੇਰਾ, ਜੇ ਸਾਡਾ ਸਰੂਪ ਹੀ ਕਮਜ਼ੋਰੀ ਬਣਨਾ ਤੇ ਫਿਰ ਤਾਂ ਆਲਰੇਡੀ ਉਹਨਾਂ ਨੇ ਜਿਹੜੀਆਂ ਕੈਟਾਂ ਬਣਾਈਆਂ ਸੀ ਉਹ ਵੀ ਉਸੇ ਲਾਈਨ ਦੇ ਉੱਤੇ ਸੀ, ਉਹੀ ਫਿਨੋਮੀਨਾ ਡਾਇਸਪੋਰਾ 'ਚ ਹੋ ਸਕਦਾ। ਸੋ ਇਸ ਦੇ ਉੱਤੇ ਇਹਨਾਂ ਦੀ ਇਹ ਟੇਕ ਸੀ ਕਿ ਭਾਈ ਸਾਨੂੰ ਘੱਟੋ ਘੱਟ ਜਿਹੜੇ ਅੰਮ੍ਰਿਤਧਾਰੀ ਨਵੇਂ ਬਣਦੇ ਨੇ ਜਾਂ ਦੂਜੇ, ਕੋਈ ਨਾ ਕੋਈ ਉਹਨਾਂ ਦੀ ID ਜਾਂ ਕੁਛ ਇਸ ਕਿਸਮ ਦਾ ਐਸਾ ਜ਼ਰੂਰ ਹੋਏ ਜਿਸ ਤੋਂ ਪਤਾ ਲੱਗੇ ਕੌਣ ਕੀ ਹੈ। ਔਰ ਇਹ ਨਹੀਂ ਹੈ ਕਿ ਵੀ ਐਵੇਂ ਹੁੰਦਾ ਨਹੀਂ। ਹੁਣ ਅਸੀਂ ਇੱਥੇ ਵੀ ਦੇਖਦੇ ਹਾਂ ਜਿਹੜੇ ਕੁਛ ਖਾਸ ਮੁਲਕਾਂ 'ਚੋਂ ਆਉਣ ਵਾਲੇ ਲੋਕ ਨੇ ਜਿਹੜੇ ਕਲੇਮ ਕਰਦੇ ਨੇ ਜੇ ਅਸੀਂ ਪਰਸੀਕਿਊਟਡ ਹੈ, ਉਹਨਾਂ ਨੂੰ IDs ਇਸ਼ੂਜ਼ ਕੀਤੀਆਂ ਜਾਂਦੀਆਂ ਨੇ। ਫਿਰ ਉਹਨਾਂ ਦਾ ਇਸ ਦੇ ਉੱਤੇ ਜਿਹੜਾ ਬੜੀ ਇਹ ਅਵੇਅਰਨੈਸ ਖੜੀ ਕਰਨ ਦੀ ਲਾਈਨ ਹੈ ਕਿ ਸਾਨੂੰ ਜਿਹੜੀ ਉਹਨਾਂ ਨੇ ਮੈਸੇਜ ਦੇ ਅਖੀਰ 'ਚ ਕਿਹਾ ਕਿ ਕੋਈ ਵੀ ਹਿੰਸਕ ਵਾਕਿਆ ਉਹ ਕਿਸੇ ਹਾਲਾਤ 'ਚ ਵੀ ਹੋਏ, ਨੋ ਮੈਟਰ ਕਿੰਨੀ ਭੜਕਾਟ ਪੈਦਾ ਕੀਤੀ ਜਾਏ, ਉਹ ਸਾਡੇ ਹੱਕ 'ਚ ਨਹੀਂ ਜਾਂਦਾ। ਇਸ ਲਈ ਇਹਨੂੰ ਇਵੇਂ ਹੀ ਮੰਨਿਆ ਜਾਏਗਾ, ਨੋ ਮੈਟਰ ਕੱਲ ਨੂੰ ਕੋਈ ਹੋਏ ਜੀ ਨਹੀਂ ਉਹ ਤਾਂ ਉਹਦਾ ਚਾਚੇ ਦਾ ਮੁੰਡਾ, ਉਹਦੇ ਤਾਏ ਦਾ ਮੁੰਡਾ। ਲੇਕਿਨ ਅਸੀਂ ਵੀ ਰਿਪੀਟਡਲੀ ਪਹਿਲੇ ਦਿਨ ਤੋਂ ਕਹਿ ਰਹੇ ਕਿ ਇਹ ਜਦੋਂ ਹੁਣ ਇਹਨਾਂ ਨੇ ਡਾਇਸਪੋਰਾ 'ਚ ਆਪਣੀ ਇਹ ਡਰਟੀ ਗੇਮ ਖਿਲਾਰੀ ਹੈ ਤੇ ਉਹਨਾਂ ਦਾ ਮਕਸਦ ਪਹਿਲਾਂ ਤਾਂ ਫੀਅਰ ਪੈਦਾ ਕਰਨਾ ਹੈ, ਡਰ। ਉਹ ਤਾਂ ਭਾਈ ਹਰਦੀਪ ਸਿੰਘ ਨਿੱਜਰ ਦੀ ਅੰਤਮ ਅਰਦਾਸ ਮੌਕੇ ਹਜ਼ਾਰਾਂ ਦੀ ਗਿਣਤੀ ਦੇ ਇਕੱਠ ਔਰ ਥਾਂ ਥਾਈਂ ਜਿਵੇਂ ਉਹਨਾਂ ਦੀ ਯਾਦ ਦੇ ਵਿੱਚ ਅਖੰਡ ਪਾਠ ਰੱਖੇ ਗਏ ਨੇ, ਕਿਤੇ ਸਹਿਜ ਪਾਠ ਨੇ, ਕਿਤੇ ਰਹਿਣ ਸਭਾਈ ਹੈ, ਔਰ ਜਿਵੇਂ ਦੁਨੀਆ ਭਰ ਦੀਆਂ ਜਥੇਬੰਦੀਆਂ ਨੇ ਸੋਲੀਡੈਰਿਟੀ ਦਾ ਇਜ਼ਹਾਰ ਕੀਤਾ, ਉਹ ਤਾਂ ਗੱਲ ਖਤਮ ਹੋ ਗਈ। ਦੂਸਰਾ ਪਾਰਟ ਰਿਐਕਸ਼ਨ ਹੈ। ਔਰ ਜਿਵੇਂ
ਕੁਝ ਤੱਤੇ ਖਿਆਲਾਂ ਵਾਲੇ, ਕੁਝ ਵੈਸੇ ਹੀ ਜਿਨ੍ਹਾਂ ਨੇ ਸਿਰਫ ਉਹ ਸੋਸ਼ਲ ਮੀਡੀਆ ਤੇ ਬਿਆਨ ਹੀ ਦੇਣਾ ਹੁੰਦਾ ਹੈ ਜੀ 21 ਦੇ 31 ਮੋੜਾਂਗੇ, ਕਰਨਾ ਖਤਰਨਾ ਕਿਸੇ ਨੇ ਕੁਝ ਨਹੀਂ ਹੁੰਦਾ। ਲੇਕਿਨ ਉਸ ਕਿਸਮ ਦੀ ਬਿਆਨਬਾਜ਼ੀ ਨੂੰ ਹੀ ਮੁੜ ਕੇ ਜਦੋਂ ਏਜੰਸੀਆਂ ਉਹਨਾਂ ਦੀਆਂ ਖੁਦ ਕੋਈ ਵਾਕਿਆ ਕਰਵਾ ਦਿੰਦੀਆਂ ਨੇ ਤੇ ਉਹਨਾਂ ਨੂੰ ਇਸਤੇਮਾਲ ਕਰਦੇ ਨੇ। ਜਿਵੇਂ ਇੱਥੇ ਜਦੋਂ 85 ਦੇ ਵਿੱਚ ਮੈਡੀਸਨ ਸਕੁਅਰ ਗਾਰਡਨ ਦੇ ਵਿੱਚ ਵੱਡਾ ਇਕੱਠ ਹੋਇਆ ਤੇ ਕੈਨੇਡਾ ਤੋਂ ਹੀ ਆਏ ਇੱਕ ਦੋ ਬੁਲਾਰਿਆਂ ਨੇ ਇਸ ਕਿਸਮ ਦੇ ਬਿਆਨ ਦਿੱਤੇ ਕਿ ਬਾਅਦ ਜਦੋਂ 에ਅਰ ਇੰਡੀਆ ਦੇ ਹਾਦਸੇ ਨੂੰ ਲੈ ਕੇ ਟ੍ਰਾਇਲ ਚੱਲਿਆ, ਕੰਮ ਤਾਂ ਰਾਹ ਦਾ ਸੀ, ਲੇਕਿਨ ਉਹਨਾਂ ਬਿਆਨਾਂ ਨੂੰ ਜਿਹੜੇ ਪ੍ਰੋਮੀਨੈਂਟ ਉਸ ਵੇਲੇ ਦੇ ਸਿੱਖ ਆਗੂ ਸੀ ਕੈਨੇਡਾ ਦੇ, ਉਹਨੂੰ ਦਿਖਾ ਕੇ ਉਹਨਾਂ ਨੇ ਕਿਹਾ ਜੀ ਆਹ ਦੇਖੋ ਉਹਨਾਂ ਨੇ ਥ੍ਰੈਟ ਵੀ ਕੀਤਾ ਸੀ ਤੇ ਉਹਨਾਂ ਨੇ ਕਰ ਵੀ ਦਿੱਤਾ। ਸੋ ਇੱਥੇ ਵੀ ਜਿਹੜੀ ਇਸ ਕਿਸਮ ਦੀ ਕੋਈ ਥ੍ਰੈਟਨਿੰਗ ਲੈਂਗੁਏਜ ਇਸਤੇਮਾਲ ਕਰਨ ਵਾਲੇ ਨੇ, ਕੱਲ ਨੂੰ ਜੇ ਕੋਈ ਇੱਥੇ ਵਾਇਲੈਂਸ ਦੀ ਕਾਰਵਾਈ ਕਰਵਾਈ ਜਾਂਦੀ ਆ ਉਹਨਾਂ ਵੱਲੋਂ, ਏਜੰਸੀਆਂ ਵੱਲੋਂ, ਤੇ ਫਿਰ ਉਹ ਕਹਿਣਗੇ ਦੇਖੋ ਜੀ ਉਹ ਤਾਂ ਪਹਿਲਾਂ ਹੀ ਇਵੇਂ ਕਰ ਰਹੇ ਸੀ। ਸੋ ਅਸੀਂ ਇਸ ਤੋਂ ਪਹਿਲਾਂ ਕਿ ਭਾਈ ਦੂਸਰੀ ਖੇਡ ਅਮਰੀਕਾ ਦੇ ਵਿੱਚ ਅਮਰੀਕਨ ਖੁਫੀਆ ਏਜੰਸੀ ਜਾਂ ਉਹਨਾਂ ਦੀ ਇੰਟਰਨਲ ਜਿਹੜੀ ਇਨਵੈਸਟੀਗੇਟਿਵ ਏਜੰਸੀ FBI ਦਾ ਨਾਮ ਵਰਤ ਕੇ ਇਸ ਹਫਤੇ ਦੇ ਵਿੱਚ ਕੀ ਵਾਪਰਿਆ ਉਸ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਇਹ ਦੱਸ ਦਈਏ ਕਿ ਭਾਈ ਹਰਦੀਪ ਸਿੰਘ ਨਿੱਜਰ ਦੀ ਯਾਦ ਦੇ ਵਿੱਚ ਆਸਟ੍ਰੇਲੀਆ ਤੋਂ ਦੇ ਸਾਰੇ ਹੀ ਆਲਮੋਸਟ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਅਰਦਾਸ ਔਰ ਉਹਨਾਂ ਦੀ ਚੜ੍ਹਦੀ ਕਲਾ ਜ਼ਾਹਰ ਹੈ। ਜਦੋਂ ਅਸੀਂ ਗੁਰੂ ਤੋਂ ਮੰਗਦੇ ਹਾਂ ਚਰਨਾਂ 'ਚ ਨਿਵਾਸ ਬਖਸ਼ਣਾ ਤੇ ਪੰਥ ਦੀ ਚੜ੍ਹਦੀ ਕਲਾ ਹੈ ਕਿ ਭਾਈ ਉਹਨਾਂ ਨੇ ਇਸ ਰਸਤੇ ਤੇ ਤੁਰਦੇ ਆ ਚੜ੍ਹਦੀ ਕਲਾ 'ਚ ਰਹਿੰਦੇ ਆ ਆਪਣਾ ਆਪ ਕੁਰਬਾਨ ਕੀਤਾ ਔਰ ਅਰਦਾਸ ਨਾਲ ਨਗਾਰੇ ਵੀ ਵੱਜੇ, ਜਕਾਰੇ, ਖਾਲਿਸਤਾਨ ਦੇ ਨਾਰੇ। ਔਰ ਗੁਰਦੁਆਰਾ ਮੀਰੀ ਪੀਰੀ ਮੈਲਬਰਨ, ਗੁਰਦੁਆਰਾ ਬੈਨਟ ਸਪ੍ਰਿੰਗਸ ਪਰਥ ਤੇ ਬਾਕੀ ਜਿੰਨੇ ਵੀ ਮੈਲਬਰਨ, ਬ੍ਰਿਸਬੇਨ ਤੇ ਸਿਡਨੀ ਦੇ ਸਾਰੇ ਹੀ ਗੁਰਦੁਆਰੇ ਸੀ ਉਹਨਾਂ ਦੇ ਵਿੱਚ ਅਰਦਾਸਾਂ ਹੋਈਆਂ, ਕਿਉਂਕਿ ਡਜ਼ਨਸ ਦੇ ਵਿੱਚ ਉਹਨਾਂ ਦਾ ਨੰਬਰ ਚਲਾ ਜਾਂਦਾ ਹੈ, ਮੈਂ ਸਾਰਿਆਂ ਦੇ ਨਾਂ ਨਹੀਂ ਪੜ੍ਹ ਸਕਦਾ। ਪਰ ਇਸੇ ਤਰ੍ਹਾਂ ਕੁਝ ਥਾਵਾਂ ਦੇ ਉੱਤੇ ਜਿਹੜੇ ਨੇ ਰੈਣ ਸਬਾਈ ਕੀਰਤਨ, ਸੁਖਮਣੀ ਸਾਹਿਬ ਪ੍ਰੋਗਰਾਮ ਤੇ ਉਹਦੇ 'ਚ ਦੀਪ ਸਿੱਧੂ, ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਜਰ ਸਾਰਿਆਂ ਨੂੰ ਸਾਂਝੇ ਤੌਰ ਦੇ ਉੱਤੇ ਜਿਹੜਾ ਯਾਦ ਕੀਤਾ ਜਾ ਰਿਹਾ। ਸੋ ਅਸੀਂ ਸਮਝਦੇ ਹਾਂ ਕਿ ਵੀ ਉਹਨਾਂ ਨੇ ਇਹਨਾਂ ਸਾਡੇ ਸ਼ਹੀਦਾਂ ਨੇ ਸਿੱਖ ਕੌਮ ਨੂੰ ਭਾਵਕ ਤੌਰ ਦੇ ਉੱਤੇ ਇੱਕ ਥਾਂ ਤੇ ਲਿਆ ਕੇ ਖੜਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕਿ ਮੈਂ ਗੱਲ ਕਰਾਂ ਕਿ ਭਾਈ ਇਹ ਜਿਹੜੀ ਖੇਡ ਹੈ ਉਹ ਕੀ ਹੁਣ ਏਜੰਸੀਆਂ ਇੱਥੇ ਉਹਨਾਂ ਨੇ ਖੇਡੀ ਹੈ, ਕੁਦਰਤੀ ਮੇਰੀ ਨਜ਼ਰ ਚੋਂ ਹਰਪ੍ਰੀਤ ਸਿੰਘ ਜਾਵੰਦਾ ਜਿਨ੍ਹਾਂ ਨੂੰ ਮੈਂ ਫੋਲੋ ਵੀ ਕਰਦਾ, ਬਹੁਤ ਖੂਬਸੂਰਤ ਇਹਨਾਂ ਦੀਆਂ ਲਿਖਤਾਂ ਹੁੰਦੀਆਂ, ਉਹਨਾਂ ਨੇ ਸੰਕੇਤਕ ਤੌਰ ਦੇ ਉੱਤੇ, ਕਿਉਂਕਿ ਬਹੁਤ ਗੱਲ ਬੜੀ ਲਿਟਰਰੀ ਵੀ ਹੁੰਦੀ ਹੈ, ਸਿੱਖ ਇਤਿਹਾਸ 'ਚ ਵੀ ਗੁੜੁੰਦ ਹੁੰਦੀ ਹੈ, ਸਿੱਖੀ ਭਾਵਨਾਵਾਂ ਵੀ, ਔਰ ਭਾਰਤੀ ਏਜੰਸੀਆਂ ਦੀ ਖੇਡ ਨੂੰ ਵੀ ਉਹ ਸਮਝਦੇ ਨੇ। ਉਹਨਾਂ ਨੇ ਜਿਹੜਾ ਇਹ ਸਾਰਾ ਵਾਕਿਆ ਜੋ ਹਰਦੀਪ ਸਿੰਘ ਨਿੱਜਰ ਔਰ ਇਸ ਸਾਰੇ ਤੋਂ ਬਾਅਦ ਹੁੰਦਾ ਹੈ, ਉਹਨਾਂ ਨੇ ਕਿਹਾ ਸਿੱਧਾ ਮੁੱਦੇ ਤੇ ਆਉਂਦੇ ਹਾਂ, ਇੱਕ ਵੱਡਾ ਸਵਾਲ ਹੁਣ ਕੀ ਕੀਤਾ ਜਾਵੇ। ਬਿਲਕੁਲ ਅਗਲੇ ਘਟੀਆ ਪੱਧਰ ਤੇ ਆ ਗਏ, ਪਿੱਠ ਪਿੱਛੋਂ ਕਰਦੇ ਤਾਂ ਸੁਣੇ ਸਨ ਪਰ ਹੁਣ ਪ੍ਰਤੱਖ ਹੀ ਦਿਸ ਰਿਹਾ। ਇਧਰ ਤੋਂ ਸੁਣਦੇ ਸੀ ਨਾ ਕਿ ਭਾਈ ਇਹ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਇਹ ਜਿਹੜਾ ਪਿੱਠ 'ਚ ਛੁਰਾ ਮਾਰਦੇ ਉਹਨਾਂ ਨੂੰ ਕਿਹਾ ਅੱਗੇ ਤਾਂ ਸੁਣਿਆ ਸੀ, ਹੁਣ ਅਸੀਂ ਦੇਖ ਲਿਆ। ਅਗਲਿਆਂ ਕੋਲ ਧਨ, ਮਾਇਆ, ਸੋਰਸ, ਜ਼ਰੀਏ, ਸੰਚਾਰ ਮਾਧਿਅਮ, ਅਖਬਾਰਾਂ, TV ਤੇ ਹੋਰ ਵੀ ਕਿੰਨੇ ਕੁਝ ਦਾ ਵੱਡਾ ਭੰਡਾਰ ਹੈ, ਪਰ ਅਸੀਂ ਅਜੇ ਵੀ ਦੁਬਿਧਾ ਵਿੱਚ ਕਿ ਪ੍ਰਸਾਰਣ ਦਾ ਟੈਂਡਰ ਕਿਹਨੂੰ ਦਿੱਤਾ ਜਾਏ। ਇਹ ਸ਼੍ਰੋਮਣੀ ਕਮੇਟੀ ਨੇ ਜਿਹੜਾ ਰੌਲ ਘਚੋਲ ਪਾਇਆ ਹੋਇਆ ਦਰਬਾਰ ਸਾਹਿਬ ਦੇ ਕੀਰਤਨ ਦਾ। ਸਿੱਖਿਆ, ਸਿੱਖੀ, ਗੁਰ ਵਿਚਾਰ ਦੀ ਗੱਲ ਕਰਦਾ, ਕਿਹੜਾ ਦੁਨੀਆ ਦੀ ਨਜ਼ਰ ਵਿੱਚ ਖਤਰਨਾਕ ਸ਼ੱਕੀ ਦਰਸਾਉਣਾ, ਖਰੜੇ ਤੇ ਸਾਫ਼-ਸਾਫ਼ ਲਿਖਿਆ, ਫਿਰ ਘੰਟਿਆਂ ਮਿੰਟਾਂ ਵਿੱਚ ਹੀ ਨੈਰੇਟਿਵ ਸਿਰਜ ਦਿੰਦੇ ਨੇ, ਫਿਰ ਸਾਰੀ ਦੁਨੀਆ ਵਿੱਚ ਕੂੜ ਪ੍ਰਚਾਰ ਕਰਦੇ ਹਜ਼ਾਰਾਂ ਝੋਲੀ ਝੁੱਕ, ਜਿੰਨੀ ਸਾਡੀ ਸਾਰੀ ਗਿਣਤੀ ਉਨੀ ਉਹਨਾਂ ਕੋਲ ਫੌਜ, ਸਰਹੱਦ ਤੇ ਲੜਨ ਵਾਲੀ ਨਹੀਂ, ਸਗੋਂ AC ਅੰਦਰ ਬੈਠ ਪ੍ਰੋਪੇਗੈਂਡਾ ਕਰਦੇ ਕਾਗਜ਼ੀ ਸ਼ੇਰਾਂ ਦੀ ਫੌਜ, ਸਾਰੇ IT ਸੈੱਲ 'ਚ RSS ਦੇ ਤਨਖਾਹਦਾਰ। ਉਹ ਸਮੇਂ ਦੇ ਨਾਲ ਨਾਲ ਬਦਲਾਅ ਲਿਆਉਂਦੇ ਗਏ, ਪਰ ਸਾਡੇ ਪਰਨਾਲੇ ਅਜੇ ਵੀ ਉੱਥੇ ਦੇ ਉੱਥੇ। ਅਸੀਂ ਅੱਗੇ ਵੀ ਕਿਹਾ ਵੀ ਜੇ 100 ਸਾਲ ਸ਼੍ਰੋਮਣੀ ਕਮੇਟੀ ਔਰ ਅਕਾਲੀ ਦਲ ਨੂੰ ਹੋਂਦ 'ਚ ਆਇਆ ਹੋ ਗਿਆ, 100 ਸਾਲ ਹੀ RSS ਨੂੰ ਹੋਇਆ। ਉਹ 3 ਵਾਰੀ ਬੈਨ ਹੋ ਕੇ ਇੱਕ ਸਮਾਜਿਕ ਸੰਸਥਾ ਦਾ ਲੇਬਲ ਲਾ ਕੇ ਸਿਆਸੀ ਪਾਵਰ ਤੱਕ ਉਹ ਪਹੁੰਚ ਗਏ, ਤੇ ਅੱਜ ਸਾਡੀ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਕਿਸ ਜਿਹੜੀ ਹੈ ਪਿਟੀਏਬਲ ਸਿਚੁਏਸ਼ਨ 'ਚ ਨੇ। ਨਾ ਉਹਨਾਂ ਕੋਲ ਕੋਈ ਆਪਣਾ ਅਖਬਾਰ ਹੈ, ਨਾ ਉਹਨਾਂ ਦਾ ਕੋਈ ਆਪਣਾ ਰੇਡੀਓ ਹੈ। ਜੇ ਦਰਬਾਰ ਸਾਹਿਬ ਦਾ ਕੀਰਤਨ ਉਹਦੇ ਲਈ ਆਪਣਾ ਕੋਈ ਚੈਨਲ ਤੱਕ ਬਣਾਉਣ ਲਈ, ਇਹਦੇ ਬਾਵਜੂਦ ਕਿ ਕਿੰਨੀਆਂ
ਜਿਹੜੀਆਂ ਨੇ ਜੁੱਤੀਆਂ ਚਾਰ ਚਫੇਰਿਓਂ ਆ ਰਹੀਆਂ ਨੇ, ਪਰ ਉਹ ਬਾਦਲ ਦੀ ਜਗੀਰ ਹੈ ਸ਼੍ਰੋਮਣੀ ਕਮੇਟੀ ਤੇ ਉਹਨਾਂ ਦਾ ਕੰਟਰੋਲ ਹੈ ਪੀਟੀਸੀ ਦਾ। ਸੋ ਗੱਲ ਇਹ ਹੈ ਕਿ ਵੀ ਦੁਸ਼ਮਣ ਦੇ ਕੋਲ ਤਾਂ ਨੈਰੇਟਿਵ ਸਿਰਜਣ ਦੇ ਕਿੰਨੇ ਸਾਧਨ ਨੇ, ਤੇ ਜਿਹੜੀ ਸਾਡੀ 1200 ਕਰੋੜੀ ਸ਼੍ਰੋਮਣੀ ਕਮੇਟੀ ਹੈ ਜਾਂ ਜਿੱਥੇ ਸਾਡੀਆਂ ਸੰਸਥਾਵਾਂ ਨੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ। ਸੋ ਉਸ ਵਾਰ ਉਹਨਾਂ ਨੇ ਇਸ਼ਾਰਾ ਕੀਤਾ। ਫਿਰ ਜਿੰਨੀ ਸਾਡੀ ਸਾਰੀ ਗਿਣਤੀ ਉਨੀ ਉਹਨਾਂ ਕੋਲ ਫੌਜ ਸਰਹੱਦ ਤੇ ਲੜਨ ਵਾਲੀ ਨਹੀਂ, ਸਗੋਂ ਏਸੀਆਂ ਦੇ ਅੰਦਰ ਬੈਠ ਪ੍ਰੋਪੇਗੈਂਡਾ ਕਰਦੇ ਕਾਗਜ਼ੀ ਸ਼ੇਰਾਂ ਦੀ ਫੌਜ। ਉਹ ਸਮੇਂ ਦੇ ਨਾਲ ਨਾਲ ਬਦਲਾਅ ਲਿਆਉਂਦੇ ਗਏ, ਪਰ ਸਾਡੇ ਪਰਨਾਲੇ ਅਜੇ ਵੀ ਉੱਥੇ ਦੇ ਉੱਥੇ ਸਿਰਫ ਫੋਕੇ ਨਾਰੇ। ਅਸੀਂ ਜਿੱਥੇ ਵੀ ਗਏ ਹਾਂ ਪੰਜਾਬ ਸਿਰਜ ਦਿੱਤਾ, ਸਾਡੇ ਇੰਨੇ MP ਇੰਨੇ MLA ਉਹ ਪੱਟ ਪਏ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਜੇ ਦੁਨਿਆਵੀ ਪੱਧਰ ਤੇ ਆਪਣਾ ਨੈਰੇਟਿਵ ਹੀ ਨਾ ਸਮਝਾ ਸਕੇ ਤਾਂ ਅਸੀਂ ਅਚਾਰ ਪਾਉਣੇ। ਅਗਲੇ ਸੱਪ ਵੀ ਮਾਰੀ ਜਾਂਦੇ ਨੇ ਤੇ ਸੋਟੀ ਵੀ ਨਹੀਂ ਟੁੱਟਣ ਦਿੰਦੇ। ਹੁਣ ਇਹ ਮੈਂ ਅੱਜ ਵੀ ਕੈਨੇਡਾ 'ਚ ਗੱਲ ਹੋ ਰਹੀ ਸੀ ਮੇਰੀ ਇੱਕ ਐਕਟਿਵਿਸਟ ਨਾਲ, ਮੈਂ ਕਿਹਾ ਸ਼ਰਮ ਆਉਣੀ ਚਾਹੀਦੀ ਹੈ। ਅਸੀਂ ਤਾਂ ਢੰਡੋਰਾ 17 MP ਇੰਨੇ MLA ਇੰਨਾ ਫਲਾਣਾ, ਕਿੱਥੇ ਸੌਂਗੇ ਸਾਰੇ? ਉਹ ਇਹਨੂੰ ਵੀ ਮੰਗ ਕਰ ਸਕੇ ਖੁੱਲ ਕੇ ਕਿ ਭਾਈ ਬੰਦਾ ਜਿਹੜਾ ਇੱਕ ਪ੍ਰੋਮੀਨੈਂਟ ਮੈਂਬਰ ਹੈ ਸਿੱਖ ਸੁਸਾਇਟੀ ਦਾ, ਪ੍ਰਧਾਨ ਹੈ, ਜਿਹੜਾ ਕੈਨੇਡੀਅਨ ਸਿਟੀਜ਼ਨ ਹੈ, ਜਿਹਦਾ ਕੋਈ ਕ੍ਰਿਮੀਨਲ ਰੈਕੋਰਡ ਨਹੀਂ ਹੈ, ਕੋਈ ਕੇਸ ਉਹਦੇ ਖਿਲਾਫ ਨਹੀਂ ਹੈ, ਤੁਸੀਂ ਆਪਣੀ ਸਰਕਾਰ ਨੂੰ ਇਹ ਤਾਂ ਕਹਿ ਸਕਦੇ ਹੋ ਕਿ ਭਾਈ ਇਹਦੀ ਐਕਸਪੀਡਾਈਟ ਕਰੋ ਇਨਵੈਸਟੀਗੇਸ਼ਨ। ਤੁਸੀਂ ਇਹ ਤਾਂ ਕਹਿ ਸਕਦੇ ਹੋ ਵੀ 2 ਹਫ਼ਤੇ ਪਹਿਲਾਂ ਕੈਨੇਡਾ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਕਹਿੰਦੇ ਹੈ ਜੀ ਇਹ ਇੰਡੀਆ ਇੰਟਰਫੀਅਰ ਕਰ ਰਿਹਾ, ਔਰ ਉਹਨੂੰ ਇਹਦੇ ਨਾਲ ਜੋੜ ਕੇ ਕਹੋ ਵੀ ਸਾਨੂੰ ਲੱਗਦਾ ਕਿ ਵੀ ਇਹ ਇੰਡੀਆ ਦੀ ਇੰਟਰਫੀਅਰੈਂਸ ਹੈ। ਜਗਮੀਤ ਸਿੰਘ ਨੇ 48 ਘੰਟੇ ਬਾਅਦ ਬਿਆਨ ਦਿੱਤਾ, ਲੇਕਿਨ ਇਹ ਜਿਹੜੀ ਗੱਲ ਹਰਪ੍ਰੀਤ ਸਿੰਘ ਜਵੰਦਾ ਕਹਿ ਰਹੇ ਨੇ ਕਿ ਵੀ ਪੱਟ ਪਏ ਸੋਨਾ ਜਿਹੜਾ ਕੰਨਾਂ ਨੂੰ ਖਾਏ, ਵੀ ਅਸੀਂ ਗਿਣਤੀ ਕਰੀ ਜਾਣੀ ਹੈ। ਜੇ ਨੈਰੇਟਿਵ ਤੇ ਸਿਰਜਣ ਦੀ ਦੂਰ ਦੀ ਗੱਲ ਇਹਨਾਂ ਦੇ ਮੂੰਹ ਚੋਂ ਨਹੀਂ ਨਿਕਲਦਾ ਹੈ, ਜਾਂ ਇਹ ਵੀ ਡਰੇ ਬੈਠੇ ਨੇ। ਦੁਨੀਆ ਦੇ ਹਰੇਕ ਸ਼ਹਿਰ, ਕਲੋਨੀ, ਸੰਸਥਾ, ਅਖਬਾਰ, ਚੈਨਲ, ਮੰਚ ਸਭਾਵਾਂ, ਨੁਕਰਾਂ, ਸੱਥਾਂ, ਇੱਥੋਂ ਤੱਕ ਕਿ ਧਾਰਮਿਕ ਅਦਾਰਿਆਂ ਤੀਕ ਵੀ ਡੂੰਘੀ ਸੰਨ ਲੱਗ ਚੁੱਕੀ ਹੈ। ਅਗਲੇ ਪੱਕੀ ਪੈਰੀ ਸਥਾਪਿਤ ਹੋ ਚੁੱਕੇ ਨੇ। ਕੋਈ ਸਟੇਜ ਤੇ ਸਿੱਖ ਸਿਧਾਂਤ ਦੀ ਗੱਲ ਲੱਗੇ ਉਸੇ ਵੇਲੇ ਕੰਨ ਵਿੱਚ ਫੂਕ ਵੱਜ ਜਾਂਦੀ ਹੈ। ਇੰਜ ਨਾ ਆਖੋ ਭਾਵਨਾਵਾਂ ਭੜਕਦੀਆਂ। ਬਾਹਰੋਂ ਸਿੱਖੀ ਅਤੇ ਪੰਥ ਖਾਲਸੇ ਰਾਜ ਦੀ ਗੱਲ ਕਰਦਾ, ਅੰਦਰੋਂ ਕਿਸ ਕਿਸ ਨਾਲ ਆੜੀ ਭਿਆਲੀ ਪਾਈ ਬੈਠਾ ਕੋਈ ਨਹੀਂ ਜਾਣਦਾ। ਤੇ ਨਾ ਹੀ ਇਹ ਸਾਡੀ ਸਿਰਦਰਦੀ ਹੀ ਰਹੀ ਹੈ ਕਿ ਆਪਣਾ ਕੀਮਤੀ ਟਾਈਮ ਪਤਾ ਕਰਦੇ ਫਿਰੀਏ। ਬਸ ਤੋਰੀ ਫੁਲਕਾ ਸਹੀ ਸਲਾਮਤ ਚੱਲਦਾ ਰਹਿਣਾ ਚਾਹੀਦਾ ਹੈ। ਖਾਓ ਪੀਓ ਲਵੋ ਆਨੰਦ, ਭੱਟ ਚ ਪਵੇ ਪਰਮਾਨੰਦ। ਅੱਜ ਐਟੀਟਿਊਡ ਤਾਂ ਇਹੀ ਹੈ ਸਾਡੇ ਗੁਰਦੁਆਰਿਆਂ ਦੇ ਬਹੁਤ ਸਾਰੇ ਪ੍ਰਧਾਨਾਂ ਦਾ, ਸਾਡੀਆਂ ਸੰਸਥਾਵਾਂ ਦਾ। ਦੂਜਾ ਜਿਹੜੇ ਲੱਗੇ ਹੋਏ ਨੇ ਉਹਨਾਂ ਨੂੰ ਸੈਲੂਟ। ਲੇਕਿਨ ਇਹ ਜਿਹੜਾ ਹਰਪ੍ਰੀਤ ਸਿੰਘ ਜਵੰਦਾ ਨੇ ਪਿਕਚਰ ਖਿੱਚੀ ਹੈ, ਇਹ ਸਾਡੀ ਵਾਸਟ ਮੈਜੋਰਿਟੀ ਦੀ ਹੈ। ਔਰ ਜਿਵੇਂ ਉਹੀ ਗੱਲ ਬਾਰ-ਬਾਰ ਡਾਕਟਰ ਬਖਸ਼ੀਸ਼ ਸਿੰਘ ਵੀ ਜਦੋਂ ਉੱਥੇ ਪ੍ਰੈਜੈਂਟੇਸ਼ਨ ਦੇ ਰਹੇ ਸੀ ਰਿਚਮੰਡ ਹਿੱਲ 2 ਹਫ਼ਤੇ ਪਹਿਲਾਂ, ਤੇ ਉਹ ਵੀ ਉਹਨਾਂ ਨੂੰ ਆਇਆ, ਉਹ ਕਹਿਣ ਲੱਗਿਆ ਵੀ ਉਹੀ ਚਿਹਰੇ ਸਾਨੂੰ ਹਰ ਵਾਰ ਪ੍ਰੋਟੈਸਟਾਂ 'ਚ ਨਜ਼ਰ ਆਉਂਦੇ ਨੇ ਕਿ ਭਾਈ ਸਿਰਫ ਇਹਨਾਂ ਨੇ ਬਣਾਉਣਾ ਖਾਲਿਸਤਾਨ। ਵੀ ਤੁਹਾਨੂੰ ਲੱਗਦਾ ਵੀ ਤੁਸੀਂ ਕੋਠੀਆਂ ਬਣਾਉਣ ਨੂੰ ਆਏ ਹੋ? ਵੀ ਸ਼ਹੀਦਾਂ ਦੇ ਡੁੱਲੇ ਖੂਨ ਦੇ ਨਾਂ ਤੇ ਤੁਸੀਂ ਅਸਾਈਲਮਾਂ ਲਈਆਂ ਨੇ, ਇੱਥੇ ਤੁਸੀਂ ਆਏ ਹੋ, ਇਹ ਲੰਗਰ ਇਕੱਠੀ ਬਣ ਕੇ ਰਹਿ ਗਏ ਨੇ। ਸੋ ਇਹ ਜ਼ਰੂਰੀ ਹੈ ਕਿ ਇਸ ਗੱਲ ਨੂੰ ਅਸੀਂ ਸਮਝੀਏ ਕਿ ਦੁਸ਼ਮਣ ਕਿੱਥੋਂ ਤੱਕ ਪਹੁੰਚ ਚੁੱਕਾ ਹੈ। ਉਹ ਜਿਹੜੇ ਨੇ ਕਿਰਦਾਰਕੁਸ਼ੀ ਕਰਦੇ ਨੇ ਤੇ ਖੁਦ ਉਹ ਡੈਮੋਕ੍ਰੈਟ ਬਣ ਜਾਂਦੇ ਨੇ। ਉਹ ਤੁਹਾਡੇ ਗੁਰਦੁਆਰਿਆਂ ਦੇ ਵਿੱਚ ਇੰਟਰਫੀਅਰ ਕਰ ਰਹੇ ਨੇ, ਤੁਹਾਡੇ ਉਹਨਾਂ ਨੇ ਮਰਡਰ ਕਰਨੇ ਸ਼ੁਰੂ ਕਰ ਦਿੱਤੇ ਨੇ। ਪਰ ਸਾਡੇ ਕੋਲ ਆਪਣਾ ਨੈਰੇਟਿਵ ਸਿਰਜਣ ਦੇ ਲਈ ਕੋਈ ਨਹੀਂ ਹੈ। ਜੇ ਕੋਈ ਕਰਨਾ ਵੀ ਚਾਹੁੰਦਾ, ਕੋਈ ਕਰ ਵੀ ਰਿਹਾ, ਸੋ ਪਹਿਲਾ ਜ਼ੋਰ ਇਹ ਲੱਗਾ ਹੁੰਦਾ ਵੀ ਇਹਨੂੰ ਥੱਲੇ ਕਿਵੇਂ ਸੁੱਟਣਾ। ਫਿਰ ਅਖੀਰ 'ਚ ਉਹਨਾਂ ਨੇ ਕਿਹਾ ਹੁਣ ਤੇ ਅੱਗ ਬਰੂਹਾਂ ਤੀਕ ਆਣ ਅਪੜੀ, ਇੱਥੇ ਦੇ ਘੋਗਲ ਕੰਨੇ ਸਾਰੀ ਉਮਰ ਵੀ ਲੱਗੇ ਰਹਿਣ, ਨਹੀਂ ਪਤਾ ਕਰ ਸਕਦੇ ਕਿ ਕੀ ਭਾਣਾ ਵਰਤਾਇਆ ਕਿਸ ਨੇ। ਇਹ ਘੋਗਲ ਕੰਨਾ ਬਿਲਕੁਲ ਠੀਕ ਹੈ ਕਿ ਭਾਈ ਇਹ ਇੱਥੋਂ ਤੱਕ ਆ ਗਈ ਆ ਅੱਗ। ਇੱਥੋਂ ਦੇ ਘੋਗਲ ਕੰਨੇ ਸਾਰੀ ਉਮਰ ਵੀ ਲੱਗੇ ਰਹਿਣ, ਨਹੀਂ ਪਤਾ ਕਰ ਸਕਦੇ ਕਿ ਭਾਣਾ ਵਰਤਾਇਆ ਕਿਸ ਨੇ। ਪਿਆਦੇ ਵਿਸਾਤ ਵਿਛਾਈ ਜਾਂਦੀ ਹੈ ਜਿਵੇਂ ਚੌਪੜ ਦੀ ਖੇਡ ਹੁੰਦੀ ਹੈ। ਤਕਨੀਕਾਂ, ਟੈਕਨੋਲੋਜੀ, ਇਹ ਨਾ ਗੱਲ ਤੋਰੀ ਜ਼ੈਡ ਨੇ ਸਿਰੇ ਲਈ, ਅੰਦਰਲੇ 24 ਅੱਖਰ ਮਾਰਦੇ ਰਹੇ ਹੱਥ ਕੱਖੀ ਪਲਾਹੀ। ਇੰਨੇ ਨੂੰ ਅਗਲਿਆਂ ਕੁਝ ਹੋਰ ਕਰ ਦੇਣਾ ਵੀ ਅਸੀਂ ਲੱਗੇ ਹੋਏ ਹਾਂ ਗਿਣਤੀਆਂ ਮਿਣਤੀਆਂ ਇਹ ਤੋਂ ਜੀ ਤੱਕ ਕਰਨ, ਕਿਉਂਕਿ ਨਾ ਤਾਂ ਇਹ ਪਹਿਲਾ ਹੈ ਤੇ ਨਾ ਹੀ ਆਖਰੀ ਹੋਏਗਾ। ਮੂੰਹ ਨੂੰ ਲਹੂ ਜੂ ਲੱਗ ਗਿਆ, ਹਿੰਗ ਲੱਗੇ ਨਾ ਫਟਕੜੀ, ਸੇਫ ਗੇਮ। ਦੁਸ਼ਮਣ ਹੋ ਗਿਆ ਕਰ ਦਿੰਦੇ, ਆਓ ਹੱਥਾਂ ਤੇ ਹੱਥ ਰੱਖ,
ਉਹਨਾਂ ਦਾ ਅਗਲਾ ਨਿਸ਼ਾਨਾ ਡੀਕੀਏ, ਹੁਣ ਬਹਿ ਜਾਓ ਡੀਕੋ ਕੇ ਵੀ ਅਗਲਾ ਉਹਨਾਂ ਨੇ ਕਿਹਨਾਂ ਨੇ ਰਹਿਣਾ। ਫਿਰ ਕੁਝ ਪੋਸਟਾਂ, ਲੇਖ, ਟਿੱਪਣੀਆਂ ਤੇ ਖੋਤੀ ਮੁੜਕੁੜ ਉਸੇ ਬੋੜੇ, ਔਰ ਇਹ ਦੇਖ ਰਹੇ ਅਸੀਂ ਉਹੀ ਹੁੰਦਾ, ਬਹੁਤ ਵੱਡੀਆਂ ਵੱਡੀਆਂ ਗੱਲਾਂ ਹੁੰਦੀਆਂ ਨੇ, ਪਰ ਇਸ ਸਾਰੇ ਨੂੰ ਕਿਵੇਂ ਬਦਲਣਾ, ਇਹ ਸਾਰੀ ਗੇਮ ਨੂੰ ਆਪਣਾ ਨੈਰੇਟਿਵ ਕਿਵੇਂ ਸਿਰਜਣਾ ਹੈ, ਕਿਵੇਂ ਦੁਸ਼ਮਣ ਨੂੰ ਐਕਸਪੋਜ਼ ਕਰਨਾ ਹੈ, ਇਹਦੀ ਕੋਈ ਸਟ੍ਰੈਟਜੀ ਨਹੀਂ ਆ। ਹੁਣ ਠੀਕ ਹੈ, ਪਿਛਲੇ 2-3 ਦਿਨਾਂ 'ਚੋਂ ਬਹੁਤ ਸਾਰਿਆਂ ਨੇ ਕਿਹਾ ਜੀ ਸਿਆਣੇ ਲੋਕ ਸਿਰ ਜੋੜ ਕੇ ਬੈਠੋ, ਇਹ ਕਰੋ, ਪਰ ਕਿਸੇ ਨੇ ਕੁਝ ਨਹੀਂ ਕਰਨਾ ਹੈ। ਅਖੀਰ 'ਚ ਉਹਨਾਂ ਨੇ ਕਿਹਾ ਜੇ ਇਸ ਦਿਲ ਟੁੰਮਵੇਂ ਵਿਅੰਗ ਤੇ ਗੱਲ ਮੁਕਾਈ ਤੇ ਮੰਦਾ ਚੰਗਾ ਆਖੋਗੇ ਕਿ ਵੀ ਤੁਹਾਡਾ ਸਿਰਾ ਹੀ ਲਾ ਦਿੱਤਾ ਹੈ ਨਾ, ਫਿਰ ਤੁਸੀਂ ਸੋ ਇੱਕ ਨਿਮਾਣੀ ਜਿਹੀ ਬੇਨਤੀ, ਆਪਣੇ ਆਲੇ ਦੁਆਲੇ ਵਿਚਰਦੇ ਬੁੱਕਲ ਦੇ ਸੱਪ ਪਛਾਣ ਲਓ। ਬਿਲਕੁਲ ਸਾਰੇ ਤਾਂ ਨਹੀਂ, ਪਰ ਬਹੁਤਾਤ ਮਸਲੇ ਹੱਲ ਹੋ ਜਾਣਗੇ। ਜਿੱਦਨ ਝੋਟਾ ਮਰ ਗਿਆ, ਜੂਆਂ ਆਪੇ ਮਰ ਜਾਣਗੇ, ਖੁਦ ਬਖੁਦ ਮਰ ਜਾਣਗੇ। ਹੈ ਸੋ ਉਹਨਾਂ ਨੇ ਬਹੁਤ ਵਿਅੰਗਾਤਮਕ ਅੰਦਾਜ਼ ਦੇ ਵਿੱਚ ਇਹ ਸਾਰੇ ਨੂੰ ਦਿੱਤਾ। ਪਰ ਹੁਣ ਅਸੀਂ ਗੱਲ ਕਰੀਏ ਕਿ ਭਾਈ ਇੱਥੇ ਜਿਹੜੀ ਖੇਡ ਖੇਡੀ ਹੈ ਜਾਂ ਖੇਡ ਰਹੇ ਨੇ, ਔਰ ਅਸੀਂ ਇਸ ਪ੍ਰੋਗਰਾਮ 'ਚ ਇਹਨੂੰ ਓਪਨਿੰਗ ਸੈਗਮੈਂਟ 'ਚ ਇਸ ਲਈ ਵੀ ਡਿਸਕਸ ਕਰ ਰਹੇ ਹਾਂ ਕਿ ਬਹੁਤ ਵਾਰ ਜਿਨ੍ਹਾਂ ਨੂੰ ਇਸ ਕਿਸਮ ਦੀਆਂ ਕਾਲਾਂ ਆਈਆਂ ਹੁੰਦੀਆਂ ਨੇ, ਉਹ ਜਾਂ ਤਾਂ ਖੁਦ ਦੁਬਕ ਕੇ ਬੈਠ ਜਾਂਦੇ ਨੇ, ਡਰ ਕੇ ਬਹਿ ਜਾਂਦੇ ਨੇ, ਕਿਸੇ ਨੂੰ ਨਹੀਂ ਦੱਸਦੇ, ਜਾਂ ਉਹਨਾਂ ਨੂੰ ਇਹ ਪਤਾ ਨਹੀਂ ਹੁੰਦਾ ਵੀ ਕੀ ਕੀਤਾ ਜਾਏ। ਔਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਇਸ ਵੇਲੇ ਅਮਰੀਕਾ ਦੇ ਵਿੱਚ FBI ਦੀਆਂ ਹਾਈ ਫਾਈ ਟੀਮਾਂ ਨੇ ਇਹ ਇਨਵੈਸਟੀਗੇਸ਼ਨ ਖੋਲ੍ਹ ਦਿੱਤੀ ਹੈ, ਔਰ ਇਹਦਾ ਆਧਾਰ ਬਣਦਾ ਹੈ ਕਿ ਭਾਈ ਬੀਤੇ ਦਿਨ ਹੀ ਖਾਸ ਤੌਰ ਤੇ 21, 22, 23 ਉਹਨਾਂ ਤਰੀਕਾਂ ਦੇ ਵਿੱਚ ਜਦੋਂ ਕਿ ਮੋਦੀ ਇੱਥੇ ਸੀ, ਇੱਕ ਕਾਲ ਜਿਹੜੀ ਕਿ ਇੱਕ ਖਾਸ ਨੰਬਰ ਤੋਂ, ਜਿਹੜਾ ਨੰਬਰ ID ਦੇ ਉੱਤੇ ਆਂਦਾ ਸੀ, ਹੈ ਵੀ ਉਹ FBI ਦੇ ਇੱਕ ਸੈਕਸ਼ਨ ਦਾ ਡਾਲਸ ਟੈਕਸਾਸ 'ਚ ਨੰਬਰ ਸੀ, ਨਾ ਵੀ ਉਸ ਦਾ ਜਿਹੜਾ ਇੱਕੋ ਸੀ, ਉਹ ਲਾਸਟ ਨੇਮ ਨਹੀਂ ਸੀ ਦਿੰਦਾ, ਔਰ ਉਹ ਜਿਹੜਾ ਉਹ ਥ੍ਰੈਟਨਿੰਗ ਕਾਲ ਹੁੰਦੀ ਸੀ ਕਿ ਭਾਈ ਤੁਹਾਡੀ ਐਕਟੀਵਿਟੀ ਦੇ ਉੱਤੇ ਅੱਖ ਹੈ, ਤੁਹਾਡੀ ਜਾਨ ਨੂੰ ਖਤਰਾ ਹੈ, ਔਰ ਤੁਸੀਂ ਜਿਹੜਾ ਇਹ, ਔਰ ਕੋਈ ਕੰਟੈਕਟ ਨੰਬਰ ਨਹੀਂ ਔਰ ਦੂਜਾ ਨਹੀਂ। ਔਰ ਇਸ ਦੇ ਉੱਤੇ ਕਿਉਂਕਿ ਇਸ ਦੇ ਵਿੱਚ ਜਿੰਨੇ 3-4 ਤੱਕ ਤਾਂ ਸਾਡੀ ਪਹੁੰਚ ਹੋਈ, ਜਿਨ੍ਹਾਂ ਤੱਕ ਇਸ ਕਿਸਮ ਦਾ ਆਇਆ ਸੀ, ਔਰ ਜ਼ਾਹਰ ਹੈ ਕਿ ਵੀ ਹੋਰ ਵੀ ਜਿਹੜੇ ਵਿਦਨ ਦਾ ਸਿਸਟਮ ਸਿੱਖਾਂ ਨਾਲ ਹਮਦਰਦੀ ਰੱਖਦੇ ਨੇ, ਉਹਨਾਂ ਨੇ ਜਦੋਂ ਇਸ ਦੀ ਇਨਵੈਸਟੀਗੇਸ਼ਨ ਕਰਵਾਈ ਔਰ ਇਹ ਗੱਲ ਸਾਹਮਣੇ ਆਈ ਕਿ ਇਸ ਦੇ ਲਈ ਟਰਮ ਏਜੰਸੀਆਂ ਯੂਜ਼ ਕਰਦੀਆਂ ਨੇ ਸਪੂਫ ਕਾਲਸ, ਕਿ ਸਪੂਫ ਹੈ ਕਿ ਵੀ ਇਹ ਉਹਨਾਂ ਨੇ ਨੰਬਰ ਬਿਲਕੁਲ ਠੀਕ ਹੈ ਜਦੋਂ ਉਹਨਾਂ ਦੇ FBI ਹੈਡਕੁਆਟਰ ਨਾਲ ਵੀ ਉੱਥੋਂ ਹੀ, ਪਰ ਉਸ ਨਾਂ ਦਾ ਕੋਈ ਬੰਦਾ ਨਹੀਂ ਹੈ। ਔਰ ਕਦੇ ਵੀ ਇਸ ਗੱਲ ਦਾ ਮੈਨੂੰ ਵੀ ਥੋੜਾ ਬਹੁਤ ਅੰਦਾਜ਼ਾ ਸੀ ਕਿਉਂਕਿ ਇਹਨਾਂ ਦੀ ਏਜੰਸੀ ਨਾਲ ਤਾਂ 1991-92 ਤੋਂ ਹੀ ਵਾਹ ਹੈ ਕਿ ਉਹ ਜਦੋਂ ਆਉਂਦੇ ਨੇ ਉਹ ਤੁਹਾਨੂੰ ਪਹਿਲਾਂ ਕਾਲ ਕਰਕੇ ਕਦੇ ਵੀ ਉਹ ਫੋਨਾਂ ਦੇ ਉੱਤੇ ਨਹੀਂ ਕਰਦੇ, ਜਦੋਂ ਮਿਲਣਗੇ ਵੀ ਉਹ ਆਪਣਾ ਨਾਂ, ਆਪਣੀ ID, ਪਹਿਲਾਂ ਆਪਣਾ ਬੈਚ ਤੁਹਾਨੂੰ ਦਿਖਾਣਗੇ, ਉਹਨਾਂ ਦੇ ਉੱਤੇ ਪੂਰਾ ਉਹਨਾਂ ਦਾ ID ਨੰਬਰ ਹੁੰਦਾ, ਔਰ ਉਹ ਫਿਰ ਤੁਹਾਨੂੰ ਆਪਣਾ ਕੰਸਰਨ ਜਾਂ ਜੇ ਉਹ ਤੁਹਾਨੂੰ ਇਨਵੈਸਟੀਗੇਟ ਕਰ ਰਹੇ ਨੇ ਤੇ ਤੁਹਾਡੇ ਸਾਹਮਣੇ ਮੋਸਟਲੀ 2 ਬੰਦਿਆਂ ਦੀ ਉਹਨਾਂ ਦੀ ਟੀਮ ਹੁੰਦੀ ਹੈ, ਇੱਕ ਸਵਾਲ ਕਰ ਰਿਹਾ ਹੁੰਦਾ, ਇੱਕ ਤੁਹਾਡੀ ਬਾਡੀ ਲੈਂਗੁਏਜ ਦੇਖ ਰਿਹਾ ਹੁੰਦਾ, ਕਦੇ ਵੀ ਫੋਨ ਦੇ ਉੱਤੇ ਉਹ ਇਸ ਕਿਸਮ। ਸੋ ਇਹਨੇ ਇੱਕ ਕਿਸਮ ਦਾ ਜਿਹੜਾ ਇੱਕ ਡਰ ਵੀ ਪੈਦਾ ਕੀਤਾ, ਔਰ ਇਹ ਵੀ ਹੋਇਆ ਕਿ ਵੀ ਇਹ ਕੀ ਹੈ। ਹੁਣ ਬੇਸ਼ੱਕ ਹਾਲ ਦੀ ਘੜੀ ਇਹ ਇਨਵੈਸਟੀਗੇਟ ਹੋ ਰਿਹਾ ਕਿ ਇਹ ਸਪੂਫ ਕਾਲਸ ਨੇ, ਔਰ ਬਹੁਤ ਸਾਰਿਆਂ ਨੂੰ ਗਈਆਂ ਆਈਆਂ ਉਸ ਪੀਰੀਅਡ 'ਚ ਜਦੋਂ ਮੋਦੀ ਅਜੇ ਵਿਦਨ ਅਮਰੀਕਾ ਸੀ। ਸੋ ਇਸ ਸਾਰੇ ਨੂੰ ਦੇਖਦੇ ਆ ਜਿਹੜਾ ਅਸੀਂ ਇਹ ਵੀ ਕਹਿਣਾ ਚਾਹਾਂਗੇ ਕਿ ਦੇਖੋ ਇੱਥੇ ਜਦੋਂ, ਕਿਉਂਕਿ ਸਾਡਾ ਇੱਕ ਤਬਕਾ ਜਿਹੜਾ ਪੰਜਾਬ 'ਚ ਪੰਜਾਬ ਪੁਲਿਸ ਜਾਂ CID ਜਾਂ ਦੂਜਿਆਂ ਤੀਜਿਆਂ ਤੋਂ ਖੌਫਜ਼ਦਾ ਹੁੰਦਾ ਹੈ, ਬੇਈਮਾਨ, ਪੈਸੇ ਖਾਣੇ, ਦੂਜੇ ਤੀਜੇ, ਇੱਥੇ ਜਦੋਂ ਅਸੀਂ ਸਿਸਟਮ ਦੇ ਨਾਲ ਮਿਲ ਕੇ ਚੱਲਦੇ ਹਾਂ, ਕਿਉਂਕਿ ਸਾਡੀ ਲਾਈਨ ਬਿਲਕੁਲ ਕਲੀਅਰ ਹੈ, ਅਸੀਂ ਇਸ ਧਰਤੀ ਦੇ ਉੱਤੇ ਜਾਂ ਕਿਤੇ ਵੀ ਕੋਈ ਵਾਇਲੈਂਸ ਕਰਨ ਵਾਲੇ ਤਾਂ ਨਹੀਂ ਹੈ, ਔਰ ਵਿਦਨ ਸਿਸਟਮ ਜਿਹੜੇ ਸਾਡੇ ਰਾਈਟ ਨੇ ਅਮਰੀਕਨ ਸਿਟੀਜ਼ਨ ਦੇ ਨਾਤੇ ਜਾਂ ਕੈਨੇਡੀਅਨ ਸਿਟੀਜ਼ਨ ਦੇ ਨਾਤੇ ਜਾਂ ਜਿਹੜੇ ਬ੍ਰਿਟਿਸ਼, ਆਸਟ੍ਰੇਲੀਆ ਦੂਸਰੇ ਨੇ, ਲਿਆਜ਼ਨ ਕਰਨਾ ਕਮਿਟੀ ਦੇ ਨਾਲ। ਇਹਨਾਂ ਦੇ ਇੰਨੇ ਡਿਪਾਰਟਮੈਂਟ ਨੇ, ਇਹਨਾਂ ਦੀ ਤੁਸੀਂ ਪੁਲਿਸ ਤੋਂ ਸ਼ੁਰੂ ਕਰਦੇ ਹੋ, ਡਿਟੈਕਟਿਵ ਏਜੰਸੀਜ਼ ਨੇ, ਸਟੇਟ ਦੀਆਂ ਨੇ, ਫੈਡਰਲ ਨੇ, ਔਰ ਇਹਨਾਂ ਦੇ ਨਾਲ ਲਗਾਤਾਰਤਾ ਨਾਲ ਇਹਨਾਂ ਨੂੰ ਇਨਫੋਰਮ ਕਰਦੇ ਰਹਿਣਾ। ਇਹ ਸਾਰਿਆਂ ਦੀ ਪ੍ਰੋਟੈਕਸ਼ਨ ਲਈ ਵੀ ਹੈ, ਤੇ ਨਾਲ ਦੀ ਨਾਲ ਜੇ ਕੋਈ ਗੰਦੀ ਖੇਡ ਅਮਰੀਕਾ 'ਚੋਂ ਖੇਡਣਾ ਚਾਹੁੰਦੇ ਨੇ, ਜਿਹੜਾ ਕਿ ਲੱਗਦਾ ਜਿਵੇਂ ਵੀਰ ਸੁਖਵਿੰਦਰ ਸਿੰਘ ਹੋਰਾਂ ਨੇ ਵੀ ਕਿਹਾ, ਉਸ ਨੂੰ ਇਹ ਐਕਸਪੋਜ਼ ਕਰਦਾ। ਜਦੋਂ ਕੋਈ ਵੀ ਇੰਟੈਲੀਜੈਂਸ ਦਾ ਆਪਰੇਸ਼ਨ ਐਕਸਪੋਜ਼ ਹੋ ਜਾਏ ਜਾਂ ਉਹ ਸਾਹਮਣੇ ਆ ਜਾਏ, ਉਹ ਸ਼ੈਲਵ ਹੋ ਜਾਂਦਾ। ਸੋ ਅਸੀਂ
ਇਹ ਕੋਈ ਅਦਰਵਾਈਜ਼ ਨਹੀਂ ਹੈ। ਅਸੀਂ ਸਮਝਦੇ ਹਾਂ ਵੀ ਹਰ ਇੱਕ ਨੂੰ ਕੇਅਰਫੁਲ ਰਹਿਣ ਦੀ ਲੋੜ ਹੈ, ਪਰ ਇਸ ਗੱਲ ਦੇ ਉੱਤੇ ਜ਼ਰੂਰ ਜਿਹੜਾ ਹੈ ਉਹ ਧਿਆਨ ਦਿੱਤਾ ਜਾਏ ਕਿ ਬਈ ਜਿਹੜੇ ਵੀ ਜਿਨ੍ਹਾਂ ਨੂੰ ਇਸ ਕਿਸਮ ਦੀਆਂ ਕੋਈ ਕਾਲਾਂ ਵੀ ਆਈਆਂ ਨੇ ਜਾਂ ਅਦਰਵਾਈਜ਼ ਵੀ ਤੁਸੀਂ ਇਹ ਸਮਝਦੇ ਹੋ ਕਿ ਭਾਈ ਕੁਛ ਹੈ, ਤੁਸੀਂ ਆਪਣੇ ਲੋਕਲ ਜਿਹੜਾ FBI ਆਫਿਸ ਨਾਲ ਏਜੰਟ ਡੈਜ਼ਿਗਨੇਟ ਹੁੰਦੇ ਨੇ, ਤੁਸੀਂ ਆਪਣੇ ਪੁਲਿਸ ਆਫੀਸ਼ੀਅਲਸ ਨਾਲ ਔਰ ਖਾਸ ਤੌਰ ਤੇ ਗੁਰਦੁਆਰਿਆਂ ਦੀ ਸਿਕਿਉਰਿਟੀ ਦੇ ਹਵਾਲੇ ਨਾਲ ਮੈਂ ਅਕਸਰ ਪ੍ਰਬੰਧਕਾਂ ਦਾ ਹੁਣ ਜੇ ਇਸ ਪਾਸੇ ਨਹੀਂ ਧਿਆਨ ਤੇ ਕੀ ਕੀਤਾ ਜਾ ਸਕਦਾ ਹੈ, ਰਾਉਂਡ ਦਾ ਕਲੌਕ ਸਿਕਿਉਰਿਟੀ ਗਾਰਡ ਹਾਇਰ ਕਰੋ ਗੁਰਦੁਆਰਿਆਂ ਦੇ ਬਾਹਰ। ਇਸ ਗੱਲ ਨੂੰ ਯਕੀਨੀ ਬਣਾਓ ਕਿ ਵੀ ਜਿਹੜੀਆਂ ਸਾਡੀਆਂ ਗੈਦਰਿੰਗਸ ਹੁੰਦੀਆਂ ਨੇ, ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਜੇ ਕੈਲੀਫੋਰਨੀਆ ਦੀਆਂ ਏਜੰਸੀਆਂ, ਇੰਟੈਲੀਜੈਂਸ ਏਜੰਸੀਆਂ ਮੁਸਤੈਦੀ ਨਾਲ ਕੰਮ ਨਾ ਕਰਦੀਆਂ, ਜਿਵੇਂ ਉਹਨਾਂ ਨੇ 30-32 ਦੇ ਕਰੀਬ ਗੈਂਗਸਟਰ ਜਿਹੜੇ ਨੇ, ਜਿਹੜੇ ਇਹਨਾਂ ਦੇ ਬਣਾਏ ਭੇਜੇ ਹੋਏ ਨੇ, ਸਟਾਕਟਨ ਜਦੋਂ ਨਗਰ ਕੀਰਤਨ ਸੀ ਉਸ ਤੋਂ 3 ਦਿਨ ਪਹਿਲਾਂ ਉਹਨਾਂ ਨੇ ਰੇਡ ਕਰਕੇ ਚੁੱਕ ਲਏ ਸੀ, ਤੇ ਅਦਰਵਾਈਜ਼ ਉਹਨਾਂ ਨੇ ਕੋਈ ਨਾ ਕੋਈ ਜਿਹੜਾ ਵਾਰਦਾਤ ਉੱਥੇ ਕਰਨੀ ਸੀ। ਹੁਣ ਵੀ ਇਹ ਬਿਲਕੁਲ FBI ਔਰ ਦੂਸਰੀਆਂ ਵੀ ਜਿਹੜੀਆਂ ਉਹਨਾਂ ਦੀਆਂ ਸਹਿਯੋਗੀ ਏਜੰਸੀਆਂ ਨੇ ਉਹ ਬਿਲਕੁਲ ਅਲਰਟ ਨੇ। ਉਹ ਸਮਝਦੇ ਨੇ ਕਿ ਭਾਈ ਇਹ ਜਿਹੜਾ ਇਸ ਲੈਵਲ ਦਾ ਜਿਹੜਾ ਕੁਛ ਨਾ ਕੁਛ ਜਿਹੜਾ ਉਸ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਜਿੱਥੇ ਇਹ ਸਾਰਿਆਂ ਦੇ ਨਾਲ ਤਾਲਮੇਲ ਵੀ ਕਰੀਏ, ਉੱਥੇ ਇਸ ਗੱਲ ਨੂੰ ਵੀ ਯਕੀਨੀ ਬਣਾਈਏ, ਜਿਵੇਂ ਵੀਰ ਹਰਪ੍ਰੀਤ ਸਿੰਘ ਜਵੰਦਾ ਨੇ ਆਪਣੀ ਲਿਖਤ ਦੇ ਵਿੱਚ ਕਿਹਾ ਕਿ ਭਾਈ ਇੱਕ ਗੱਲ ਦਾ ਆਪਣਾ ਧਿਆਨ ਰੱਖੋ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਆਪਣੇ ਆਲੇ ਦੁਆਲੇ ਵਿਚਰਦੇ ਬੁੱਕਲ ਦੇ ਸੱਪ ਦੀ ਨੂੰ ਪਛਾਣ ਲਓ। ਸਾਰੇ ਤੇ ਨਹੀਂ, ਪਰ ਬਹੁਤਾਤ ਮਸਲੇ ਹੱਲ ਹੋ ਜਾਣਗੇ। ਝੋਟਾ ਮਰ ਗਿਆ ਤੇ ਜੂਆਂ ਆਪੇ ਮਰ ਜਾਣਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਬੜੀ ਭਰਪੂਰ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਸੋਚਦੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਇਹ ਨੰਬਰ ਤੇ ਸਾਨੂੰ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ RSS ਅਤੇ ਭਾਰਤ ਦੀ ਖੁਫੀਆ ਏਜੰਸੀ ਰਾਅ ਵੱਲੋਂ ਸਿੱਖਾਂ ਨੂੰ ਦਬਾਉਣ ਲਈ ਘਟੀਆ ਹਰਕਤਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ, ਔਰ ਡਾਇਸਪੋਰਾ ਸਿੱਖਾਂ ਵਿੱਚ ਦਹਿਸ਼ਤ ਪੈਦਾ ਕਰਨ ਲਈ ਸੌਫਟ ਟਾਰਗੇਟ ਲੱਭੇ ਜਾ ਰਹੇ ਨੇ। ਔਰ ਇਸ ਸੰਬੰਧੀ ਸਾਨੂੰ UK ਤੋਂ ਭਾਈ ਸੁਵਿੰਦਰ ਸਿੰਘ ਜੀ ਨੇ ਲਿਖਤ ਭੇਜੀ ਹੈ, ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਿਵੇਂ ਮੈਂ ਪਹਿਲਾਂ ਕਿਹਾ ਕਿ ਬੇਸ਼ੱਕ ਸਾਡੇ ਕੋਲ ਰਿਸੋਰਸ ਘੱਟ ਨੇ, ਸਾਧਨ ਬਹੁਤੇ ਨਹੀਂ, ਇਸ ਲਈ ਅਸੀਂ ਕੋਈ ਬਹੁਤੇ ਰਿਸਰਚਰ ਨਹੀਂ ਲਾਏ ਹੁੰਦੇ ਕਿ ਭਾਈ ਉਹ ਕਿਸੇ ਇਸ਼ੂ ਦੇ ਉੱਤੇ ਡੀਟੇਲ ਸਰਚ ਕਰਕੇ ਜਾਂ ਰਿਸਰਚ ਕਰਕੇ ਕੁਝ ਲਿਆਉਣ। ਪਰ ਸਾਡਾ ਵੱਡਾ ਖਜ਼ਾਨਾ ਸਾਡੇ ਵਿਊਅਰਸ ਨੇ, ਉਹਨਾਂ ਦੀ ਜਿਹੜੀ ਇਨਪੁਟ ਹੈ, ਜਿਹੜੀ ਕਿ ਉਹਨਾਂ ਨੇ ਬੜੀ ਮਿਹਨਤ ਕਰਕੇ ਔਰ ਖੁਦ ਰਿਸਰਚ ਕਰਕੇ ਜਾਂ ਖੁਦ ਇਹ ਸਾਰੀ ਸਿਚੁਏਸ਼ਨ ਨੂੰ ਸਮਝ ਕੇ ਜੋ ਉਹਨਾਂ ਨੇ ਬਣਾਇਆ ਹੁੰਦਾ ਮਸੌਦਾ, ਉਹ ਸਾਡੇ ਤੱਕ ਪਹੁੰਚਦਾ ਕਰਦੇ ਨੇ। ਅਸੀਂ ਆਪਣੇ ਇਹਨਾਂ ਸੈਗਮੈਂਟਸ ਦੇ ਵਿੱਚ ਉਹਨਾਂ ਨੂੰ ਥਾਂ ਦਿੰਦੇ ਹਾਂ। ਜਿਵੇਂ ਕੱਲ ਅਸੀਂ ਭੈਣ ਜੀ ਅਮਨਜੋਤ ਕੌਰ ਹੋਰਾਂ ਦੀ ਲਿਖਤ ਡਿਸਕਸ ਕੀਤੀ ਸੀ। ਸਾਡੇ ਕੋਲ ਭਾਈ ਸਵਿੰਦਰ ਸਿੰਘ ਥਾਂਦੀ UK ਤੋਂ ਉਹਨਾਂ ਦੀ ਲਿਖਤ ਆਈ ਹੈ, ਕਿਉਂਕਿ ਜਿਹੜਾ ਟੌਪਿਕ ਅਸੀਂ ਡਿਸਕਸ ਕਰਕੇ ਹਟੇ ਔਰ ਜਿਹੜਾ ਇਸ ਵੇਲੇ ਚੈਲੰਜ ਡਾਇਸਪੋਰਾ ਸਿੱਖਾਂ ਨੂੰ ਹੈ, ਉਸ ਦੇ ਨਾਲ ਇਹਦਾ ਸਿੱਧਾ ਸੰਬੰਧ ਹੈ, ਔਰ ਮੈਂ ਇਸ ਨੂੰ ਸ਼ੇਅਰ ਕਰਨਾ ਚਾਹਾਂਗਾ। ਔਰ ਉਹਦੇ 'ਚ ਉਹਨਾਂ ਨੇ ਤੁਹਾਨੂੰ ਔਰ ਮੈਨੂੰ ਐਡਰੈਸ ਕਰਕੇ ਫਤਿਹ ਬੁਲਾਈ ਹੈ। ਫਿਰ ਉਹਨਾਂ ਨੇ ਕਿਹਾ, ਫਸਟ ਆਫ ਆਲ ਆਈ ਵੁੱਡ ਲਾਈਕ ਟੂ ਟੇਕ ਦਿਸ ਓਪਰਚੁਨਿਟੀ to let all the team of TV84 know
that they are doing a brilliant job in being the voice of defiance and resilience against the Indian state, and time and again have unmasked its degraded propaganda to target Sikhs across the globe. उन्होंने किया So nice. TV24 ਦੀ ਤਾਰੀਫ ਕੀਤੀ ਹੈ ਕਿ ਤੁਸੀਂ ਇਹਨਾਂ ਦੇ ਮੂੰਹ ਤੋਂ ਜਿਹੜਾ ਮਖੌਟਾ ਉਹ ਲਾਂਦੇ ਹੋ ਵਕਤਨ ਵਕਤਨ ਔਰ ਡਿਫਾਈਂਸ ਔਰ resilience ਜਿਹੜਾ ਹੈ ਉਹ ਦਿਖਾਉਂਦੇ ਹੋ. It is highly condemnable of these Western so-called democracies of rolling a red carpet for a mass murderer of innocents who still has not stopped. If we look at the current scenario in Manipur and now among Sikhs abroad, monetary gains have taken over human lives and human rights, and capitalism rules over everything else. It is highly deplorable to be advocates of democracies and then practice what suits their agendas. उन्होंने अमरीका समेत ਜਿਹੜੀਆਂ यूरोपियन ਡੈਮੋਕ੍ਰੇਸੀਜ਼ ਨੇ ਉਹਨਾਂ ਨੂੰ ਜਿਹੜਾ ਉਹ ਨਿਸ਼ਾਨੇ ਤੇ ਲਿਆ. ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਲੋਕਾਂ ਦਾ ਕਾਤਲ ਹੈ, ਮਾਸ ਮਰਡਰ ਹੈ, ਇਹਨੂੰ ਇਸ ਕਿਸਮ ਦੀ ਸ਼ਾਨਾ ਵੈਲਕਮ ਦੇਣਾ. ਔਰ ਇਹ ਦੇਖਦੇ ਹਾਂ ਕਿ ਅਜੇ ਵੀ ਮਨੀਪੁਰ ਵੀ ਸੜ ਰਿਹਾ ਹੈ ਔਰ ਬਾਹਰਲੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ. ਪਰ ਜਿਹੜਾ ਅਲਟੀਮੇਟਲੀ ਡਾਲਰਾਂ ਦੀ ਖੇਡ ਹੈ ਔਰ ਹਿਊਮਨ ਰਾਈਟਸ ਔਰ ਹਿਊਮਨ ਲਾਈਵਸ ਇਹਨਾਂ ਨੂੰ ਮੈਟਰ ਨਹੀਂ ਕਰਦੀਆਂ. ਇਹ ਜਿਹੜਾ ਡੈਮੋਕ੍ਰੇਸੀ ਦੀ ਗੱਲ ਕਰਦੇ ਨੇ ਪਰ ਪ੍ਰੈਕਟਿਸ ਉਹੀ ਕਰਦੇ ਨੇ ਜੋ ਇਹਨਾਂ ਦੇ ਏਜੰਡੇ ਨੂੰ ਸੂਟ ਕਰਦਾ. Anyways, the main reason why I decided to pen this note was regarding the recent sacrifices of our Sikh soldiers who were vocal about Padshahi Dawa and sovereignty of Sikhs with establishment of Khalistan, starting with Bhai Deep Singh Sidhu and continuing till Bhai Hardeep Singh Nijjar. There will be further more sacrifices, and that is the truth, and none of us should shy away from it. Cowards will try to downplay this notion, but anyone who is close to the Gurus and their teachings know that only sacrifices will pave way for a glowing Khalistan as professed by our 10th Guru Sahib, Guru Gobind Singh Sahib Ji Maharaj. उन्होंने कहा कि भी मैं इसलिए लिख रहा कि ये जड़ियाँ ताज़ा शहादतां साडे योद्धियां दियां हो रही ने, भाई दीप सिंह सिद्धू तो शुरू होकर हरदीप सिंह निज्जर तक आने वाले पीरीयड होर भी होणगियां. असी सिख होने के नाते और साडा पातशाही दावा है, असी बहादुर हैं, डरपोक नहीं, असी इस तो पिछे नहीं हटांगे, क्योंकि अल्टीमेटली इन्हां गुरु की सोच ते पहरा दिंदियां इन्हां शहादतां दे सिर दे उत्ते ही साडा खालिस्तान निकलेगा, जिस खालिस्तान का जिहड़ा सिद्धांत और जिस दी रूपरेखा 10वें पातशाह गुरु गोबिंद सिंह साहब ने सिरजी हुई है. I was very vocal against the Indian state during farmers' protest, and that was when my Twitter account got removed. After that, I did not bother getting on Twitter after seeing what sort of nonsense was being propagated by Indian state. But I would like to share some thoughts about how the RSS IT cell functions, and hopefully you can share it amongst other organizations across the globe. What Modi and his cronies actually rely on is a tactic in boxing called rope-o-dope. It is when a boxer aims for the body but lands the blow to the head. John Travolta's Broken Arrows first 10 minutes shows how it is done. ਉਹਦੇ ਚ ਉਹਨਾਂ ਨੇ ਕਿਹਾ ਕਿ ਭਾਈ ਮੈਂ ਫਾਰਮਰਸ ਦੀ ਮੂਵਮੈਂਟ ਵੇਲੇ ਐਕਟਿਵ ਸੀ, ਪਰ ਮੇਰਾ ਟਵਿੱਟਰ ਅਕਾਊਂਟ ਬਲੌਕ ਕਰ ਦਿੱਤਾ ਗਿਆ. ਫਿਰ ਮੈਂ ਜਿਹੜਾ ਉਹਨੂੰ ਉਸ ਦੇ ਉੱਤੇ ਵਕਤ ਜ਼ਾਇਆ ਨਹੀਂ ਕਰਦਾ, ਪਰ ਮੈਂ ਇਹ ਦੱਸਣਾ ਚਾਹੁੰਦਾ ਕਿ RSS ਦਾ IT ਸੈੱਲ ਕਿਵੇਂ ਕਰਦਾ ਔਰ ਇਹ ਸਾਰੀਆਂ ਜਥੇਬੰਦੀਆਂ ਨੂੰ ਸਮਝਣ ਦੀ ਲੋੜ ਹੋਏਗੀ. ਫਿਰ ਉਹਨਾਂ ਨੇ ਜਿਹੜਾ ਜੌਨ ਟ੍ਰੈਵਲੋਟਾ ਦੇ ਬ੍ਰੋਕਨ ਐਰੋ ਦਾ ਹਵਾਲਾ ਦਿੱਤਾ ਹੈ ਕਿ ਉਹਦੇ ਪਹਿਲੇ 10 ਮਿੰਟ ਦੇਖ ਲਏ ਜਾਣ, ਔਰ ਉਹਦੇ ਚ ਉਹਨਾਂ ਨੇ ਜਿਹੜੀ ਟਰਮ ਯੂਜ਼ ਕੀਤੀ ਹੈ ਰੋਪ ਉਹ ਡੋਪ, ਕਿ ਜਿਸ ਨੂੰ ਅਸੀਂ ਕਹਿੰਦੇ ਹਾਂ ਵੀ ਕਹੀਂ ਪੇ ਨਿਗਾहें ਕਹੀਂ ਪੇ ਨਿਸ਼ਾਨਾ, ਕਿ ਵੀ ਉਹ ਤੁਹਾਨੂੰ ਜਿਹੜਾ ਬਾਕਸਰ ਹੈ ਉਹ ਲੱਗ ਰਿਹਾ ਕਿ ਤੁਹਾਡੀ ਬਾਡੀ ਨੂੰ ਪੰਚ ਕਰੇਗਾ ਪਰ ਉਹ ਤੁਹਾਡੇ ਸਿਰ ਦੇ ਉੱਤੇ ਮਾਰਦਾ. ਇਹ ਡਿਸੈਪਟਿਵ ਗੇਮ. ਫਿਰ ਉਹਨਾਂ ਨੇ ਕਿਹਾ ਵੀ ਆਹੀ RSS ਦੀ ਖੇਡ ਹੈ. ਫਿਰ ਉਹਨਾਂ ਨੇ ਐਲੈਬੋਰੇਟ ਕੀਤਾ ਹੈ ਕਿ ਵੀ ਮੋਦੀ ਨੇ 2014 ਚ ਚੋਣ ਜਿੱਤਣ ਲਈ ਕੀ ਪ੍ਰੋਪੇਗੇਟ ਕੀਤਾ ਤੇ ਔਨ ਦਾ ਗਰਾਊਂਡ ਕੀ ਕੀਤਾ. In 2014, Modi in his election campaign targeted women's security, unemployment,
and corrupt money stashed in Swiss banks to get into power, but instead gave all the PSUs to Ambani and Adani, and no one even questioned about it. कि ਜਿਹੜਾ ਪ੍ਰਚਾਰਿਆ ਗਿਆ ਕਿ ਜੀ ਔਰਤਾਂ ਉਦੋਂ ਨਿਰਭਇਆ ਕਾਂਡ ਹੋ ਕੇ ਹਟਿਆ ਸੀ, ਮਨਮੋਹਨ ਸਿੰਘ ਸਰਕਾਰ ਨੂੰ ਭੰਨਿਆ ਇਹਨਾਂ ਨੇ ਮੋਹਨ ਕਹਿ ਕੇ ਕਿ ਅਨਐਮਪਲੋਇਮੈਂਟ ਹੈ ਔਰ ਇਹਨਾਂ ਸਵਿਸ ਬੈਂਕਾਂ 'ਚ ਪਿਆ, ਹਰ ਇੱਕ ਦੇ ਅਕਾਊਂਟ 'ਚ 20-20 ਲੱਖ ਆ ਜਾਏਗਾ, ਇਹ ਕੀਤਾ। ਪਰ ਜਦੋਂ ਪਾਵਰ 'ਚ ਆਇਆ ਸਾਰਾ ਕੁਝ ਹੀ ਜਿਹੜਾ ਅੰਬਾਨੀਆਂ ਅਡਾਨੀਆਂ ਦੇ ਹਵਾਲੇ ਕਰ ਦਿੱਤਾ ਤੇ ਕੋਈ ਕੁਐਸਚਨ ਤੱਕ ਵੀ ਉਹਦੇ ਤੋਂ ਨਹੀਂ ਪੁੱਛਿਆ ਗਿਆ। ਬਿਲਕੁਲ। Then he got demonetization in 2015 to get back corrupt money, but instead filled coffers of RSS to such an extent that it became the richest organization in the world. फिर उन्हें जड़ा demonetization की 2015, लेकिन वो जड़ी उस जड़े ये होया जी नोट बंद हो गए, उन्होंने RSS के कॉफर अपने भर लए और ये कोई शक नहीं कि इस वेले RSS दुनिया की सब तो अमीर तरीन ऑर्गेनाइजेशन है, अन्ना पैसा है इन्हां दे कोल है। By 2019 everyone could see that he couldn't deliver on his promises, so they got Pulwama orchestrated to make national security a key issue, and Pakistan and everything else like women's rights, unemployment etc. took a back seat. वो 2019 सानू पता है कि भी ਇਹਦੀ ग्राफिक डिग चुकी सी, हारना सी फरवरी पुलवामा, फिर सो कॉल्ड सर्जिकल स्ट्राइक बालाकोट ते नैशनल सिक्योरिटी दे नां थल्ले उन्हें जड़ियां 300 तो वध सीटां जित्तियां। By 2020 we had farmers protest and they made Khalistan a threat to India, but kept passing legislation in parliament so that people were not even aware of what really was happening, which we saw a few days back when the inauguration of the new parliament and establishment of Hindu Rashtra. Now we have elections in 2024 and Pakistan is bankrupt and terrorism in J&K has almost died down. Now targeting diaspora Sikhs is their main aim to win elections, as there is no other issue they can win on. Inflation is sky high and so is unemployment, and no one is talking about petrol or gas prices there. The sold out media out there highlight one issue to mask 10 other issues so that people stay away from the reality. उन्होंने कहा जी 2014 च सी, 2019 च सी, 2024 च हुण इन्हां कोल कोई इशू नहीं बचिया। इन्हां ने फार्मर एजिटेशन दे वेले खालिस्तान दे मुद्दे नूं नेगेशन च कीता, लेकिन बनाई पार्लियामेंट बिल्डिंग और हिंदू राष्ट्र डिकलेयर कीता। हुण क्योंकि पाकिस्तान बैंकरप्ट है दे नेड़े है, कश्मीर च भी कोई मिलीटेंसी नहीं है, तो 2024 ਦੀਆਂ ਇਲੈਕਸ਼ਨਾਂ ਜਿੱਤਣ ਦੇ ਲਈ ਇਹਨਾਂ ਨੇ ਖਾਲਿਸਤਾਨ ਦੇ ਮੁੱਦੇ ਨੂੰ ਆਧਾਰ ਬਣਾ ਕੇ ਜੋ ਬਾਹਰ ਇਹਨਾਂ ਨੇ ਸ਼ੁਰੂ ਕੀਤਾ ਕੰਮ, ਇਸ ਨੂੰ ਉਹਨਾਂ ਨੇ ਵਰਤਣਾ ਟੂ ਦਾ ਹਿਲਟ। ਕਮਿੰਗ ਬੈਕ ਟੂ ਰੋਪ ਔਰ ਡੋਪ ਵਿਦ ਰੀਸੈਂਟ ਇਵੈਂਟਸ, ਭਾਈ ਪੰਜਵੜ, ਭਾਈ ਖੰਡਾ ਐਂਡ ਭਾਈ ਨਿੱਜਰ were targeted to make it headlines in India on all news channels, but no one is talking about Manipur anywhere कि मणिपुर सड़ रहा ਉਹਦੀ ਕੋਈ ਖਬਰ ਨਹੀਂ। ਇੱਥੇ ਜਿਹੜੀਆਂ ਨੇ ਉਹ ਹੈਡਲਾਈਨਸ ਬਣੀਆਂ ਹੋਈਆਂ ਨੇ। So called Christians in US are rolling a red carpet for him who has wiped off their churches and caused divisions amongst communities which till now were living peacefully। कि ਇੱਥੇ और ਮੈਨੂੰ ਉਦੋਂ ਵੀ ਹੈਰਾਨੀ ਹੋਈ ਕਿ ਮੋਦੀ ਦੇ ਖਿਲਾਫ ਕੋਈ ਕ੍ਰਿਸਚੀਅਨ ਆਰਗੇਨਾਈਜੇਸ਼ਨ, ਮਨੀਪੁਰੀ ਵਿਚਾਰੇ ਆਪਣੇ ਸੂਬੇ ਦੀ ਗੱਲ ਕਰ ਰਹੇ ਨੇ, ਲੇਕਿਨ ਜਿਹੜੀ ਉਹਨਾਂ ਦੇ ਚਰਚ ਬਾਕੀਆਂ ਦੇ ਉੱਤੇ ਹੋ ਰਿਹਾ ਉਹਨਾਂ ਦੀ ਵੀ ਕੋਈ ਮੇਜਰ ਆਰਗੇਨਾਈਜੇਸ਼ਨ ਕੋਈ ਨਾਮੋ ਨਿਸ਼ਾਨ ਹੀ ਨਹੀਂ ਨਜ਼ਰ ਆਇਆ। ਇਹ ਤਾਂ ਸਵਾਗਤ 'ਚ ਲੱਗੇ ਹੋਏ ਨੇ ਅਮਰੀਕਾ ਵਾਲੇ। We Sikhs residing abroad cannot become sitting ducks to pave way for his election campaign and lose even more of our aspiring soldiers। ਕਿ ਅਸੀਂ ਇੱਕ ਬਤਖਾਂ ਬਣ ਕੇ ਨਹੀਂ ਬਹਿਣਾ ਕਿ ਅਸੀਂ ਆਪਣੇ ਜਿਹੜੇ ਨੇ ਯੋਧੇ ਵੀ ਗਵਾਈਏ ਔਰ ਇਹਨਾਂ ਦੇ ਵੀ ਉਸ ਜਿਹੜਾ ਏਜੰਡੇ ਦੇ ਵਿੱਚ ਫਸੀਏ। ਔਰ what Modi has been winning on is creating divisions, and that is the last thing we as a committee can walk into and damage all the hard work which our ancestors have toiled so hard for. Diaspora Sikhs have made an outstanding image in the Western world amongst all communities, and we cannot let that be jeopardized once again by such low-level politics and propaganda. Personally, I would suggest that all diaspora Sikhs collectively think about this with wisdom and intellectualism
to break Modi's propaganda of walking over minorities to stay in power। बिल्कुल ठीक ਸਵਿੰਦਰ ਸਿੰਘ ਜੀ ਨੇ ਕਿਹਾ ਕਿ ਡਾਇਸਪੋਰਾ ਸਿੱਖ ਜਿਨ੍ਹਾਂ ਨੇ ਇੰਨੀ ਮਿਹਨਤ ਨਾਲ 100 ਸਾਲ ਤੋਂ ਜ਼ਿਆਦਾ ਅਮਰੀਕਾ ਹਰ ਥਾਂ ਆਪਣੀ ਵੈਸਟਰਨ ਵਰਲਡ ਕੋਵਿਡ-19 ਤੋਂ ਬਾਅਦ ਖਾਸ ਤੌਰ ਤੇ ਆਪਣੀ ਥਾਂ ਬਣਾਈ ਹੈ, ਅਸੀਂ ਇਹਨਾਂ ਨੂੰ ਇਸ ਦੇ ਵਿੱਚ ਕਾਮਯਾਬ ਨਾ ਹੋਣ ਦਈਏ ਜੋ ਡਰਟੀ ਖੇਡ ਖੇਡਣਾ ਚਾਹੁੰਦੇ ਨੇ। ਲਾਸਟ ਪੈਰਾਗ੍ਰਾਫ ਉਹਨਾਂ ਦਾ ਹੈ, ਆਲਸੋ a brief inception about death of General Rawat, which I learned from few sources in India, was actually orchestrated by RSS। ਜਦੋਂ ਜਨਰਲ ਰਾਵਤ ਦੀ ਡੈਥ ਹੈਲੀਕਾਪਟਰ ਐਕਸੀਡੈਂਟ 'ਚ ਹੋਈ, ਅਸੀਂ ਉਹਦੇ ਤੇ ਸੈਗਮੈਂਟ ਵੀ ਕੀਤਾ ਸੀ ਕਿ ਵੀ ਇਹ ਫਿਸ਼ੀ ਆ, ਉਹਦਾ ਮੁੜ ਕੇ ਕਦੇ ਉਹਨਾਂ ਨੇ ਨਾਂ ਵੀ ਨਹੀਂ ਲਿਆ, ਕਿਉਂਕਿ ਉਦੋਂ ਕਿ ਖਬਰਾਂ ਸੀ ਕਿ ਅਜੀਤ ਡੋਵਲ ਔਰ ਰਾਵਤ ਦੇ ਵਿੱਚ ਡਿਫਰੈਂਸਿਸ ਨੇ, ਕਿਉਂਕਿ ਇਸ ਵੇਲੇ ਸਰਕਾਰ ਤਾਂ ਇਹ ਤਿਕੜੀ ਜਿਹੜੀ ਆ ਬਲੜੀ ਮੋਦੀ ਔਰ ਅਮਿਤ ਸ਼ਾਹ ਔਰ ਇਹਨਾਂ ਦਾ ਪਿਓ ਅਜੀਤ ਡੋਵਲ ਹੈ, ਔਰ ਇਹ ਬੜਾ ਖਾਸ ਨੁਕਤਾ ਜਿਹੜਾ ਉਹਨਾਂ ਨੇ ਆਪਣੇ ਸੋਰਸਿਸ ਰਾਹੀਂ ਦਿੱਤਾ ਹੈ ਕਿ ਵੀ ਕੀ ਸੀਗਾ। The reason was during farmers' protest, a lot of soldiers from Punjab, Haryana, Rajasthan, Uttarakhand and Uttar Pradesh decided that their fathers were protesting in Delhi, and this had almost caused a mutiny within the Indian army। General Rawat upraised the government about the situation, especially Doval, the dog, of course. This led to a lot of rift within army and government ranks, and RSS, being in charge of India, decided to take the laws back, but with consequences which we all have seen and still are not immune to them। ਉਹਦੇ ਚ ਰਾਵਤ ਵੀ ਗਿਆ, ਉਹਨੇ ਕਿਹਾ ਜਾ ਕੇ ਡੋਵਲ ਨੂੰ ਕਿ ਫੌਜ ਚ ਬਗਾਵਤ ਹੋ ਜਾਣੀ ਹੈ, ਇਹ ਇਕੱਲੇ ਸਿੱਖ ਨਹੀਂ, ਸਾਰੇ ਇਹ ਸੂਬੇ ਜਿਹੜੇ ਜਾਟਾਂ ਦੇ ਔਰ ਦੂਜੇ ਨੇ ਉਹ ਵੀ ਉਹਨਾਂ ਦੇ ਪਿਓ ਔਰ ਭਰਾ ਤੇ ਜਾ ਕੇ ਉੱਥੇ ਬੈਠੇ ਹੋਏ ਨੇ, ਔਰ ਉਹਨੇ RSS ਮਜਬੂਰ ਤਾਂ ਹੋ ਗਿਆ ਕਾਨੂੰਨ ਵਾਪਸ ਲੈਣ ਤੇ, ਪਰ ਉਹਨਾਂ ਨੇ ਰਾਵਤ ਦਾ ਕੰਮ ਵੀ ਕਰ ਦਿੱਤਾ ਹੈ, ਔਰ ਸਿੱਖਾਂ ਨੂੰ ਵੀ ਉਹਨਾਂ ਨੇ ਦੇਖ ਲਿਆ ਕਿ ਭਾਈ ਜੇ ਕੋਈ ਅੜਨਾੜ ਹੈ ਤੇ ਇਹੀ ਹੈ। ਔਰ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਭਾਈ ਇਹ ਸਕ੍ਰਿਪਟ ਜਿਹੜੀ ਹੈ ਉਹ ਤਾਂ ਉਦੋਂ ਹੀ ਲਿਖਣੀ ਸ਼ੁਰੂ ਹੋ ਗਈ ਸੀ ਜਿੱਦਣ ਇਹਨਾਂ ਨੇ 3 ਖੇਤੀ ਕਾਨੂੰਨ ਵਾਪਸ ਲਏ ਸੀ ਕਿ ਵੀ ਸਿੱਖਾਂ ਨੂੰ ਸਬਕ ਕਿਵੇਂ ਸਿਖਾਣਾ। ਔਰ ਉਹਨਾਂ ਨੇ ਕਿਹਾ this might be hearsay or mere gossip, but analyzing the wider picture it does make a lot of sense, and the way they eliminated him, ਰਾਵਤ ਦਾ ਨੂੰ ਜਿਵੇਂ ਉਹਨਾਂ ਨੇ ਉਡਾਇਆ। Lastly, about gangsters targeting diaspora Sikhs, I would just highlight this, that just like how CIA funded Osama bin Laden in Afghanistan, and then within a few years he became America's #1 enemy, #1 most wanted, similar situation will unfold with NIA, and we should not be too bothered about it. It's a law of nature, and as the saying goes, as you sow so shall you reap। ਉਹਨਾਂ ਨੇ ਕਿਹਾ ਵੀ ਜਿਹੜੇ ਮਰਸਨਰੀ ਬਣਦੇ ਨੇ ਇੱਕ ਸਟੇਜ ਦੇ ਉੱਤੇ ਉਹੀ ਅਲਟੀਮੇਟਲੀ ਮੋਸਟ ਵਾਂਟਡ ਵੀ ਹੋ ਜਾਂਦੇ ਨੇ, ਕਿਉਂਕਿ ਉਹੀ ਜਿਵੇਂ ਹੁਣ ਈਵਨ ਰਸ਼ੀਆ ਦੇ ਵਿੱਚ ਜਿਹੜਾ ਮਰਸਨਰੀ ਹੁਣ ਬੈਲਾਰੂਸ ਜਾ ਕੇ ਰੁਕਿਆ, ਪੁਤਿਨ ਨੇ ਕਿਹਾ $1 ਬਿਲੀਅਨ ਦਿੱਤਾ, ਉਹ ਪੂਰੀ ਮਰਸਨਰੀਜ਼ ਦੀ ਫੌਜ ਲੈ ਕੇ ਯੂਕਰੇਨ 'ਚ ਲੜਿਆ, ਔਰ ਬਾਅਦ ਦੇ ਵਿੱਚ ਉਹਨਾਂ ਦੇ ਵਿੱਚ ਹੀ ਜਾ ਕੇ ਉਹ ਮਾਸਕੋ ਨੂੰ ਟੇਕ ਓਵਰ ਕਰਨਾ ਚਾਹੁੰਦਾ ਸੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਸਾਰੇ ਪਹਾੜੇ ਦੇ ਟੱਟੂ ਜਿਹੜੇ ਨੇ ਅਲਟੀਮੇਟਲੀ ਉਹਨਾਂ ਦੇ ਅਗੇਂਸਟ ਭੁਗਤਦੇ ਨੇ। ਸੋ ਉਹਨਾਂ ਨੇ V6 have always sown seeds of togetherness। ਵੈਸੇ ਇਹੀ ਹੈ ਕਿ ਭਾਈ ਅਸੀਂ ਵੀ ਬਾਣੀ 'ਚ ਪੜ੍ਹਦੇ ਹਾਂ ਕਿ ਜਿਹੜਾ ਕਰਮਾ ਸੰਧੜਾ ਜਿਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ, ਔਰ ਇਸੇ ਨੂੰ ਹੀ ਬਾਬਾ ਫਰੀਦ ਇੱਕ ਥਾਂ ਫਰਮਾਉਂਦੇ ਨੇ ਕਿ ਲੋੜੈ ਦਾਖ ਬਿਜੌਰੀਆਂ ਕਿੱਕਰ ਬੀਜੇ ਜੱਟ ਹੰਡਾ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਔਰ ਇਹੀ ਉਹਨਾਂ ਨੇ ਕਿਹਾ ਭਾਈ ਅਸੀਂ ਸਿੱਖ ਕੌਮ, ਅਸੀਂ ਤਾਂ ਪਿਆਰ ਦੇ ਇਕੱਠ ਦੇ ਅਮਨ ਦੇ ਬੀਜ ਬੀਜਦੇ ਹਾਂ। V6 has always sown seeds of togetherness, peace, and fruits of our labor will definitely blossom with the establishment of an independent Khalistan। Ultimately, Guru ਸਾਨੂੰ ਇਹ ਬਖਸ਼ਣਗੇ, ਇਹ ਜਿਹੜੇ ਫੁੱਲ ਖਿੜਨਗੇ, ਅਸੀਂ ਫੁੱਲ ਬੀਜਦੇ ਹਾਂ ਹਮੇਸ਼ਾ। All we as a community need to stay focused on our ambition and not get derailed by such low lives trying to cage our thought process of defiance which we have inherited from our gurus। ਕਿ ਸੋਚ ਨੂੰ ਕੈਦ ਦੇ ਪਿੰਜਰੇ 'ਚ ਨਾ ਪਾਈਏ, ਆਜ਼ਾਦ ਥਾਟ, ਡਿਫਾਇੰਸ ਔਰ ਕੌਮੀ ਕਾਰ ਖਾਲਿਸਤਾਨ। ਖਾਲਿਸਤਾਨ ਜ਼ਿੰਦਾਬਾਦ, ਲੌਂਗ ਲਿਵ ਖਾਲਿਸਤਾਨ।
ਸੋ ਵੀਰ ਸਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਾਈਟ ਹਾਊਸ ਵੱਲੋਂ ਉਹਨਾਂ ਮੋਦੀ ਭਗਤਾਂ ਨੂੰ ਖਾਸ ਤੌਰ ਤੇ ਬੀਜੇਪੀ ਏਜੰਟਾਂ ਨੂੰ ਕੰਡੈਮ ਕੀਤਾ ਗਿਆ ਹੈ ਕਿ ਜਿਨ੍ਹਾਂ ਵੱਲੋਂ ਵਾਲ ਸਟਰੀਟ ਜਰਨਲ ਦੀ ਪੱਤਰਕਾਰ ਸਬਰੀਨਾ ਸਦੀਕੀ ਨੂੰ ਸਟ੍ਰੋਲ ਕੀਤਾ ਜਾ ਰਿਹਾ। ਸੋ ਯਾਦ ਰਹੇ, ਸਬਰੀਨਾ ਸਦੀਕੀ ਨੇ ਮੋਦੀ ਨੂੰ ਭਾਰਤ ਵਿੱਚ ਮੁਸਲਮਾਨਾਂ ਅਤੇ ਹੋਰ ਘੱਟ ਗਿਣਤੀਆਂ ਨਾਲ ਕੀਤੇ ਜਾ ਰਹੇ ਮਾੜੇ ਵਰਤਾਰੇ ਸੰਬੰਧੀ ਸਵਾਲ ਪੁੱਛਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ ਅਸੀਂ ਮੋਦੀ ਦਾ 3 ਰੋਜ਼ਾ ਦੌਰਾ ਔਰ ਲੌਟ ਕੇ ਬੁੱਧੂ ਘਰ ਕੋ ਆਏ, ਉਸ ਸਾਰੇ ਨੂੰ ਐਕਸਪਲੇਨ ਕੀਤਾ ਸੀ ਕਿ ਭਾਈ ਇਹ ਬਿਲਕੁਲ ਅਮਰੀਕਨਾਂ ਨੇ ਆਪਣੇ ਅੰਦਾਜ਼ ਦੇ ਵਿੱਚ ਲੈਸਨ ਵੀ ਦੇ ਦਿੱਤਾ ਹੈ ਔਰ ਉਹਨੂੰ ਇਹ ਪਤਾ ਵੀ ਨਹੀਂ ਲੱਗਦਾ ਕਿ ਭਾਈ ਇਹ ਹਨੇਰਾ ਕਿੱਥੇ ਹੈ ਤੇ ਚਾਨਣ ਕਿੱਥੇ ਹੈ। ਜਿਵੇਂ ਪ੍ਰੈਜ਼ੀਡੈਂਟ ਓਬਾਮਾ ਨੇ ਕ੍ਰਿਸਟੀਨਾ ਅਮਨਪੋਰ ਨੂੰ CNN ਦਾ ਇੰਟਰਵਿਊ ਸਾਈਮਲਟੇਨੀਅਸਲੀ ਦੇ ਕੇ ਇਹ ਵੀ ਦੱਸ ਦਿੱਤਾ ਕਿ ਭਾਰਤ ਜਿਹੜਾ ਬੜਾ ਤੁਸੀਂ ਵਿਸ਼ਵ ਗੁਰੂ ਤੇ ਬੜਾ ਗੁੱਡਾ ਬੰਨਿਆ ਹੋਇਆ ਹੈ, ਇਹ ਤਾਂ ਟੁੱਟਣ ਵੱਲ ਵੱਧ ਰਿਹਾ ਹੈ, ਇਹਦੀ ਬਾਲਕਨਾਈਜੇਸ਼ਨ ਹੋਣ ਜਾ ਰਹੀ ਹੈ। ਔਰ ਈਵਨ ਓਬਾਮਾ ਨੇ ਹਿੰਦੂ ਇੰਡੀਆ ਮੁਸਲਿਮ ਇੰਡੀਆ ਦੀ ਗੱਲ, ਵਿਦ ਇਨ ਇੰਡੀਆ ਜੋ ਬਣਿਆ ਹੋਇਆ ਹਾਲਾਤ ਉਹਨਾਂ ਦੀ ਗੱਲ ਕੀਤੀ ਹੈ। ਔਰ ਉਹੀ ਪਾਰਟ ਜਦੋਂ ਹੁਣ ਅਸੀਂ ਡਿਸਕਸ ਕਰਾਂਗੇ ਕਿ ਉਹਨਾਂ ਦੇ ਲਾਅ ਕਮਿਸ਼ਨ ਨੇ ਜਸਟੀਫਾਈ ਕੀਤਾ ਜੀ ਸੈਡੀਸ਼ਨ ਲਾਅ ਰਹਿਣਾ ਚਾਹੀਦਾ ਹੈ, ਤੇ ਉਹ ਇਹ ਕਹਿੰਦੇ ਨੇ ਕਿ ਫਰੋਮ ਕਸ਼ਮੀਰ ਟੂ ਕੇਰਲਾ ਇੰਡੀਆ ਦੀ ਸਿਚੁਏਸ਼ਨ ਐਸੀ ਹੈ ਕਿ ਇਹ ਲਾਅ ਰਹਿਣਾ ਚਾਹੀਦਾ ਦੇਸ਼ ਧਰੋਹ ਦਾ। ਸੋ ਮਤਲਬ ਇਹ ਹੈ ਕਿ ਜਿਹੜੀ ਗੱਲ ਓਬਾਮਾ ਨੇ ਕਹੀ ਉਹ ਖੁਦ ਵੀ ਐਡਮਿਟ ਕਰ ਰਹੇ ਨੇ। ਲੇਕਿਨ ਕਿਵੇਂ ਇਹਨਾਂ ਨੂੰ ਤਕਲੀਫ ਹੋਈ ਓਬਾਮਾ ਦੀ ਗੱਲ ਨੂੰ ਲੈ ਕੇ, ਪਹਿਲਾਂ ਤਾਂ ਅਸਾਮ ਦੇ ਚੀਫ ਮਿਨਿਸਟਰ ਨੇ ਉਹਨੂੰ ਹੁਸੈਨ ਕਹਿ ਕੇ ਉਹਨੇ ਕਿਹਾ ਜੀ ਇਦਾਂ ਦੇ ਹੁਸੈਨ ਸਾਡੇ ਇੱਥੇ ਪਹਿਲਾਂ ਇਹਨਾਂ ਨਾਲ ਨਿਬੜ ਲਈਏ ਫਿਰ ਅਸੀਂ ਵਾਸ਼ਿੰਗਟਨ ਜਾਵਾਂਗੇ। ਹੁਣ ਅਸਾਮ ਨਾਰਥ ਈਸਟ ਦੇ ਵਿੱਚ ਜੇ ਰੀਅਲ ਕੋਈ ਕਿਸੇ ਨੂੰ ਪਾਵਰ ਇਹਨਾਂ ਨੇ ਦਿੱਤੀ ਹੋਈ ਹੈ ਉਹ ਪ੍ਰਾਈਮ ਮਿਨਿਸਟਰ ਹੀ ਹੈ ਨਾਰਥ ਈਸਟ ਦਾ, ਬਿਸਵਾ, ਜਿਹਦਾ ਇਹ ਬਿਆਨ ਹੈ। ਫਿਰ ਗੱਲ ਕੱਲੇ ਇੱਥੇ ਨਹੀਂ ਮੁੱਕੀ, ਉਹਨਾਂ ਦੀ ਫਾਈਨੈਂਸ ਮਿਨਿਸਟਰ ਸੀਤਾਰਮਨ ਉਹਨੇ ਬੀਜੇਪੀ ਦੇ ਆਫਿਸ ਜਾ ਕੇ ਪ੍ਰੈਸ ਕਾਨਫਰੰਸ ਕਰਕੇ ਉਹਦੇ 'ਚ ਉਹਨੇ ਜਿਹੜਾ ਉਹ ਕਿਹਾ, ਉਹਨੇ ਕਿਹਾ ਜੀ ਜਿਹੜੇ ਓਬਾਮਾ ਨੇ 6 ਮੁਸਲਿਮ ਮੁਲਕਾਂ ਦੇ ਉੱਤੇ ਬੰਬ ਸੁੱਟੇ ਸੀ ਉਦੋਂ ਉਹ ਮੁਸਲਮਾਨ ਕਿੱਥੇ ਸੀ? ਹਾਲਾਂ ਉਹ ਵੀ ਗਲਤ ਫਿਗਰ, ਉਹਦੇ 'ਚ 6 ਮੁਲਕਾਂ 'ਚ ਮੈਂ ਦੇਖਿਆ ਸਾਊਦੀ ਅਰੇਬੀਆ ਵੀ ਸੀ। ਅਮਰੀਕਾ ਨੇ ਕਦੋਂ ਸਾਊਦੀ ਅਰੇਬੀਆ ਦੇ ਸੁੱਟੇ ਵੀ ਬੰਬ। ਲੇਕਿਨ ਇਹ ਉਹਦੀ ਹਿਟਰੇਡ ਦੱਸ ਰਿਹਾ ਸੀ। ਔਰ ਫਿਰ ਜਿਹੜੇ ਟਰੋਲਰ ਨੇ ਜਿਹੜੇ ਕੱਲ ਤੱਕ ਮੋਦੀ ਦਾ ਯਾਰ ਓਬਾਮਾ, ਔਰ ਮੋਦੀ ਵੀ ਕਹਿ ਰਿਹਾ ਮੇਰੀ ਤਾਂ ਤੂੰ ਤੜਕ ਯਾਰੀ ਸੀ, ਅਕਸ਼ੇ ਕੁਮਾਰ ਨੂੰ ਜਿਹੜਾ ਉਹਨੇ ਇੰਟਰਵਿਊ ਉਹਨੇ ਕਿਹਾ ਮੈਂ ਤਾਂ ਓਬਾਮਾ ਸੀ ਤੂੰ ਤੜਕ ਕਰਤਾ ਥਾ, ਤੇ ਉਹਨਾਂ ਨੂੰ ਉਹ ਜਿਹੜੀ ਸਾਰੀ ਤਕਲੀਫ ਹੋਈ। ਲੇਕਿਨ ਇੱਕ ਪਾਸਾ ਤਾਂ ਜਿਹੜਾ ਉਹਨਾਂ ਦਾ ਬੀਜੇਪੀ ਦਾ ਔਰ IT ਦਾ ਇਹ ਸਾਰੇ ਜਿਹੜੇ ਪੇਡ ਨੇ ਉਹ ਓਬਾਮਾ ਨੂੰ ਜਿਹੜਾ ਡੈਨੀਗ੍ਰੇਟ ਕਰਨ ਤੇ ਲੱਗ ਗਿਆ। ਹਾਲਾਂ ਮੈਂ ਦੇਖ ਰਿਹਾ ਸੀ ਵੀ ਮੋਦੀ ਦੇ ਅੱਧਿਓਂ ਜ਼ਿਆਦਾ ਜਾਲੀ ਅਕਾਊਂਟ ਹੋਣੇ ਨੇ ਟਵਿੱਟਰ ਤੇ, ਇਹਨੂੰ ਸ਼ਾਇਦ 9 ਕਰੋੜ ਲੋਕ ਫੋਲੋ ਕਰਦੇ ਨੇ, ਉਹਨੂੰ 13 ਕਰੋੜ ਕਰਦੇ ਨੇ ਓਬਾਮਾ ਨੂੰ। ਸੋ ਇਹਦਾ ਮੁਕਾਬਲਾ ਹੀ ਕੀ ਹੈ? ਤਾਂ ਜਿਹੜਾ ਬਿਲਕੁਲ ਇੱਕ
ਜਿਹਨੂੰ ਖੜਾ ਕੀਤਾ ਹੋਇਆ ਇੱਕ ਨਾਰਸਿਸਿਸਟ ਨੂੰ, ਔਰ ਇਹ ਤਾਂ ਇਤਿਹਾਸ ਦੇ ਘੱਟੇ 'ਚ ਗਵਾਚੇਗਾ ਹੀ ਗਵਾਚੇਗਾ। ਲੇਕਿਨ ਇਸ ਨੇ ਜਿਹੜੇ ਓਬਾਮਾ ਔਰ ਦੂਸਰੇ ਅਫਰੀਕਨ ਅਮਰੀਕਨ ਜਿਹੜੇ ਕਿਸੇ ਸਟੇਜ ਦੇ ਉੱਤੇ, ਮਾਰਟਨ ਲੂਥਰ ਕਿੰਗ ਕਿਉਂਕਿ ਜੀ ਗਾਂਧੀ ਤੋਂ ਇਨਸਪਾਇਰ ਸੀ, ਗਾਂਧੀ ਤੇ ਉਹਨੂੰ ਜੋੜ ਦਿੰਦੇ ਸੀ, ਉਹਨਾਂ ਨੂੰ ਵੀ ਸਮਝ ਆ ਗਈ ਕਿ ਬਈ ਇਹ ਹਿੰਦੂਤਵ ਵਾਲੇ ਕੀ ਨੇ। ਜੀ ਹੁਣ ਓਬਾਮਾ ਨੂੰ ਜੇ ਚੈਲੰਜ ਇਸ ਲੈਵਲ ਦੇ ਉੱਤੇ ਉਹਨਾਂ ਦੇ ਆਫੀਸ਼ੀਅਲ ਫਾਈਨੈਂਸ ਮਿਨਿਸਟਰ ਔਰ ਈਵਨ ਰਾਜਨਾਥ ਸਿੰਘ ਡਿਫੈਂਸ ਮਿਨਿਸਟਰ ਨੇ ਵੀ ਇਸ ਕਿਸਮ ਦਾ ਜਿਹੜਾ ਕੋਈ ਬਿਆਨਬਾਜ਼ੀ ਕੀਤੀ ਹੈ, ਲੇਕਿਨ ਇਹ ਵੀ ਉਹਨਾਂ ਨੇ ਆਪਣੇ ਆਪ ਨੂੰ ਡਿਸਐਸੋਸੀਏਟ ਕਰ ਲਿਆ। ਜੇ ਉਹੀ ਸੀਤਾਰਮਨ ਜਾਂ ਐਸ ਜੈ ਸ਼ੰਕਰ ਆਪਣੇ ਪ੍ਰਾਈਮ ਮਿਨਿਸਟਰ ਆਫਿਸ ਜਦੋਂ ਬੀਜੇਪੀ ਦਫ਼ਤਰ ਜੋ ਤੇ ਪਾਰਟੀ ਦੀ ਸਟੇਟਮੈਂਟ ਕਹੇ ਜੇ ਅਸੀਂ ਕਿਹੜਾ ਅਫੀਸ਼ੀਅਲੀ ਦਿੱਤਾ, ਲੇਕਿਨ ਜਿਹਨੂੰ ਸਭ ਤੋਂ ਜ਼ਿਆਦਾ ਜਿਸ ਨੂੰ ਟ੍ਰੋਲ ਕੀਤਾ ਗਿਆ, ਉਹਨੂੰ ਪਾਕਿਸਤਾਨੀ ਬਣਾਇਆ ਗਿਆ, ਉਹ ਸਬਰੀਨਾ ਸਿੱਦੀਕੀ। ਹੁਣ ਇਹ ਸਬਰੀਨਾ ਸਿੱਦੀਕੀ ਉਹ ਬੀਬੀ ਹੈ ਵਾਲ ਸਟਰੀਟ ਜਰਨਲ ਦੀ। ਇਹਨਾਂ ਨੇ ਇੰਡੀਆ ਨੇ ਪੂਰਾ 9 ਸਾਲ ਬਾਅਦ ਮੋਦੀ ਬੋਲਿਆ ਕਿਤੇ ਉਦੋਂ ਪ੍ਰੈਸ ਕਾਨਫਰੰਸ ਹੀ ਨਹੀਂ ਕਰਦਾ, ਉਹ ਵੀ ਰੈਸਟ੍ਰਿਕਟ ਕੀਤਾ ਕਿ 2 ਸਵਾਲ ਲਏਗਾ। ਉਹ ਵੀ ਇਹ ਕਿ ਸਿਰਫ ਇੱਕ ਜਿਹੜਾ ਹੈ ਉਹ ਬਾਹਰਲੇ ਵੱਲੋਂ ਹੋਏਗਾ, ਇੱਕ ਤਾਂ ਆਪਣੇ ਵੱਲੋਂ ਹੋਏਗਾ। ਉਹ ਬਾਹਰਲੇ ਜਦੋਂ ਉਹਨੇ ਕਿਸੇ ਨੇ ਵੀ ਪੁੱਛਣਾ ਸੀ ਵੀ ਇਸ ਵੇਲੇ ਇੰਡੀਆ 'ਚ ਕੀ ਚੱਲ ਰਿਹਾ ਹੈ, ਮੁਸਲਮਾਨਾਂ ਨਾਲ ਕੀ ਹੋ ਰਿਹਾ, ਬਾਕੀ ਮਾਈਨੋਰਿਟੀ ਨਾਲ ਕੀ ਹੋ ਰਿਹਾ, ਔਰ ਮੋਦੀ ਨੇ ਤਾਂ ਉਹ ਸਵਾਲ ਚਨਾ ਜਵਾਬ ਗੰਧਮ ਉਸ ਕਿਸਮ ਦਾ ਕੰਮ ਕੀਤਾ। ਲੇਕਿਨ ਜਿਵੇਂ ਸਬਰੀਨਾ ਸਿੱਦੀਕੀ ਦੀ ਟ੍ਰੋਲਿੰਗ, ਉਸ ਦੇ ਨਾਲ ਨੈਗੇਟਿਵਿਟੀ ਉਸ ਦੀ, ਕਿਉਂਕਿ ਉਹ ਭਾਰਤੀ ਮੂਲ ਦੀ ਹੈ, ਉਹਦੇ ਫਾਦਰ ਜਾਂ ਮਦਰ ਜਿਹੜੇ ਨੇ ਉਹ ਪਾਕਿਸਤਾਨੀ ਮੂਲ ਦੇ ਨੇ, ਸੋ ਉਸ ਨੂੰ ਜੋੜ ਕੇ ਇਹਨੂੰ ਪਾਕਿਸਤਾਨ ਦੀ ਏਜੰਟ ਦੂਜੇ ਤੀਜੇ ਉਹ ਆਪਣੀਆਂ ਟੀ-ਸ਼ਰਟਾਂ ਵਾਲੀਆਂ ਫੋਟੋਆਂ ਵੀ ਪੋਸਟ ਕਰ ਰਹੀ ਹੈ 2002 ਜਾਂ 3 ਦੀਆਂ ਕਿ ਜੀ ਮੈਂ ਕਿਵੇਂ ਇੰਡੀਅਨ ਕ੍ਰਿਕਟ ਟੀਮ ਦੀ ਜਿੱਤ ਦੇ ਲਈ ਸੀ, ਇੱਥੇ ਉੱਥੇ ਸੀ। ਪਰ ਮੈਂ ਜਦੋਂ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਅਮਰੀਕਨਾਂ ਦਾ ਇੱਕ ਆਪਣਾ ਅੰਦਾਜ਼ ਹੁੰਦਾ ਹੈ ਗੱਲ ਕਰਨ ਦਾ। ਅੱਛਾ, ਇਹ ਇਸ ਲੈਵਲ ਦੇ ਉੱਤੇ ਜਦੋਂ ਗੱਲ ਉਹਨਾਂ ਨੇ ਇੰਡੀਆ ਨੇ ਆਪਣੀ ਕਰਤੂਤ ਪਹੁੰਚਾ ਦਿੱਤੀ ਤੇ ਅੱਜ ਮੇਨ ਖਬਰ ਇਹਨਾਂ ਦੀਆਂ ਨਿਊਜ਼ ਏਜੰਸੀਆਂ ਨੇ, ਬਾਕੀ ਤਾਂ ਅਮਰੀਕਨ ਮੀਡੀਆ ਨੇ ਤਾਂ ਉਹਨੂੰ ਚੁੱਕਿਆ ਹੀ ਚੁੱਕਿਆ। ਵਾਸ਼ਿੰਗਟਨ ਪੋਸਟ ਨੇ ਕਿਹਾ ਸੀ ਕਿ ਬਈ ਕਿਵੇਂ ਟ੍ਰੋਲਿੰਗ ਹੋ ਰਹੀ ਹੈ ਓਬਾਮਾ ਦੀ ਔਰ ਇਹ ਕਿਸ ਕਿਸਮ ਦੀ ਫਰੀडम ਆਫ ਪ੍ਰੈਸ ਹੈ। ਔਰ ਅੱਜ ਦਾ ਹਿੰਦੂ ਦੀ ਮੇਨ ਖਬਰ ਹੈ, ਵਾਈਟ ਹਾਊਸ ਕੰਡੈਮਸ ਹਰਾਸਮੈਂਟ ਆਫ ਜਰਨਲਿਸਟ ਹੂ ਆਸਕਡ ਪੀਐਮ ਮੋਦੀ ਅ ਕੁਐਸਚਨ। ਉਹਨੇ ਕਿਹਾ ਜੀ ਕਿ ਵਾਈਟ ਹਾਊਸ ਨੇ ਇਸ ਨੂੰ ਸਟਰੋਂਗਲੀ ਕੰਡੈਮ ਕੀਤਾ ਔਰ ਇਸ ਦੇ ਉੱਤੇ ਉਹਨਾਂ ਨੇ ਪੂਰੀ ਉਹਨਾਂ ਦੀ ਸਪੋਕਸਪਰਸਨ ਨੇ ਕਿਹਾ ਮਿਸਟਰ ਕਿਰਬੀ, ਇਟ ਇਜ਼ ਅਨਐਕਸੈਪਟੇਬਲ ਐਂਡ ਵੀ ਐਬਸੋਲੂਟਲੀ ਕੰਡੈਮ ਐਨੀ ਹਰਾਸਮੈਂਟ ਆਫ ਜਰਨਲਿਸਟ ਐਨੀਵੇਅਰ ਅੰਡਰ ਐਨੀ ਸਰਕਮਸਟੈਂਸ। ਬੜੀ ਸਟਰੋਂਗ ਸਟੇਟਮੈਂਟ ਹੈ ਵੀ ਕੰਡੈਮਨੇਬਲ ਹੈ, ਅਸੀਂ ਕਿਤੇ ਵੀ ਕਿਸੇ ਹਾਲਾਤ 'ਚ ਵੀ। ਮਿਸਟਰ ਕਿਰਬੀ ਸੈਡ ਐਡਿੰਗ that it was anti-ethical to the very principle of democracy that were on display last week during the state visit। कि भाई वो state visit ਦੇ ਦੌਰਾਨ ਉਹਦਾ ਸਵਾਲ ਪੁੱਛਣਾ ਉਹਦਾ ਪ੍ਰੋਫੈਸ਼ਨ ਹੈ ਔਰ ਉਸ ਦੇ ਉੱਤੇ ਇਸ ਕਿਸਮ ਦੀ ਗੱਲ ਕਰਨੀ, ਔਰ ਇਹ ਜਿਹੜਾ ਬਿਲਕੁਲ ਕੰਡੈਮਨੇਬਲ ਹੈ। ਔਰ ਇਹ ਸਾਰੇ ਦੇ ਉੱਤੇ ਜਿਹੜਾ ਫਿਰ ਬਹੁਤ ਸਾਰਿਆਂ ਨੇ ਹੋਰ ਵੀ ਉਹਨਾਂ ਦੀ ਵਾਈਟ ਹਾਊਸ ਪ੍ਰੈਸ ਸੈਕਟਰੀ ਕੈਰੀਨ ਜੀਨ ਪੀਰੇ ਰੀਟਰੇਟਡ ਉਹੀ ਮੈਸੇਜ ਅੱਗੋਂ ਜਿਹੜਾ ਮਿਸਟਰ ਕਿਰਬੀ ਨੇ ਦਿੱਤਾ ਸੀ। ਔਰ ਇਹ ਸਬਰੀਨਾ ਸਿੱਦੀਕੀ ਨੇ ਵੀ ਕਿਹਾ ਕਿ ਭਾਈ ਮੇਰੀ ਪਰਸਨਲ ਬੈਕਗਰਾਉਂਡ ਨੂੰ ਤੁਸੀਂ ਇਸ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹੋ। ਇਹ ਸਮਟਾਈਮਸ ਆਈਡੈਂਟੀਟੀਜ਼ ਆਰ ਮੋਰ ਕੰਪਲੈਕਸ ਦੈਨ ਦੇ ਸੀਮ। ਔਰ ਇਹ ਜਦੋਂ ਜੀਨ ਪੈਰੀਨ ਨੂੰ ਜਿਹੜੀ ਉਹਨਾਂ ਦੀ ਸਪੋਕਸਪਰਸਨ ਹੈ ਕਿ ਵੀ ਕੀ ਜਿਹੜਾ ਉਹਨੂੰ ਪੁੱਛਿਆ ਗਿਆ ਸਵਾਲ ਕਿ ਜਿਹੜਾ ਮੋਦੀ ਨੇ ਜਵਾਬ ਦਿੱਤਾ ਸਬਰੀਨਾ ਸਿੱਦੀਕੀ ਦੇ ਸਵਾਲ ਦੇ ਜਵਾਬ 'ਚ ਕੀ ਬਾਈਡਨ ਉਹਦੇ ਨਾਲ ਸਹਿਮਤ ਹੈ, ਵਾਸ ਆਸਕਡ ਇਫ ਮਿਸਟਰ ਬਾਈਡਨ ਹੈਡ ਐਕਸੈਪਟਡ ਮਿਸਟਰ ਮੋਦੀਜ਼ ਆਨਸਰ ਟੂ ਦਾ ਕੁਐਸਚਨ ਔਨ ਰਾਈਟਸ ਇਨ ਇੰਡੀਆ, ਤੇ ਉਹਦੇ 'ਚ ਉਹਨੇ ਜਵਾਬ ਦਿੱਤਾ ਆਈ ਥਿੰਕ ਇਟ ਇਜ਼ ਫॉर द ਪ੍ਰਾਈਮ ਮਿਨਿਸਟਰ ਟੂ ਆਨਸਰ ਐਂਡ ਫॉर all you to critique or write about it, I am not going to discuss that from here, she said। ਹੁਣ ਇਸ ਦਾ ਮਤਲਬ ਇਹ ਹੈ ਕਿ ਇਹ ਜਿੰਨਾ ਜਲੂਸ ਇਹਨਾਂ ਦਾ ਨਿਕਲ ਸਕਦਾ ਸੀ ਨਿਕਲਿਆ। ਵਾਈਟ ਹਾਊਸ ਦਾ ਇਸ ਲੈਵਲ ਦੇ ਉੱਤੇ ਆ ਕੇ ਕੰਡੈਮ ਕਰਨਾ, ਇਹ ਉਹਨੂੰ ਮੈਸੇਜ ਦੇ ਦਿੱਤਾ ਉਹਨਾਂ ਨੇ ਕਿ ਭਾਈ ਅਸੀਂ ਆਪਣੇ ਮੁਲਕ ਦੀ ਆਜ਼ਾਦ ਜਿਹੜੀ ਜਰਨਲਿਸਟ ਹੈ ਉਹਦੇ ਨਾਲ ਖੜੇ ਹਾਂ, ਉਸ ਮੋਦੀ ਦੇ ਨਾਲ ਨਹੀਂ। ਔਰ ਇਹ ਸਾਰੇ ਦੇ ਉੱਤੇ ਕਿਵੇਂ ਖਬਰਾਂ ਮੇਨ ਮੀਡੀਆ ਉੱਥੇ ਕਿਲ ਕਰਦਾ ਹੈ, ਕ੍ਰਸ਼ ਕਰਦਾ ਹੈ। ਸਾਡੇ ਇੱਕ ਵਿਊਅਰ ਨੇ ਆਜ਼ਾਦ _ ਸਿੰਘ ਦੀ ਆਈਡੀ ਤੋਂ ਕੱਲ ਲਿਖਿਆ ਸੀ ਕਿ ਅਸੀਂ ਕੱਲ ਕਿਹਾ ਸੀ ਕਿ ਵੀ ਜਿਹੜਾ ਸਿੱਖਾਂ ਦਾ ਪ੍ਰੋਟੈਸਟ ਸੀ ਮੁੱਖ ਧਾਰਾ ਨੇ ਤਾਂ ਇਗਨੋਰ ਕਰਨਾ ਸੀ, ਗੋਦੀ ਮੀਡੀਆ ਨੇ ਤਾਂ
ਹਾਲਾਂ ਗਾਲਾਂ ਖਾਂਦੇ ਗਏ ਸਿੱਖਾਂ ਤੋਂ ਸਾਹਮਣੇ ਉਹਦੀ ਲੰਘ ਰਹੇ ਸੀ ਔਰ ਲੇਕਿਨ ਈਵਨ ਜਿਹੜੇ ਉੱਥੇ ਬਣੇ ਹੋਏ ਨੇ ਜਿਹੜੇ ਦੂਜਿਆਂ ਨੂੰ ਗੋਦੀ ਮੀਡੀਆ ਕਹਿੰਦੇ ਨੇ ਆਜ਼ਾਦ ਪੱਤਰਕਾਰੀ ਉਹਨਾਂ ਨੇ ਵੀ ਉਸ ਖਬਰ ਨੂੰ ਨਹੀਂ ਚੁੱਕਿਆ ਔਰ ਇਹਦੇ ਤੇ ਹੀ ਆਜ਼ਾਦ ਦੀ ਆਈਡੀ ਤੋਂ ਉਹਨਾਂ ਨੇ ਸਿੰਘ ਸਾਹਿਬ ਨੇ ਕਿਹਾ ਡਾਕਟਰ ਸਾਹਿਬ before I saw today's Sacho Sach, I had already posted this question on YouTube pages of some famous so-called liberal unbiased YouTubers who have lakhs of subscribers like Akash Banerjee, Sakshi Joshi, News Laundry, ਇਹਨਾਂ ਦੇ ਬਹੁਤ millions of followers ਨੇ ਉਹਨਾਂ ਨੇ ਕਿਹਾ ਜੀ ਮੈਂ ਇਹ ਪੁੱਛਿਆ ਸੀ ਵੀ ਸਿੱਖਾਂ ਦਾ ਪ੍ਰੋਟੈਸਟ ਤੁਸੀਂ ਕਿਉਂ ਕਵਰ ਨਹੀਂ ਕੀਤਾ ਜਾਂ ਉਹਨੂੰ ਕਿਉਂ ਇਗਨੋਰ ਕੀਤਾ ਔਰ ਉਹਨਾਂ ਨੇ ਕਿਹਾ ਵੀ ਮੈਂ ਪੋਸਟ ਕੀਤਾ ਸੀ ਵਾਈ ਐਂਟੀ ਮੋਦੀ ਪ੍ਰੋਟੈਸਟ ਬਾਈ ਸਿੱਖਸ ਇਨ ਫਰੰਟ ਆਫ ਵਾਈਟ ਹਾਊਸ ਵਾਜ਼ ਨਾਟ ਕਵਰਡ ਔਰ ਈਵਨ ਮੈਂਸ਼ਨਡ ਬਾਈ them but got no answer ਕਿਸੇ ਨੇ ਕੋਈ ਜਵਾਬ instead I got some trolling. This shows that so far Sikhs are concerned all of them have the same mindset towards us. ਉਹਨਾਂ ਨੇ ਕਿਹਾ ਵੀ ਮੇਰਾ ਜਵਾਬ ਤਾਂ ਉਹਨਾਂ ਨੇ ਕੀ ਦੇਣਾ ਸੀ ਮੈਨੂੰ ਟ੍ਰੋਲ ਕਰਨਾ ਸ਼ੁਰੂ ਕਰਤਾ ਉਹਨਾਂ ਨੇ ਕਿਹਾ ਵੀ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕੋਈ ਹਿੰਦੂ ਤਵੀ ਹੈ ਕੋਈ ਸੈਕੂਲਰ ਬਾਣੇ ਥੱਲੇ ਹੈ ਕੋਈ ਕਿਹੜਾ ਹੈ ਕੋਈ ਕੀ ਲੈਵਲ ਆਇਆ ਹੈ ਜਿੱਥੇ ਸਿੱਖਾਂ ਦਾ ਮਾਮਲਾ ਆਉਂਦਾ ਹੈ ਉੱਥੇ ਸਾਰਿਆਂ ਦੇ ਅੰਦਰ ਹੀ ਐਂਟਾਈ ਸਿੱਖ ਮਟੀਰੀਅਲ ਭਰਿਆ ਹੋਇਆ ਇਹ ਇਸ ਗੱਲ ਦੀ ਸਮਝ ਸਾਡੇ ਲੋਕਾਂ ਨੂੰ ਕਦੋਂ ਆਏ ਬਿਲਕੁਲ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ ਜੋ ਵਾਪਰਦਾ ਹੈ ਉਹ ਦਿਸਦਾ ਹੈ ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੰਡੀਅਨ ਸਟੇਟ ਵੱਲੋਂ ਬ੍ਰਿਟਿਸ਼ ਰਾਜ ਦੇ ਵੇਲੇ ਦਾ ਜਿਹੜੇ ਦੇਸ਼ ਧਰੋਹ ਦਾ ਕਾਨੂੰਨ ਜਾਰੀ ਰੱਖਣ ਦੀ ਦਲੀਲ ਜਿਹੜੀ ਹੈ ਦਿੱਤੀ ਜਾ ਰਹੀ ਹੈ ਔਰ ਭਾਰਤ ਦਾ ਕਹਿਣਾ ਹੈ ਕਿ ਕਸ਼ਮੀਰ ਤੋਂ ਕੇਰਲਾ ਤੱਕ ਭਾਰਤ ਦੀ ਸਥਿਤੀ ਬੜੀ ਵਿਸਫੋਟਿਕ ਹੈ ਇਸ ਲਈ ਇਹ ਕਾਨੂੰਨ ਜਿਹੜਾ ਰਹਿਣਾ ਚਾਹੀਦਾ ਹੈ। ਸੋ ਇਹੀ ਗੱਲ ਤਾਂ ਪ੍ਰੈਜ਼ੀਡੈਂਟ ਓਬਾਮਾ ਨੇ ਕਹੀ ਹੈ ਕਿ ਭਾਰਤ ਆਪਣੀਆਂ ਫਿਰਕੂ ਨੀਤੀਆਂ ਕਰਕੇ ਟੁੱਟਣ ਵੱਲ ਵਧ ਰਿਹਾ ਹੈ। ਸੋ ਇਸ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਆਪਾਂ ਜਿਹੜੇ ਤੁਹਾਡੇ ਮੈਸੇਜ ਨੇ ਉਹ ਲੈਣ ਚਾਹ ਰਹੇ ਹਾਂ ਔਰ ਖਾਲਸਾ ਦੇਸ਼ ਪੰਜਾਬ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਿਰਪਾ ਕਰਨ ਦੇਸ਼ ਪੰਜਾਬ ਤੇ ਵਾਹਿਗੁਰੂ ਜੀ ਔਰ ਸਿੰਘ 1984 ਵਾਲੇ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਖਾਲਸਾ ਰਾਜ ਜੀ ਕਹਿੰਦੇ ਨੇ ਕਿ ਵਾਹਿਗੁਰੂ ਆਜ਼ਾਦੀ ਦੇ ਬਿਨਾਂ ਸਿੱਖ ਕੌਮ ਦਾ ਦੇਸ਼ ਪੰਜਾਬ ਦਾ ਕੋਈ ਹੱਲ ਨਹੀਂ ਹੈ ਹੋ ਸਕਦਾ ਸੋ ਵਾਹਿਗੁਰੂ ਮੇਰ ਕਰਨ ਦੇਸ਼ ਪੰਜਾਬ ਤੇ ਵਾਹਿਗੁਰੂ ਜੀ ਔਰ ਜਸਵੀਰ ਬਰਾੜ ਜੀ ਹਮੇਸ਼ਾ ਤਰ੍ਹਾਂ ਫਤਿਹ ਬੁਲਾਉਂਦੇ ਨੇ ਮੈਨੂੰ ਤੇ ਡਾਕਟਰ ਸਾਹਿਬ ਜੀ ਨੂੰ ਔਰ ਜ਼ੁਬੇਰ ਯਾਕੂਬ ਜੀ ਆਈ ਥਿੰਕ ਬੜੇ ਸ਼ੌਕਡ ਹੋਏ ਹੋਣਗੇ ਜਦੋਂ ਮੈਸੇਜ ਚੱਲ ਰਿਹਾ ਹੋਏਗਾ ਸਰਦਾਰ ਸੁਖਵਿੰਦਰ ਸਿੰਘ ਜੀ ਹੋਰਾਂ ਦਾ ਉਹ ਕਹਿ ਰਹੇ ਨੇ ਕਿ ਡਾਕਟਰ ਸਾਹਿਬ ਕਿੱਥੇ ਨੇ ਅੱਜ ਕਿੱਥੇ ਨੇ ਸੋ ਅਸੀਂ ਤਾਂ ਤੁਹਾਡੇ ਸਾਹਮਣੇ ਆ। ਸੋ ਜਸਵੀਰ ਬਰਾੜ ਜੀ ਕਹਿੰਦੇ ਖਾਲਸਾ ਰੈਫਰੈਂਡਮ ਦੇ ਲਈ ਵੋਟਾਂ ਪੰਜਾਬ ਹਾਲ ਖਾਲਸਾ ਜ਼ਿੰਦਾਬਾਦ। ਸ਼ਿੰਦਾ ਗਿੱਲ ਜੀ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਖਾਲਸਾ ਜ਼ਿੰਦਾਬਾਦ ਯੂ ਗਾਇਜ਼ ਡੂਇੰਗ ਵੈਰੀ ਗੁੱਡ ਜੌਬ ਟਰੂ ਚੈਨਲ ਸ਼ੇਅਰ ਐਵਰੀਬਾਡੀ। ਸੋ ਇਸੇ ਤਰ੍ਹਾਂ ਗੁਰਮੇਲ ਸਿੰਘ ਜੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਨੇ ਸਾਡੀ ਤਾਰੀਫ ਕੀਤੀ ਔਰ ਫਤਿਹ ਬੁਲਾਈ ਔਰ ਚੈਨਲ ਦਾ ਵੀ ਉਹਨਾਂ ਨੇ ਬਲੈਸ ਕੀਤਾ ਹੈ। ਸੋ ਨਾਈਸ ਐਂਡ ਇਸੇ ਤਰ੍ਹਾਂ ਮਾਸਟਰ ਆਫ ਕਰਾਟੇ AS ਕਹਿੰਦੇ ਨੇ ਕਿ ਪੰਜਾਬ ਸੋਲਿਊਸ਼ਨ ਓਨਲੀ ਆਜ਼ਾਦੀ ਖਾਲਿਸਤਾਨ। ਸੋ ਇਸੇ ਤਰ੍ਹਾਂ ਬਲਬੀਰ ਧਾਲੀਵਾਲ ਜੀ ਵੀ ਆਏ ਨੇ ਰਾਜਨਪ੍ਰੀਤ ਸਿੰਘ ਜੀ ਫਤਿਹ ਬੁਲਾਉਂਦੇ ਨੇ ਸਿੱਖੋ ਜੀ ਫਤਿਹ ਬੁਲਾਉਂਦੇ ਨੇ ਔਰ ਸੁਰਮੁਖ ਮਰਨ ਜੀ ਫਤਿਹ ਬੁਲਾਉਂਦੇ ਨੇ। ਸੋ ਇਸੇ ਤਰ੍ਹਾਂ ਮੈਸੇਜ ਮਠਾਰੂ ਜੀ ਹੋਰਾਂ ਦਾ ਮੈਂ ਪੜਾਂਗੀ ਜ਼ਰੂਰ ਅੱਜ ਜ਼ੁਬੀਰ ਜੀ ਹੋਰਾਂ ਦੇ ਕਾਫੀ ਸਾਰੇ ਮੈਸੇਜ ਨੇ ਉਹਨਾਂ ਦੇ ਹਰ ਸੈਗਮੈਂਟ ਤੇ ਮੈਸੇਜ ਹੁੰਦੇ ਨੇ। ਯਾਕੂਬ ਸਾਹਿਬ ਵਾਸ਼ਿੰਗਟਨ ਪਹੁੰਚੇ ਨਹੀਂ ਪ੍ਰੋਟੈਸਟ ਦੇ ਉੱਤੇ ਮੈਸੇਜ ਤਾਂ ਖੈਰ ਪੂਰੇ ਧੜੱਲੇ ਨਾਲ ਲਿਖਦੇ ਨੇ ਬਿਲਕੁਲ ਹਰੇਕ ਸੈਗਮੈਂਟ ਤੇ ਉਹਨਾਂ ਦੇ 2-2 3-3 ਮੈਸੇਜ ਹੁੰਦੇ ਨੇ ਔਰ ਮਨਜੀਤ ਸਿੰਘ ਮਠਾਰੂ ਜੀ ਕਹਿੰਦੇ ਬਿਲਕੁਲ ਸਾਡੇ ਉਹ ਨੇ ਜਿਹੜੇ ਸਹਿਜ ਗੰਭੀਰ ਤੇ ਮਜ਼ਬੂਤੀ ਨਾਲ ਅੰਦਰੋਂ ਗੁਰੂ ਸਾਹਿਬਾਨ ਨਾਲ ਜੁੜੇ ਹੋਣ ਵਾਲੇ ਹੀ ਸੱਚੇ ਨੇ ਪਰ ਉਹ ਨਹੀਂ ਜਿਹੜੇ ਜ਼ਿਆਦਾ ਬੋਲਦੇ ਨੇ ਤੇ ਗਾਲਾਂ ਜਾਂ ਭੜਕਾਹਟ ਜਾਂ ਟੌਟੀ ਕਰਨੀ ਇਹ ਸਭ ਲਾਈਨ ਹੈ ਜਾਗਣਾ ਜ਼ਰੂਰੀ ਹੈ। ਸੋ ਆਈ ਥਿੰਕ ਇੱਥੇ ਬਸ ਕਰ ਦਈਏ ਜਾਂ ਹਾਂਜੀ ਮੈਂ ਵਕਤ ਵੀ ਦੇਖ ਰਿਹਾ ਕਿਉਂਕਿ ਅਸੀਂ ਐਂਟਰਟੇਨ ਵੀ ਕਰਨਾ ਚਾਹੁੰਦੇ ਹਾਂ ਆਪਣੇ ਵਿਊਅਰਸ ਨੂੰ ਜਿਹੜੇ ਦਿਲਚਸਪੀ ਦਿਖਾਉਂਦੇ ਨੇ ਲਾਈਵ ਚੈਟ 'ਚ ਆ ਕੇ ਪਰ ਜਿਵੇਂ ਅਸੀਂ ਅੱਗੇ ਗੁਜ਼ਾਰਿਸ਼ ਕੀਤੀ ਸੀ ਵੀ ਚੰਗਾ ਹੋਏ
ਕਿ ਤੁਸੀਂ ਕੋਈ ਨਾ ਕੋਈ ਜੇ ਤੁਹਾਡੇ ਕੋਲ ਜਾਣਕਾਰੀ ਹੈ ਉਹ ਸਾਂਝੀ ਕਰ ਸਕਦੇ ਹੋ। ਬਿਲਕੁਲ। ਕੋਈ ਤੁਹਾਨੂੰ ਸਵਾਲ ਲੱਗਦਾ ਹੈ ਕਿ ਭਾਈ ਉਹਦੇ 'ਚ ਕਲੈਰਿਟੀ ਚਾਹੀਦੀ ਹੈ, ਉਹਦੀ ਦਾ ਜ਼ਿਕਰ ਕਰ ਸਕਦੇ ਹੋ। ਬਾਕੀ ਤੁਹਾਡਾ ਆਣਾ, ਫਤਿਹ ਬੁਲਾਣਾ, ਖਾਲਿਸਤਾਨ ਜ਼ਿੰਦਾਬਾਦ ਕਹਿਣਾ ਮੋਸਟ ਵੈਲਕਮ। ਹੁਣ ਗੱਲ ਅਸੀਂ ਕਰੀਏ ਕਿ ਵੀ ਜਦੋਂ ਇੱਕ ਪਾਸੇ ਇਹ ਭਾਰਤ ਨੂੰ ਪਹਿਲਾਂ ਤਾਂ ਮਾਤਾ ਬਣਾਉਂਦੇ ਨੇ, ਪਤਾ ਨਹੀਂ ਦੁਨੀਆ 'ਚ ਇਹ ਕਿਤੇ ਨਹੀਂ ਹੋਇਆ ਕਿ ਵੀ ਇਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਆਨੰਦ ਮੱਠ ਨੋਵਲ ਤੋਂ ਬਾਅਦ ਭਾਰਤ ਦੀ ਲੈਂਡ ਮਾਸ ਨੂੰ ਦੇਵੀ ਦਾ ਰੂਪ ਦਿੱਤਾ, ਮਾਤਾ ਦਾ ਦਿੱਤਾ, ਉਸ ਨਾਲ ਫਿਰ ਦੁਰਗਾ ਨੂੰ ਜੋੜਿਆ, ਉਸ ਦੇ ਨਾਲ ਫਿਰ ਦੇਵਤੇ ਤੇ ਰਾਖਸ਼ਾਂ ਦਾ ਕਨਸੈਪਟ ਜੋੜਿਆ, ਔਰ ਜਿਹੜੇ ਆਪਣੇ ਹੱਕਾਂ ਦੀ ਗੱਲ ਵੀ ਕਰਨ ਉਹਨਾਂ ਦੇ ਉੱਤੇ ਰਾਖਸ਼ ਦਾ ਲੇਬਲ ਲਾ ਕੇ ਉਹਨਾਂ ਦਾ ਐਂਡ ਕਰ ਦਿਓ। ਇਹੀ ਕੰਮ ਇਹਨਾਂ ਨੇ ਆਰੀਅਨਸ ਨੇ ਪਹਿਲਾਂ ਦਰਾਵੜਾਂ ਦਾ ਖਾਤਮਾ ਕਰਨ ਲਈ ਕੀਤਾ ਸੀ, ਫਿਰ ਮੁਸਲਮਾਨਾਂ ਦੇ ਖਿਲਾਫ ਵੀ ਮਲੇਸ਼ ਔਰ ਇਸ ਕਿਸਮ ਦੀ ਸ਼ਬਦਾਵਲੀ ਕਰਕੇ ਇਸ ਕਿਸਮ ਦੀ ਖੇਡ ਖੇਡੀ। ਇਹ ਜਦੋਂ ਆਨੰਦ ਮੱਠ ਲਿਖਿਆ ਗਿਆ ਤੇ ਅੰਗਰੇਜ਼ਾਂ ਨੂੰ ਮਾਰਨ ਦੇ ਲਈ ਵੀ ਉਸ ਤੋਂ ਬਾਅਦ ਹੀ ਮਰਡਰ ਬੰਗਾਲ ਦੇ ਵਿੱਚ ਅੰਗਰੇਜ਼ਾਂ ਦਾ ਸ਼ੁਰੂ ਹੋਇਆ। ਹਾਲਾਂ ਉਹਨੂੰ ਚੈੱਕ ਕਰ ਲਿਆ ਉਹਨਾਂ ਨੇ ਔਰ ਉਹ ਵੱਖਰੇ ਰੂਪ 'ਚ ਰਿਹਾ, ਲੇਕਿਨ ਇਹ ਜਿਹੜਾ ਕਾਨਸੈਪਟ ਹੈ 47 ਤੋਂ ਬਾਅਦ ਇਹਨਾਂ ਨੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਭਾਰਤ ਮਾਤਾ, ਏਕਤਾ, ਅਖੰਡਤਾ, ਇਹ ਸਾਰੇ ਮੰਤਰ ਜਪਣੇ ਸ਼ੁਰੂ ਕੀਤੇ। ਪਰ ਹੁਣ ਅਸੀਂ ਦੇਖ ਰਹੇ ਹਾਂ ਕਿ ਅਗੇਨ ਅਖੰਡ ਭਾਰਤ ਦੇ ਨਾਂ ਥੱਲੇ ਜੇ ਉਹਨਾਂ ਦੀ ਨਵੀਂ ਪਾਰਲੀਮੈਂਟ ਬਿਲਡਿੰਗ 'ਚ ਮੈਪ ਲਾਇਆ ਜਾਂਦਾ ਹੈ, ਉਸ ਦੇ ਵਿੱਚ ਪਾਕਿਸਤਾਨ, ਬੰਗਲਾਦੇਸ਼, ਨੇਪਾਲ ਔਰ ਹੁਣ ਈਵਨ ਜੇ ਫਿਲਮ ਵੀ ਦੇਵ ਪੁਰਸ਼ ਕੇ ਕਿਹਦੇ ਨਾਂ ਥੱਲੇ ਆਦਿ ਪੁਰਸ਼, ਉਹਦੇ 'ਚ ਵੀ ਨੇਪਾਲ ਨੂੰ ਜਿਹੜਾ ਉਹ ਜੋੜਿਆ ਜਾਂਦਾ ਹੈ, ਰਾਮਚੰਦਰ ਤੇ ਜਾਨਕੀ ਤੇ ਦੂਜੇ ਤੀਜੇ ਦੇ ਥੱਲੇ, ਉਸ ਦੇ ਉੱਤੇ ਨੇਪਾਲ ਉਹਦੇ 'ਤੇ ਪਾਬੰਦੀ ਲਾ ਦਿੰਦਾ। ਹੁਣ ਇਸ ਸਾਰੇ 'ਚ ਇਹਨੂੰ ਸਮਝਣਾ ਜ਼ਰੂਰੀ ਹੈ ਕਿ ਇਹ ਜਿਹੜੀ ਕਿ ਨਾ ਕਦੇ ਭਾਰਤ ਨਾਂ ਦਾ ਮੁਲਕ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਜਾਂ ਸੋ ਕਾਲਡ ਅਖੰਡ ਭਾਰਤ ਐਗਜ਼ਿਸਟ ਕੀਤਾ। ਭਾਰਤ ਐਮਪਾਇਰ ਸੀ, ਐਮਪਾਇਰ ਆਟੋਮਨ ਐਮਪਾਇਰ ਕਿੰਨਾ ਲੰਬਾ ਚੌੜਾ ਸੀ, ਯੂਰਪ ਦਾ ਇੱਕ ਵੱਡਾ ਹਿੱਸਾ ਉਹਨਾਂ ਦੇ ਕੋਲ ਸੀ। ਰੋਮਨ ਐਮਪਾਇਰ ਕਿੰਨਾ ਲੰਬਾ ਚੌੜਾ ਸੀ, ਹਜ਼ਾਰਾਂ ਸਾਲ ਉਹਨਾਂ ਨੇ ਰੂਲ ਕੀਤਾ, ਜਿਸ ਤੋਂ ਕਹਾਵਤ ਬਣੀ ਕਿ ਰੋਮ ਵਾਸ ਨਾਟ ਬਿਲਟ ਇਨ ਏ ਡੇ। ਹੁਣ ਜੇ ਅਸੀਂ ਜਿਹੜਾ ਭਾਰਤ ਅਜੋਕਾ ਮੁਗਲਿਆ ਸਾਮਰਾਜ ਲੰਬਾ ਚੌੜਾ ਸੀ, ਅਫਗਾਨਿਸਤਾਨ ਮੁਗਲਿਆ ਸਾਮਰਾਜ ਦਾ ਹਿੱਸਾ ਸੀ, ਅੱਜ ਅਫਗਾਨਿਸਤਾਨ ਵੀ ਅੱਡ ਮੁਲਕ ਹੈ, ਪਾਕਿਸਤਾਨ ਵੀ ਅੱਡ ਮੁਲਕ ਹੈ, ਪਰ ਤਮਿਲਨਾਡੂ ਜਾਂ ਜਿਹੜਾ ਦੱਖਣ ਹੈ ਉਹ ਕੁਛ ਹਿੱਸਾ ਛੱਡ ਕੇ ਦੱਖਣ ਦਾ, ਜਿਹਨੂੰ ਡੈਕਨ ਕਹਿੰਦੇ ਸੀ ਅੰਗਰੇਜ਼, ਉਹ ਜਿਹੜਾ ਹੁਣ ਤਮਿਲਨਾਡੂ ਤਾਂ ਹਿੱਸਾ ਨਹੀਂ ਸੀ ਮੁਗਲ ਸਾਮਰਾਜ ਦਾ। ਲੇਕਿਨ ਹੁਣ ਇਹ ਕਹੀ ਜਾਓ ਜੀ ਕਸ਼ਮੀਰ ਤੋਂ ਕੰਨਿਆ ਕੁਮਾਰੀ ਕੇਰਲਾ 'ਚ ਹੈ, ਇਹ ਤੁਹਾਡਾ ਹਮੇਸ਼ਾ ਰਿਹਾ ਹੈ, ਇਸ ਲਈ ਇਹ ਦੇਵੀ ਮਾਂ ਇਹਨੂੰ ਜਿਹੜਾ ਤੋੜੇਗਾ ਏਕਤਾ ਅਖੰਡਤਾ ਨੂੰ ਫਲਾਣਾ ਟਿਮਕਾ। ਹੁਣ ਜਦੋਂ ਪ੍ਰੈਜ਼ੀਡੈਂਟ ਓਬਾਮਾ ਕ੍ਰਿਸਟੀਨ ਅਮਨਪੋਰ ਨੂੰ ਇੰਟਰਵਿਊ 'ਚ ਕਹਿੰਦਾ ਕਿ ਭਾਈ ਇਹ ਅਲਟੀਮੇਟਲੀ ਜਿਹੜਾ ਹੈ ਇੰਡੀਆ ਬ੍ਰੇਕਅਪ ਵੱਲ ਜਾਏਗਾ ਜੇ ਇਹਨਾਂ ਨੇ ਮਾਈਨੋਰਟੀਜ਼ ਦੇ ਰਾਈਟ ਮਹਿਫੂਜ਼ ਨਾ ਕੀਤੇ। ਤੇ ਜੇ ਤੁਸੀਂ ਬ੍ਰੇਕਅਪ ਦੇਖੋ ਸੋਵੀਅਤ ਯੂਨੀਅਨ ਦਾ, ਯੂਗੋਸਲਾਵੀਆ ਦਾ, ਇਵੇਂ ਹੀ ਹੁੰਦਾ ਜਦੋਂ ਪਾਵਰ ਸੈਂਟਰਲਾਈਜ਼ ਹੁੰਦੀ ਹੈ, ਇੱਕ ਦੇ ਹੱਥ 'ਚ ਆਉਂਦੀ ਹੈ, ਉੱਥੇ ਸਰਬਾਵੀ ਹੋ ਗਏ, ਉਹਨਾਂ ਨੇ ਕਰੋਟਸ ਨੂੰ, ਬੋਸਨੀਅਨਸ ਨੂੰ, ਮੈਸੇਡੋਨੀਅਨਸ ਨੂੰ, ਕੋਸੋਵਨਸ ਨੂੰ ਸਬਜੂਗੇਟ ਕੀਤਾ। ਜਿੰਨੀ ਦੇਰ ਤਾਕਤਵਰ ਮਾਰਸ਼ਲ ਟੀਟੋ ਸੀ ਯੂਗੋਸਲਾਵੀਆ ਦਾ, ਉਹਨੇ ਟੁਗੈਦਰ ਰੱਖਿਆ, ਫਿਰ ਟੁੱਟ ਗਿਆ। ਇਹੀ ਹਾਲ ਸੋਵੀਅਤ ਯੂਨੀਅਨ ਦਾ ਸੈਕੰਡ ਵਰਲਡ ਵਾਰ ਤੋਂ ਬਾਅਦ ਉੱਭਰਿਆ ਹੈ। ਬਾਲਟਿਕ ਸਟੇਟਾਂ ਵੀ ਲਿਥੁਆਨੀਆ, ਲਾਤਵੀਆ, ਐਸਟੋਨੀਆ ਲੈ ਲਈਆਂ। 19ਵੀਂ ਸਦੀ ਦੇ ਜ਼ਾਰਾਂ ਨੇ ਸੈਂਟਰਲ ਏਸ਼ੀਅਨ ਰਿਪਬਲਿਕ ਵੀ ਮੁਸਲਮਾਨਾਂ ਦੇ ਜਿੱਤੇ ਹੋਏ ਸੀ ਦੂਜੇ, ਲੇਕਿਨ ਜਿਉਂ ਹੀ ਜਿਹੜਾ ਉਹ ਅਫਗਾਨਿਸਤਾਨ 'ਚ ਫਸੇ, ਇਕਨੋਮਿਕਲ ਮੈਲਟਡਾਊਨ ਹੋਣਾ ਸ਼ੁਰੂ ਹੋਇਆ ਉਹਨਾਂ ਦਾ, ਉਹਦੇ 'ਚੋਂ 15 ਮੁਲਕ ਨਿਕਲ ਗਏ, ਅੱਡ ਹੋ ਗਏ। ਸੋ ਇਹੀ ਹਾਲ ਭਾਰਤ ਦਾ। ਹੁਣ ਕਹੀ ਜਾਓ ਕਸ਼ਮੀਰ ਤੋਂ ਕੰਨਿਆ ਕੁਮਾਰੀ ਭਾਰਤ ਮਾਤਾ, ਪਰ ਕਿਵੇਂ ਲੀਗਲ ਟੈਰਰਿਜ਼ਮ ਵੀ, ਇੱਕ ਤਾਂ ਟੈਰਰਿਜ਼ਮ ਓਪਨ ਹੈ ਜਿਹੜਾ ਉਹਨਾਂ ਨੇ ਪੰਜਾਬ ਦੇ ਸਿੱਖਾਂ, ਕਸ਼ਮੀਰ ਦੇ ਮੁਸਲਮਾਨਾਂ, ਕਸ਼ਮੀਰੀਆਂ ਔਰ ਨਾਰਥ ਈਸਟ ਦੇ ਵਿੱਚ ਅਸੀਂ ਹੁਣ ਮਨੀਪੁਰ 'ਚ ਦੇਖ ਰਹੇ ਹਾਂ ਕੀ ਕੀਤਾ ਹੈ, ਨਾਗਾਲੈਂਡ 'ਚ ਇਹਨਾਂ ਨੇ ਕੀ ਕੀਤਾ, ਉਸ ਤੋਂ ਪਹਿਲਾਂ ਮਿਜ਼ੋਆਂ ਦੇ ਨਾਲ ਕੀ ਕੀਤਾ। ਪਰ ਦੂਸਰਾ ਟੈਰਰਿਜ਼ਮ ਜਿਹੜਾ ਲੀਗਲ ਟੈਰਰਿਜ਼ਮ ਹੈ, ਲਾਅ ਇਸ ਕਿਸਮ ਦੇ ਬਣਾ ਦਿਓ ਕਿ ਤੁਸੀਂ ਬਾਹਰ ਨਿਕਲ ਹੀ ਨਾ ਸਕੋ। ਉਹਦੇ ਥੱਲੇ ਅਸੀਂ ਦੇਖਦੇ ਹਾਂ ਕਿ ਟਾਡਾ ਵਰਗੇ ਕਾਨੂੰਨ, ਯੂਆਪਾ, ਫਿਰ ਨੈਸ਼ਨਲ ਸਿਕਿਉਰਿਟੀ ਐਕਟ ਤੇ ਸੈਡੀਸ਼ਨ ਐਕਟ। ਹੁਣ ਕਿਉਂਕਿ ਕੱਲ ਵੀ ਸਾਡੇ ਆਫਿਸ 'ਚ ਆਏ ਕਾਜ਼ੀ ਸਾਹਿਬ ਜਿਹੜੇ ਇੱਥੋਂ ਦੀ ਮੇਨਟੇਨੈਂਸ ਕਰਦੇ ਨੇ ਇਮਾਰਤ ਦੀ, ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਇਹ ਜਿਹੜੇ ਆਪਣੇ ਆਪ ਨੂੰ ਬੜੇ ਵਿਸ਼ਵ ਗੁਰੂ ਤੇ ਅਖੰਡ ਭਾਰਤ ਤੇ ਬੜੇ ਯੋਧੇ ਬਹਾਦਰ ਕਹਿੰਦੇ ਨੇ,
ਅੰਗਰੇਜ਼ ਕਿਸੇ ਗਿਵਨ ਪੀਰੀਅਡ 'ਚ ਵੀ 20,000 ਤੋਂ ਜ਼ਿਆਦਾ ਭਾਰਤ 'ਚ ਨਹੀਂ ਸੀ ਉਹਨਾਂ ਦੀ ਗਿਣਤੀ। ਤੇ ਜਦੋਂ ਉਹਨਾਂ ਛੱਡਿਆ 33 ਕਰੋੜ ਦੇ ਉੱਤੇ ਉਹ ਰੂਲ ਕਰ ਰਹੇ। ਦੇਖੋ 33 ਕਰੋੜ ਬੰਦੇ ਤਾਂ ਉਹ ਕਸੂਨਾ ਦੇ ਨਾਲ ਹੀ 20,000 ਨੂੰ ਜਿਹੜਾ ਨੇ ਉਹ ਮਾਰ ਸਕਦੇ ਨੇ। ਲੇਕਿਨ 200 ਸਾਲ ਉਹਨਾਂ ਨੇ ਅਨਇੰਟਰਪਟਡ ਰਾਜ ਕੀਤਾ ਔਰ ਉਹ ਬੜੇ ਖੁਸ਼ ਸੀ ਇਹ ਸਾਰੇ। ਕੋਈ ਖਾਨ ਬਹਾਦਰ ਬਣਿਆ, ਉਹਨਾਂ ਦਾ ਟਾਈਟਲ ਲੈ ਕੇ ਕੋਈ ਸਰਦਾਰ ਬਹਾਦਰ ਬਣਿਆ, ਕੋਈ ਰਾਏ ਬਹਾਦਰ ਬਣਿਆ। ਹੁਣ ਉਹ ਲੋਕ ਜਿਹੜੇ ਗੁਲਾਮੀ 1000 ਸਾਲ ਔਰ ਇਸ ਕਿਸਮ ਦੇ ਸਬਸਰਵੀਐਂਟ ਕਰੈਕਟਰ ਵਾਲੇ ਨੇ, ਹੁਣ ਅੰਗਰੇਜ਼ਾਂ ਨੇ ਤਾਂ ਦਬਾਣ ਦੇ ਲਈ ਆਵਾਜ਼, ਇਹ ਜਿਹੜਾ ਸੈਡੀਸ਼ਨ ਲਾਅ ਬਣਾਇਆ ਦੇਸ਼ ਧਰੋਹ ਦਾ ਦੂਜਾ, ਇਹ ਤਾਂ ਇਸ ਲਈ ਕਿ ਉਹਨਾਂ ਨੇ ਤੁਹਾਨੂੰ ਰੱਖਣਾ ਸੀ ਥੱਲੇ। ਪਰ ਜਦੋਂ ਤੁਹਾਡੇ ਕੋਲ ਤਾਕਤ ਆ ਗਈ, ਤੁਸੀਂ 75 ਸਾਲ ਬਾਅਦ ਵੀ ਇੱਕ ਪਾਸੇ ਤਾਂ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਦੇ ਨਾਂ ਥੱਲੇ ਡਰਾਮਾ ਕਰ ਰਹੇ ਹੋ, ਪਰ ਨਾਲ ਦੀ ਨਾਲ ਤੁਸੀਂ ਇਸ ਕਿਸਮ ਦੇ ਕਲੋਨੀਅਲ ਲਾਜ਼ ਨੂੰ ਕੰਟੀਨਿਊ ਕਰ ਰਹੇ ਹੋ। ਹੁਣ ਈਵਨ ਸੁਪਰੀਮ ਕੋਰਟ ਨੇ ਇੱਕ ਕੇਸ ਦੇ ਮਾਮਲੇ 'ਚ ਇੰਡੀਅਨ ਗਵਰਨਮੈਂਟ ਨੂੰ ਕਿਹਾ ਕਿ ਭਈ ਇਹਦਾ ਮਿਸਯੂਜ਼ ਹੋ ਰਿਹਾ, ਜਿਹਨੂੰ ਹੁਣ ਪੰਜਾਬ 'ਚੋਂ 10 ਸਿੰਘ ਚੁੱਕ ਕੇ ਅੰਮ੍ਰਿਤਪਾਲ ਸਿੰਘ ਸਮੇਤ 2900 ਕਿਲੋਮੀਟਰ ਦੂਰ ਭੇਜ ਦਿੱਤੇ ਜਾਂਦੇ ਨੇ ਨੈਸ਼ਨਲ ਸਿਕਿਉਰਿਟੀ ਐਕਟ ਲਾ ਕੇ। ਉਹ ਵੀ ਕਿਹੜਾ ਉਹਨਾਂ ਨੇ ਤੋਪਾਂ ਚਲਾਈਆਂ, ਕਿਹੜੀ ਰਿਬੈਲੀਅਨ ਕੀਤਾ, ਕਿਹੜਾ ਤੁਹਾਡਾ ਸਿਕਿਉਰਿਟੀ ਨੂੰ ਖਤਰਾ ਹੈ। ਜਿਹਨੂੰ ਮਰਜ਼ੀ ਤੁਸੀਂ ਸੈਡੀਸ਼ਨ ਐਕਟ ਜਿਹਦੇ ਤੇ ਮਰਜ਼ੀ ਯੂਆਪਾ ਲਾ ਦਿਓ। ਹੁਣ ਸੁਪਰੀਮ ਕੋਰਟ ਨੇ ਰੈਫਰ ਕੀਤਾ ਸੀ ਇਹਨਾਂ ਦੇ ਲਾ ਕਮਿਸ਼ਨ ਨੂੰ ਕਿ ਵੀ ਦੱਸੋ, ਇਹ ਤਾਂ ਬ੍ਰਿਟਿਸ਼ ਕਲੋਨੀਅਲ ਹੈ ਵੇਲੇ ਦਾ ਕਾਨੂੰਨ ਹੈ। ਔਰ ਇਹ ਖਬਰ ਹੈ ਕਿ ਉਹ ਜਿਹੜਾ ਲਾ ਕਮਿਸ਼ਨ ਚੇਅਰਮੈਨ ਹੈ ਰਿਟੂ ਰਾਜ ਅਵਸਥੀ, ਉਹਨੇ ਅੱਜ ਇਹ ਕਿਹਾ ਸਿਚੁਏਸ਼ਨ ਫਰਮ ਕਸ਼ਮੀਰ ਟੂ ਕੇਰਲਾ ਮੇਕਸ ਇਟ ਮਸਟ ਟੂ ਰਿਟੇਨ ਸੈਡੀਸ਼ਨ ਲਾ। ਉਹਨੇ ਕਿਹਾ ਜੀ ਹਾਲ ਦੇਖੋ ਕਸ਼ਮੀਰ ਤੋਂ ਲੈ ਕੇ ਕੇਰਲਾ ਤੱਕ ਕੀ ਹੋ ਰਿਹਾ, ਇਹ ਤਾਂ ਜੇ ਸੈਡੀਸ਼ਨ ਲਾ ਨਾ ਹੋਏ ਤਾਂ ਇਹ ਤਾਂ ਟੁੱਟ ਜਾਏਗਾ ਮੁਲਕ। ਇਹ ਹਾਲਾਤ ਹੀ ਇਹ ਨੇ। ਉਹਨੇ ਕਿਹਾ ਜੀ ਕਿ ਪੈਨਲ ਦੀ ਉਸ ਰਿਕਮੈਂਡੇਸ਼ਨ ਨੂੰ ਡਿਫੈਂਡ ਕਰਦੇ ਆ। ਉਹਨੇ ਪੀਟੀਆਈ ਨੂੰ ਇੰਟਰਵਿਊ ਦਿੱਤਾ, ਉਹਦੇ 'ਚ ਉਹਨੇ ਕਿਹਾ ਦਾ ਪ੍ਰੈਜ਼ੈਂਟ ਸਿਚੁਏਸ਼ਨ right from Kashmir to Kerala and Punjab to the north east। ਹੁਣ ਇਹ east west north south ਉਹਨੇ ਕਿਹਾ present situation right from Kashmir to Kerala Punjab to north east is such that the law on sedition is necessary to safeguard the unity and integrity of India। ਹੁਣ ਹੋਰ ਓਬਾਮਾ ਕੀ ਕਹਿ ਰਿਹਾ, ਇਹ ਤੁਹਾਡਾ ਲਾ ਕਮਿਸ਼ਨ ਦਾ ਚੇਅਰਮੈਨ ਇਹ ਕਹਿ ਰਿਹਾ ਜੀ ਅਸੀਂ ਇਹ ਦੇਸ਼ ਧਰੋਹ ਵਾਲਾ ਕਾਨੂੰਨ ਨਹੀਂ ਖਤਮ ਕਰ ਸਕਦੇ। ਇਹ ਦੇਖੋ ਪੰਜਾਬ ਤੋਂ ਲੈ ਕੇ ਨਾਰਥ ਈਸਟ ਮਨੀਪੁਰ ਤੱਕ ਕੀ ਹੋ ਰਿਹਾ ਔਰ ਇਧਰੋਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਕੀ ਹੋ ਰਿਹਾ। ਜੇ ਇਹ ਕਾਨੂੰਨ ਨਾ ਹੋਇਆ ਤੇ ਭਾਰਤ ਟੁੱਟ ਜਾਏਗਾ। ਮੈਂ ਸਮਝਦਾ ਕਿ ਇਹਨਾਂ ਦਾ ਆਪਣਾ ਲਾ ਕਮਿਸ਼ਨ ਉਸ ਦੇ ਉੱਤੇ ਸਟੈਂਪ ਲਾ ਰਿਹਾ ਹੈ, ਜਿਹਨੂੰ ਲੈ ਕੇ ਓਬਾਮੇ ਨੂੰ ਟ੍ਰੋਲ ਕੀਤਾ ਜਾ ਰਿਹਾ ਕਿ ਭਾਰਤ ਜਿਹੜਾ ਉਹ ਬਾਲਕਨਾਈਜ਼ ਹੋਣ ਜਾ ਰਿਹਾ ਹੈ ਔਰ ਟੁੱਟਣ ਵੱਲ ਵੱਧ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ SGPC ਦੇ ਜਨਰਲ ਹਾਊਸ ਨੇ ਮਤਾ ਪਾਸ ਕੀਤਾ ਹੈ ਕਿ ਜੇ ਭਗਵੰਤ ਮਾਨ ਦੀ ਪੰਜਾਬ ਸਰਕਾਰ ਨੇ ਗੁਰਦੁਆਰਾ ਐਕਟ ਵਿੱਚ ਸੋਧ ਦਾ ਬਿੱਲ ਵਾਪਸ ਨਾ ਲਿਆ ਤਾਂ ਸ਼੍ਰੋਮਣੀ ਕਮੇਟੀ ਇਸ ਦੇ ਖਿਲਾਫ ਮੋਰਚਾ ਲਾਏਗੀ। ਅਫਸੋਸ ਇਸ ਗੱਲ ਦਾ ਹੈ ਕਿ ਜਿਸ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਸਾਹਮਣੇ ਬ੍ਰਿਟਿਸ਼ ਸਾਮਰਾਜ ਨੂੰ ਝੁਕਣ ਤੇ ਮਜਬੂਰ ਹੋਣਾ ਪਿਆ ਸੀ, ਅੱਜ ਉਸ ਦੀ ਹਾਲਤ ਮੰਗਤਿਆਂ ਵਰਗੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰ ਹੈ? ਦੇਖੋ ਇਸ ਇਸ਼ੂ ਤੇ ਗੱਲ ਕਰਨ ਤੋਂ ਪਹਿਲਾਂ ਜਿਹੜੇ ਸਾਡੇ ਵੀਰ ਭੈਣ ਫੇਸਬੁੱਕ ਦੇ ਉੱਤੇ ਸਾਡੇ ਨਾਲ ਜੁੜੇ ਹੋਏ ਨੇ, ਜਿਨ੍ਹਾਂ 'ਚ ਬੌਬ ਸਿੰਘ ਉਹ ਲਿਖਦੇ ਨੇ, ਵੀਰ ਹਰਦੀਪ ਸਿੰਘ ਨਿੱਜਰ ਭਾਵੇਂ 50 ਸਾਲ ਹੋਰ ਜੀ ਲੈਂਦਾ ਪਰ ਸ਼ਾਇਦ ਇਹ ਰੁਤਬਾ ਨਾ ਹਾਸਲ ਹੁੰਦਾ। ਜਿੰਨੀਆਂ ਵੀ ਥੋੜੀ ਹੰਡਾਈ ਹੈ ਕੌਮ ਦੀ ਗੱਲ ਕਰਦੇ ਆ, ਉਹ ਸੰਗਤ ਨੇ ਪੰਥ ਨੇ ਪ੍ਰਵਾਨ ਕੀਤੇ।
ਭਾਵੇਂ ਦੁੱਖ ਲੱਗਦਾ ਹੈ ਸੰਗਤ ਨੂੰ, ਪਰਿਵਾਰ ਨੂੰ, ਪਰ ਇੰਨੇ ਵੱਡੇ ਰੁਤਬੇ ਸਰ ਕਰਨ ਲਈ ਆਖਰੀ ਸੱਚ ਮੌਤ ਨੂੰ ਛੋਟੀ ਉਮਰੇ ਗਲ ਲਾਉਣਾ ਹੀ ਪੈਂਦਾ ਹੈ। ਬਹੁਤੇ ਯੂਥ ਅਤੇ ਜਵਾਕਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਜਿੱਥੇ ਅੱਜ ਸਿੱਖ ਅਰਦਾਸ ਮਗਰੋਂ ਗੱਡੀਆਂ, ਘਰ, ਪੈਸਾ ਤੇ ਦੁਨਿਆਵੀ ਸੁੱਖ ਮੰਗਦੇ ਨੇ, ਪਹਿਲਾਂ ਪੁਰਾਤਨ ਸਿੰਘ ਅਰਦਾਸ ਮਗਰੋਂ ਦੁਨਿਆਵੀ ਚੀਜ਼ਾਂ ਦੀ ਜਗ੍ਹਾ ਸ਼ਹੀਦੀ ਦੀ ਦਾਤ ਮੰਗਦੇ ਹੁੰਦੇ ਸੀ। ਸਮੇਂ ਅਨੁਸਾਰ ਸਿੱਖਾਂ ਨੇ ਇਸ ਦਾਤ ਨੂੰ ਵਿਸਾਰ ਕੇ ਦੁਨਿਆਵੀ ਮੋਹ ਮਾਇਆ ਚੁਣ ਲਈ। ਸ਼ਹੀਦ ਕਦੀ ਨਹੀਂ ਮਰਦਾ, ਉਹ ਅਮਰ ਹੁੰਦਾ ਹੈ, ਵਰਿਆਂ ਤੱਕ ਉਸ ਦੀਆਂ ਬਾਤਾਂ ਉਸ ਨੂੰ ਜਿਉਂਦਾ ਰੱਖਦੀਆਂ ਨੇ। ਬਿਲਕੁਲ ਠੀਕ ਫਰਮਾਇਆ ਬੌਬ ਸਿੰਘ ਜੀ ਤੁਸੀਂ। ਹਰਜਿੰਦਰ ਗਿੱਲ, ਦਵਿੰਦਰ ਸੰਧੂ, ਫਿਰ ਹਰਜਿੰਦਰ ਗਿੱਲ, ਜਸਪੀਰ ਸਿੰਘ ਹਰਮਿੰਦਰ, ਸੰਦੀਪ ਸਿੰਘ ਚਾਲ, ਇਹਨਾਂ ਨੇ ਫਤਿਹ ਬੁਲਾਈ ਹੈ। ਔਰ ਇੱਕ ਮੈਸੇਜ ਦੀਪ ਸਿੰਘ ਔਰ ਸੋਹਣ ਸਿੰਘ ਮਾਇਲ, ਦਵਿੰਦਰ ਸੰਧੂ ਉਹਨਾਂ ਨੇ, ਲੇਕਿਨ ਇੱਕ ਮੈਸੇਜ ਕਮਲ ਸਿੰਘ ਹੋਰਾਂ ਦਾ ਮੈਂ ਸਾਂਝਾ ਕਰਨਾ ਚਾਹਾਂਗਾ। ਅੱਛਾ, ਕੱਲ ਦੇ ਅਜੀਤ ਵਿੱਚ ਲੱਗੀਆਂ 2 ਖਬਰਾਂ ਬੜਾ ਧਿਆਨ ਮੰਗਦੀਆਂ ਹਨ। ਇੱਕ, ਪਾਕਿਸਤਾਨ ਨੇ LOC ਤੇ ਚੀਨ ਦੀਆਂ ਬਣੀਆਂ ਪਰਮਾਣੂ ਬੰਬ ਦੇ ਗੋਲੇ ਦਾਗਣ ਵਾਲੀਆਂ HS-15 ਤੋਪਾਂ ਫਿੱਟ ਕੀਤੀਆਂ ਹਨ ਅਤੇ ਚੀਨ ਪਰਲੇ ਕਸ਼ਮੀਰ ਵਿੱਚ ਸੁਰੰਗਾਂ ਤੇ ਆਲ ਵੈਦਰ ਸੜਕਾਂ ਬਣਾਉਣ ਵਿੱਚ ਵੀ ਮਦਦ ਕਰ ਰਿਹਾ ਹੈ। ਦੂਜਾ, ਚੀਨੀ ਫੌਜ ਵਿੱਚ ਭਰਤੀ ਕੀਤੇ ਤਿੱਬਤੀਆਂ ਨੇ ਚੀਨ ਵਾਲੇ ਪਾਸੇ LOC ਤੇ ਕੀਤਾ ਮਾਰਚ। ਇਸ ਤੋਂ ਇਹ ਲੱਗਦਾ ਹੈ ਕਿ ਦੂਸਰੀਆਂ ਹਕੂਮਤਾਂ ਇਹ ਸਮਝਦੀਆਂ ਹਨ ਕਿ 2025 ਤੋਂ ਪਹਿਲਾਂ ਹਿੰਦੂਤਵੀ ਪਾਕਿਸਤਾਨ ਆਕੂਪਾਈਡ ਕਸ਼ਮੀਰ ਲੈਣ ਦਾ ਯਤਨ ਕਰ ਸਕਦੇ ਹਨ, ਕਿਉਂਕਿ ਹੁਣ ਹੋਰ ਛੋਟੇ-ਮੋਟੇ ਮੁੱਦਿਆਂ ਤੇ ਲੋਕਾਂ ਨੇ ਵੋਟਾਂ ਨਹੀਂ ਦੇਣੀਆਂ, ਜਾਂ ਗੋਦੀ ਮੀਡੀਆ ਹੀ ਝੂਠ ਫੈਲਾ ਰਿਹਾ, ਜੋ ਵੀ ਹੋਵੇ। ਪਰ ਜੇ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ ਤਾਂ ਸਿੱਖਾਂ ਨੂੰ ਇਸ ਲਈ ਬਹੁਤ ਤਿਆਰੀ ਦੀ ਲੋੜ ਹੈ। ਜੋ ਆਪਣੇ ਬੰਦੇ ਅਕਾਲ ਤਖਤ ਜਾਂ SGPC ਆਜ਼ਾਦ ਕਰਵਾਉਣ ਲਈ ਜਥੇ ਬਣਾ ਰਹੇ ਹਨ, ਉਹਨਾਂ ਨੂੰ ਇੱਧਰ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਲੋਕਾਂ ਨੂੰ ਇਸ ਲਈ ਤਿਆਰ ਕੀਤਾ ਜਾਵੇ। ਜ਼ਿਆਦਾ ਰੌਲੇ ਰੱਪੇ ਤੋਂ ਬਿਨਾਂ ਸੰਤਾਂ ਦੇ ਕਹਿਣ ਵਾਂਗ ਪਹਿਲਾਂ ਵਾਲੀ ਗਲਤੀ ਨਾ ਹੋਵੇ ਕਿ ਸਿੱਖ ਦਾ ਕੰਮ ਹੈ ਕਿ ਮੈਨੂੰ ਖੜੇ ਹੋਣ ਲਈ ਥਾਂ ਦਿਓ, ਬਹਿਣ ਲਈ ਮੈਂ ਆਪੇ ਬਣਾ ਲੈਣੀ ਹੈ। ਕਮਲ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਇਹ ਦੋਵੇਂ ਹੀ ਖਬਰਾਂ ਮੈਂ ਵੀ ਦੇਖੀਆਂ ਜੀ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਈਵਨ ਬਾਹਰਲੇ ਮੀਡੀਆ 'ਚ ਵੀ ਕਵਰ ਹੋਈਆਂ, ਕਿਉਂਕਿ ਅਜੀਤ ਦੇ ਆਪਣੇ ਕੋਈ ਸਾਧਨ ਨਹੀਂ ਨੇ। ਇਹ ਜਿਹੜੀਆਂ ਖਬਰਾਂ ਹੋਰ ਲੱਗਦੀਆਂ ਨੇ ਉਹਦਾ ਪੰਜਾਬੀ ਟਰਾਂਸਲੇਸ਼ਨ ਹੀ ਹੁੰਦਾ, ਕਿਉਂਕਿ ਜਿੰਨਾ ਭਾਰਤ ਅਮਰੀਕਾ ਦੀ ਕੱਛ 'ਚ ਵੜ ਰਿਹਾ ਹੈ, ਜਿਸ ਕਿਸਮ ਦੇ ਹਥਿਆਰਾਂ ਦੇ ਸੌਦੇ ਜਾਂ ਦੂਜੇ ਤੀਜੇ ਕਰਨ ਵੱਲ ਵੱਧ ਰਿਹਾ, ਸੋ ਚੀਨ ਵੀ ਇਸ ਗੱਲ ਨੂੰ ਮਹਿਸੂਸ ਕਰਦਾ ਹੈ ਕਿ ਪਾਕਿਸਤਾਨ ਨੂੰ ਇੰਨਾ ਸਟਰੈਂਥਨ ਕੀਤਾ ਜਾਏ, ਕਿਉਂਕਿ ਚੀਨ ਭਾਰਤ ਨਾਲ ਤਾਂ ਆਪਣੇ ਆਪ ਨੂੰ ਕੰਪੀਟੀਟਰ ਮੰਨਦਾ ਹੀ ਨਹੀਂ, ਉਹ ਤਾਂ ਮੰਨਦਾ ਅਮਰੀਕਾ ਦੇ ਨਾਲ ਹੀ। ਉਹ ਪਾਕਿਸਤਾਨ ਨੂੰ ਉਨੇ ਕੁ ਲੈਵਲ ਤੇ ਖੜਾ ਕਰ ਦਿੰਦਾ ਕਿ ਉਹ ਇਕੱਲਾ ਹੀ ਜਿਹੜਾ ਭਾਰਤ ਨਾਲ ਨਿਬੜ ਸਕਦਾ। ਸੋ ਇਹ ਜਿਹੜਾ ਖਾਸ ਤੌਰ ਤੇ ਜਿਹੜੀਆਂ ਤੋਪਾਂ ਬਾਰਡਰ ਤੇ ਪੀੜਨ ਦੀ ਗੱਲ ਹੈ ਕਿ ਉਹ ਈਵਨ ਐਟੋਮਿਕ ਰੇਡੀਏਸ਼ਨ ਵੀ ਜਿਹੜਾ ਉਸ ਦੇ ਨਾਲ ਜੋੜੀ ਜਾ ਰਹੀ ਹੈ। ਇਹ ਅਸੀਂ ਸਮਝਦੇ ਹਾਂ ਕਿ ਵੀ ਇਸ ਵੇਲੇ ਭਾਰਤ ਦੁਨੀਆ 'ਚ ਦੇ ਪਹਿਲੇ ਉਹਨਾਂ 2-3 ਮੁਲਕਾਂ 'ਚ ਹੈ ਜਿਹੜਾ ਕਿ ਡਿਫੈਂਸ ਦੇ ਉੱਤੇ ਸਪੈਂਡਿੰਗ ਕਰ ਰਿਹਾ ਹੈ, ਬਾਇੰਗ ਕਰ ਰਿਹਾ ਹੈ, ਔਰ ਹਥਿਆਰਾਂ ਦੀ ਦੌੜ ਜਿਹੜੀ ਹੈ ਸਾਊਥ ਏਸ਼ੀਆ ਦੇ ਵਿੱਚ ਖੜੀ ਕੀਤੀ ਜਾ ਰਹੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਅਗਲੀਆਂ ਚੋਣਾਂ ਤੱਕ ਜੇ ਇਹਨਾਂ ਨੂੰ ਕੋਈ ਹੋਰ ਮੁੱਦਾ ਨਾ ਮਿਲਿਆ, ਸਿੱਖਾਂ ਦਾ ਮੁੱਦਾ, ਮੈਨੂੰ ਇਹ ਲੱਗਦਾ ਜਿਵੇਂ ਸਾਡੇ ਵੀਰ ਸਵਿੰਦਰ ਸਿੰਘ ਹੋਰਾਂ ਨੇ ਵੀ UK ਤੋਂ ਸਾਨੂੰ ਲਿਖਿਆ ਕਿ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਇਸ ਵਾਰ ਸਿੱਖਾਂ ਨੂੰ ਕੁੱਟ ਚਾੜ ਕੇ ਇਹ 2024 ਵਾਲੀ ਚੋਣ ਜਿੱਤਣ ਵੱਲ ਵਧਣਗੇ। ਪਰ ਜੇ ਕੋਈ ਇਸ ਕਿਸਮ ਦੀ ਇਹਨਾਂ ਨੇ ਦਿਲਵਦੀ ਕੀਤੀ ਕਿ ਜੀ ਭਾਰਤੀ ਵੋਟਰਾਂ ਨੂੰ ਦੱਸਣ ਲਈ ਜੀ ਕਿ ਅਸੀਂ ਆਜ਼ਾਦ ਕਸ਼ਮੀਰ ਜਿਹੜਾ ਪਾਕਿਸਤਾਨ ਦੇ ਨਾਲ ਲੱਗਦਾ ਉਸ ਤੇ ਕਬਜ਼ਾ ਕਰਨਾ, ਫਿਰ ਇਹ ਤਾਂ ਨਿਊਕਲੀਅਰ ਐਮੈਲਗੇਡਮ ਇੱਕ ਲਫ਼ਜ਼ ਹੁੰਦਾ ਹੈ, ਇਹਦਾ ਹੁੰਦਾ ਨਿਊਕਲੀਅਰ ਤਬਾਹੀ। ਫਿਰ ਤਾਂ ਇਹ ਹੁਣ ਭੁੱਲ ਜਾਣ ਕਿ ਵੀ ਇਹ ਕੋਈ ਟ੍ਰੈਡੀਸ਼ਨਲ ਵੈਪਨਸ ਦੇ ਨਾਲ ਜਾਂ ਕੋਈ ਹੋਰ ਗੱਲ ਹੋਏਗੀ। ਸੋ ਇਹਨਾਂ ਨੇ ਦੋਨੋਂ ਹੀ ਖਬਰਾਂ ਮੈਂ ਵੀ ਦੇਖੀਆਂ ਸੀ, ਔਰ ਮੈਨੂੰ ਵੀ ਇਹ ਲੱਗਦਾ ਹੈ ਕਿ ਬਈ ਇਹ ਚੀਨ ਭਾਰਤ ਨੂੰ ਨਾਲ ਦੀ ਨਾਲ ਮੈਸੇਜ ਵੀ ਦੇ ਰਿਹਾ ਹੈ ਕਿ ਭਾਈ ਐਵੇਂ ਬਗਾਨੀ ਸ਼ਾਹ ਦੇ ਉੱਤੇ ਨਾ ਜਿਹੜਾ ਉੜਕਦਾ, ਫਿਰ ਤੇਰਾ ਪ੍ਰਬੰਧ ਅਸੀਂ ਇੱਥੇ ਵੀ ਕਰ ਸਕਦੇ ਹਾਂ। ਸ਼੍ਰੋਮਣੀ ਕਮੇਟੀ ਅਕਾਲੀ ਦਲ ਜ਼ਿਕਰ ਕਰਦਿਆਂ ਵੀ, ਇਸ ਨੂੰ ਡਿਸਕਸ ਕਰਦਿਆਂ ਵੀ ਦੁੱਖ ਹੁੰਦਾ, ਕਿਉਂਕਿ ਜਦੋਂ ਅਸੀਂ ਸਿੱਖ ਰਾਜ ਜਾਣ ਤੋਂ ਬਾਅਦ 1849 ਤੋਂ ਬਾਅਦ ਦੀਆਂ ਮੂਵਮੈਂਟਸ ਦੀ ਗੱਲ ਕਰਦੇ ਹਾਂ, ਭਾਈ ਮਹਾਰਾਜ ਸਿੰਘ, ਫਿਰ ਕੂਕਾ ਲਹਿਰ, ਫਿਰ ਗਦਰੀ ਬਾਬਿਆਂ ਦੀ ਲਹਿਰ, ਪਰ ਜਿਹੜੀ ਗਲੋਰੀਅਸ ਅੰਦਾਜ਼ ਦੇ ਵਿੱਚ, ਪੀਸਫੁਲ ਅੰਦਾਜ਼
ਔਰ ਜਿਹਦੇ ਸਾਹਮਣੇ ਅੰਗਰੇਜ਼ ਝੁਕਣ ਤੇ ਮਜਬੂਰ ਹੋਇਆ ਉਹ ਜਦੋਂ ਕਿ ਪ੍ਰਾਈਮ ਦੇ ਉੱਤੇ ਸੀ ਬ੍ਰਿਟਿਸ਼ ਅੰਪਾਇਰ, ਉਹਦੇ ਬਾਰੇ ਕਿਹਾ ਜਾਂਦਾ ਸੀ ਕਿ ਇਹਦੇ ਰਾਜ ਵਿੱਚ ਸੂਰਜ ਛੁਪਦਾ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ, ਇਤਿਹਾਸਕ ਗੁਰਦੁਆਰਿਆਂ ਦਾ ਪੰਥ ਦੇ ਕੋਲ ਆਣਾ, ਇਸ ਦੇ ਲਈ ਬਹੁਤ ਵੱਡੀ ਕੁਰਬਾਨੀ ਜਿਹੜੀ ਅਕਾਲੀ ਮੋਰਚੇ, ਜਿਹਦੇ 'ਚ ਬੇਸ਼ੱਕ ਸਾਕਾ ਨਨਕਾਣਾ ਸਾਹਿਬ ਹੈ, ਚਾਬੀਆਂ ਦਾ ਮੋਰਚਾ ਹੈ, ਗੁਰੂ ਕੇ ਬਾਗ ਦਾ ਮੋਰਚਾ ਹੈ, ਗੰਗਸਰ ਜੈਤੋ ਦਾ ਮੋਰਚਾ ਔਰ ਇਸ ਦੇ ਨਾਲ ਜੁੜੇ ਹੋਏ ਹੋਰ ਨਿੱਕੇ ਨਿੱਕੇ ਮੋਰਚੇ, ਤਾਂ ਹਰ ਥਾਂ ਹੀ ਹਰ ਇਤਿਹਾਸਕ ਗੁਰਦੁਆਰੇ 'ਚ ਹੀ ਸਿੱਖਾਂ ਨੇ, ਹੁਸ਼ਿਆਰਕੋਟ ਹੋਏ, ਤਰਨਤਾਰਨ ਸਾਹਿਬ ਹੋਏ, ਸਾਕਾ ਜਿਹੜਾ ਪੰਜਾ ਸਾਹਿਬ ਹੋਏ, ਕਿੰਨਾ ਕੁਛ ਇਸ ਸਾਰੇ ਪੀਰੀਅਡ ਦੇ ਵਿੱਚ ਵਾਪਰਦਾ ਰਿਹਾ। ਹਾਲਾਂ ਸਾਡਾ ਹਮੇਸ਼ਾ ਕੰਸਰਨ ਹੁੰਦਾ ਹੈ ਕਿ ਭਾਈ ਤੁਸੀਂ ਜਿਹੜਾ ਇੰਨੀ ਵੱਡੀ ਐਜੀਟੇਸ਼ਨ ਰਨ ਕਰਕੇ ਚੁਕਾਇਆ ਅੰਗਰੇਜ਼ਾਂ ਨੂੰ, ਪਰ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਗੁਰਦੁਆਰਾ ਐਕਟ ਤੁਸੀਂ ਉਹ ਮੰਨਿਆ ਜਿਹਦੇ ਥੱਲੇ ਹਕੂਮਤ ਨੇ ਤੁਹਾਡੀਆਂ ਚੋਣਾਂ ਕਰਵਾਉਣੀਆਂ, ਡਿਸਾਈਡ ਇਹ ਕਰਨਾ। 47 ਤੋਂ ਬਾਅਦ ਤਾਂ ਸਿੱਧਾ ਹੋ ਗਿਆ ਵੀ ਗਵਰਨਮੈਂਟ ਦੀ ਇੰਟਰਫੇਰੈਂਸ। ਕੱਲ ਵੀ ਅਸੀਂ ਗੱਲ ਕੀਤੀ ਸੀ ਕਿ 1959 ਦੇ ਵਿੱਚ ਨਹਿਰੂ ਤਾਰਾ ਸਿੰਘ ਪੈਕਟ ਇਹਦੇ ਥੱਲੇ ਹੀ ਹੋਇਆ ਸੀ, ਜਿਹਦੇ 'ਚ ਉਦੋਂ ਤੱਕ ਕਾਂਗਰਸ ਇੱਕ ਪਾਰਟੀ ਦੇ ਤੌਰ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਦੀ ਸੀ, ਕਮਿਊਨਿਸਟ ਪਾਰਟੀ ਵੀ ਲੜਦੀ ਸੀ। ਨਹਿਰੂ ਨੇ 1959 'ਚ ਮੰਨਿਆ ਸੀ ਕਿ ਹੈਂਡਜ਼ ਆਫ ਗੁਰਦੁਆਰਿਆਂ ਦੇ ਮਾਮਲੇ 'ਚ ਅਸੀਂ ਦਖਲਅੰਦਾਜ਼ੀ ਨਹੀਂ ਕਰਾਂਗੇ। ਹੁਣ ਦਖਲਅੰਦਾਜ਼ੀ ਤਾਂ ਸਿੱਧੀ ਉਸ ਲੈਵਲ ਤੇ ਪਹੁੰਚ ਗਏ ਕਿ ਜਦੋਂ ਉਹਨਾਂ ਦਾ ਜੀ ਕਰਦਾ ਚੋਣਾਂ ਕਰਵਾਉਂਦੇ ਨੇ, ਜਦੋਂ ਉਹਨਾਂ ਨੇ ਆਪਣੇ ਦੁਮਛੱਲੇ ਲਿਆਉਣੇ ਹੁੰਦੇ ਨੇ। ਹੁਣ 13 ਸਾਲ ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਹੋਈਆਂ, ਪਰ ਆਲਰੇਡੀ ਸ਼੍ਰੋਮਣੀ ਕਮੇਟੀ ਲੀਰੋ ਲੀਰ ਕਰਤੀ, ਹਰਿਆਣਾ ਕਮੇਟੀ ਬਣਾਤੀ। ਇਧਰ ਜਿਹੜਾ ਸ਼੍ਰੋਮਣੀ ਕਮੇਟੀ ਦੇ ਵਿੱਚ ਕਿਸ ਕਿਸਮ ਦਾ ਬਾਦਲ ਅਕਾਲੀ ਦਲ ਜਿਹੜਾ ਅੱਧੀ ਸਦੀ ਇਹਨਾਂ ਦੇ ਘਨੇੜੇ ਚੜਿਆ ਰਿਹਾ, ਉਸ ਦਾ ਬਿਲਕੁਲ ਚੌਪ ਆਫ ਕਰਕੇ ਉਹਨੂੰ ਇਸ ਕਦਰ ਬਣਾ ਦਿੱਤਾ ਹੈ ਕਿ ਜੇ 17 ਆਪੋਜੀਸ਼ਨ ਪਾਰਟੀਆਂ ਪਟਨਾ ਸਾਹਿਬ 'ਚ ਇਕੱਠੀਆਂ ਹੁੰਦੀਆਂ ਨੇ ਕਿ ਅਗਲੀਆਂ ਚੋਣਾਂ 'ਚ ਬੀਜੇਪੀ ਦਾ ਮੁਕਾਬਲਾ ਕਿਵੇਂ ਕਰਨਾ ਹੈ, ਤੇ ਬਾਦਲ ਦਲ ਉਸ ਤੋਂ ਬਾਹਰ ਹੈ ਕਿਉਂਕਿ ਇਹਨਾਂ ਨੇ ਵਾਪਸ ਬੀਜੇਪੀ 'ਚ ਹੀ ਜਾਣਾ। ਹੁਣ ਕਿਉਂਕਿ ਟਸਲ ਜਿਹੜੀ ਹੈ ਉਹ ਹਿੰਦੂਤਵਾਦੀਆਂ ਦੋ ਟੀਮਾਂ ਬੀਜੇਪੀ ਔਰ ਆਮ ਆਦਮੀ ਪਾਰਟੀ 'ਚ ਹੈ। ਭਗਵੰਤ ਮਾਨ ਨੂੰ ਲੱਗਦਾ ਵੀ ਮੈਂ ਆਪਣੇ ਆਕਾ ਅਰਵਿੰਦ ਕੇਜਰੀਵਾਲ ਨੂੰ ਜੇ ਖੁਸ਼ ਕਰਨਾ ਤੇ ਮੈਂ ਦੱਸਾਂ ਕਿ ਵੀ ਮੈਂ ਵੀ ਪੰਜਾਬ ਦੇ ਵਿੱਚ ਜਿਹੜੀ ਹੈ ਸਿੱਖ ਵੋਟ ਬੈਂਕ ਵੀ ਤੋੜ ਰਿਹਾ, ਮੈਂ ਕਿਵੇਂ ਇਹਨਾਂ ਨੂੰ ਜ਼ਲੀਲ ਕਰ ਰਿਹਾ। ਔਰ ਜਿਵੇਂ 1 ਸਾਲ ਦੇ ਪੀਰੀਅਡ 'ਚ ਭਗਵੰਤ ਮਾਨ ਨੇ ਜਾ ਕੇ ਪਹਿਲਾਂ ਅਮਿਤ ਸ਼ਾਹ ਦੇ ਅੱਗੇ ਸਰੈਂਡਰ ਕੀਤਾ, NSA ਦੀਆਂ ਟੀਮਾਂ ਲਿਆ ਕੇ, ਫਿਰ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਔਰ ਦੂਸਰੇ 9 ਹੋਰ ਸਿੱਖਾਂ ਨੂੰ ਡਿਬਰੂਗੜ੍ਹ 'ਚ 2900 ਕਿਲੋਮੀਟਰ ਦੂਰ NSA ਦੇ ਥੱਲੇ ਰੱਖਿਆ ਹੋਇਆ। ਫਿਰ ਗੁਰਬਾਣੀ ਕੀਰਤਨ ਪ੍ਰਸਾਰਣ ਨੂੰ ਲੈ ਕੇ, ਬੇਸ਼ੱਕ ਇਹ ਸਿੱਖਾਂ ਦਾ ਕੰਸਰਨ ਹੈ, ਸਿੱਖ ਖੁਦ ਨਿਬੜ ਲੈਣਗੇ। ਹੁਣ ਉਹਨੂੰ ਲੈ ਕੇ ਪੰਜਾਬ ਅਸੈਂਬਲੀ ਦੇ ਵਿੱਚ ਗੁਰਦੁਆਰਾ ਅਮੈਂਡਮੈਂਟ ਬਿੱਲ 'ਚ ਸਟੇਟ ਅਸੈਂਬਲੀ ਜਿਹੜੀ ਆ ਉਹ ਸੋਧ ਕਰ ਰਹੀ ਹੈ। ਔਰ ਇਸ ਨੇ ਇਹ ਵੀ ਦੱਸ ਦਿੱਤਾ ਕਿ ਭਾਈ ਅਕਾਲੀ ਦਲ ਸ਼੍ਰੋਮਣੀ ਕਮੇਟੀ ਦੇ ਪੱਲੇ ਕੁਝ ਨਹੀਂ ਹੈ। ਹੁਣ ਸੁਖਬੀਰ ਬਾਦਲ ਜਾਂ ਅਕਾਲੀ ਦਲ ਦੀ ਇਹਦੇ ਤੇ ਕੋਈ ਸਟੇਟਮੈਂਟ, ਕੋਈ ਇਕੱਠ, ਕੋਈ ਪੰਥਕ ਵਿਚਾਰ ਕਿ ਭਾਈ ਇਹ ਸਿੱਧਾ ਹਕੂਮਤ ਕਰ ਰਹੇ। ਹਾਂ, ਉਹ ਹਰਜਿੰਦਰ ਸਿੰਘ ਧਾਮੀ ਉਹ ਵਕੀਲ ਸਾਹਿਬ ਨੇ, ਉਹ ਵਿਚਾਰੇ ਜਦੋਂ ਬੋਲਦੇ ਵੀ ਨੇ ਮੈਨੂੰ ਤਾਂ ਕਈ ਵਾਰ ਲੱਗਦਾ ਹੁੰਦਾ ਕਿ ਵੀ ਤਰਸ ਵੀ ਆਉਂਦਾ, ਕਿਉਂਕਿ ਉਹਨਾਂ ਦਾ ਪਿਛੋਕੜ ਕਿਹਾ ਜਾਂਦਾ ਜੀ ਚੰਗੇ ਇਮਾਨਦਾਰ ਬੰਦਾ ਇਹ ਉਹ, ਪਰ ਉਹਨਾਂ ਨੂੰ ਮੋਹਰਾ ਬਣਾਇਆ ਹੋਇਆ। ਪਹਿਲਾਂ ਤਾਂ ਗਿਆਨੀ ਹਰਪ੍ਰੀਤ ਸਿੰਘ ਬਣਾ ਛੱਡੇ, ਐਕਟਿੰਗ 5 ਸਾਲ ਉਹਦੇ ਤੋਂ ਕਰਵਾਈ ਗਏ। ਜਦੋਂ ਉਹਨਾਂ ਨੂੰ ਲੱਗਾ ਸ਼ਾਇਦ ਵੀ ਫਿੱਟ ਨਹੀਂ ਬਹਿੰਦਾ ਤੇ ਉਹਦੀ ਐਕਟਿੰਗ ਖਤਮ ਕਰ ਦਿੱਤੀ। ਹੁਣ ਉਹਦੇ ਵਾਲੀ ਐਕਟਿੰਗ ਵੀ ਤੇ ਵਿਦਨ ਸ਼੍ਰੋਮਣੀ ਕਮੇਟੀ ਵੀ ਉਹਨੇ, ਔਰ ਇਹ ਸਪੋਕਸਮੈਨ ਅਕਾਲੀ ਦਲ ਦਾ ਵੀ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਪ੍ਰਧਾਨ ਹੀ ਬਣਿਆ ਹੋਇਆ। ਉਹਨਾਂ ਨੇ ਜਨਰਲ ਹਾਊਸ 'ਚ ਮਤਾ ਪਾਸ ਕਰਾਇਆ ਕਿ ਜੀ ਜੇ ਇਹ ਜਿਹੜਾ ਗੁਰਦੁਆਰਾ ਐਕਟ ਦੇ ਵਿੱਚ ਤਰਮੀਮ ਦਾ 2023 ਦਾ ਬਿੱਲ ਪਾਸ ਕੀਤਾ, ਇਹ ਵਾਪਸ ਨਾ ਲਿਆ ਅਸੀਂ ਤੇ ਅਸੀਂ ਜਿਹੜਾ ਉਹ ਐਜੀਟੇਸ਼ਨ ਕਰਾਂਗੇ। ਕਿਹਦੇ ਖਿਲਾਫ ਐਜੀਟੇਸ਼ਨ ਕਰੋਗੇ? ਤੁਹਾਡੇ ਪੱਲੇ ਕੀ ਹੈ? ਤੁਸੀਂ ਇੱਕ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਦੇ ਉੱਤੇ ਜੇ ਅਸੀਂ ਦਸਤਖਤ ਕਰਾ ਲਏ, ਇੰਨੇ ਲੱਖ ਹੋ ਗਏ, ਹੁਣ ਉਹਨੂੰ ਦੇ ਦਿੱਤੇ, ਇਹਨੂੰ ਦੇ ਦਿੱਤੇ, ਔਰ ਅਫਸੋਸ ਹੁੰਦਾ ਕਿ ਵੀ ਇੱਕ ਪਾਸੇ ਉਹੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਜਨਮ 1920 'ਚ ਹੁੰਦਾ ਹੈ, ਲਗਭਗ 100 ਸਾਲ ਉਹ ਪੂਰੇ ਕਰ ਚੁੱਕਾ ਹੈ, ਔਰ ਇਸ ਵੇਲੇ ਪੰਜਾਬ 'ਚ ਇਸ ਪੰਥਕ ਸੋਚ ਵਾਲੀ ਧਿਰ ਦਾ ਅੱਧੀ ਸਦੀ 'ਚ ਬਾਦਲਾਂ ਨੇ ਕਿਵੇਂ ਜਲੂਸ ਕੱਢਿਆ, ਕਿਵੇਂ RSS ਦੀ ਪਿਛਲਗ ਬਣਾਇਆ, ਔਰ ਅੱਜ ਸ਼੍ਰੋਮਣੀ ਕਮੇਟੀ ਆਲਮੋਸਟ ਹੱਥੋਂ ਨਿਕਲ ਚੁੱਕੀ, ਆਲਮੋਸਟ। ਸਿਰਫ ਚੋਣਾਂ ਕਰਾ ਕੇ, ਹੁਣ ਚੋਣਾਂ 'ਚ ਵੀ ਇਧਰੋਂ ਜਗੀਰ ਕੌਰ ਨੂੰ ਖੜਾ ਕੀਤਾ ਹੋਇਆ ਹੈ, ਉਧਰੋਂ ਸੁਖਦੇਵ ਢੀਂਡਸਾ, ਵਿੱਚੋਂ ਇਕਬਾਲ ਸਿੰਘ ਲਾਲਪੁਰਾ ਮਾਈਨੋਰਿਟੀ ਕਮਿਸ਼ਨ 'ਚ ਖੜਾ ਕੀਤਾ ਹੋਇਆ ਹੈ, ਦੂਜੇ ਵੀ ਆਖਰ ਆ ਕੇ ਦੇਖ ਰਹੇ ਨੇ ਕੀ ਹੈ। ਭਗਵੰਤ ਮਾਨ ਵੀ ਜਿਹੜਾ ਹੈ ਉਹ ਡਾਇਰੈਕਟ ਇੰਟਰਫੀਅਰੈਂਸ ਦੇ ਉੱਤੇ ਉਤਰ ਆਇਆ। ਸੋ ਇਹ ਖਖੜੀਆਂ ਉਹਨਾਂ ਨੇ ਪਹਿਲਾਂ ਹੀ ਫਾੜੀਆਂ ਉਹਦੀਆਂ ਕਰ ਦਿੱਤੀਆਂ ਨੇ। ਸੋ ਇਹ ਇੱਕ ਅਫਸੋਸਨਾਕ ਚੈਪਟਰ ਹੈ ਕਿ 100 ਸਾਲ ਬਾਅਦ ਸ਼੍ਰੋਮਣੀ ਕਮੇਟੀ ਔਰ ਅਕਾਲੀ ਦਲ ਦੀ ਪਿਟੀਏਬਲ ਕੰਡੀਸ਼ਨ
ਦੂਸਰੇ ਪਾਸੇ 1925 ਦੇ ਵਿੱਚ RSS, ਜਿਸ ਨੂੰ ਕੁਝ ਜਿਹੜੇ ਨੇ ਪੰਡਤ ਮਰਾਠੇ ਹੈਡਗਵੇਅਰ ਔਰ ਬਾਅਦ ਚ ਗੋਲਵਲਕਰ, ਉਹ ਇਕੱਠੇ ਹੋ ਕੇ ਕਿ ਜੀ ਇਹ ਤਾਂ ਬ੍ਰਾਹਮਣ ਸਾਮਰਾਜ ਵਾਲਾ ਭਾਰਤ ਚਾਹੀਦਾ ਹੈ, ਔਰ ਦੂਜਾ ਲੇਖਨ ਉਹ ਵੜਦੇ ਨੇ ਸਮਾਜ ਸੇਵਾ ਦੇ ਨਾਂ ਥੱਲੇ। ਅੱਛਾ, ਉਹਦਾ ਨਾਂ ਵੀ ਰਾਸ਼ਟਰੀ ਸਵੈਮ ਸੇਵਕ ਸੰਘ ਰੱਖ ਕੇ ਹੁੰਦੇ ਨੇ। ਕਿਵੇਂ ਅੰਗਰੇਜ਼ਾਂ ਦੇ ਪਿੱਠੂ ਕੋਈ ਇਹਨਾਂ ਦਾ ਬੰਦਾ ਜਿਹੜਾ ਉਹ ਜੇਲ੍ਹ ਨਹੀਂ ਕੱਟਦਾ, ਕੋਈ ਜੇ 42 ਚ ਹੁੰਦਾ ਤੇ ਫੌਜ ਦੇ ਵਿੱਚ ਵੀ ਭਰਤੀ ਹੋਣ ਦੀ ਕਾਲ ਦਿੰਦੇ ਨੇ ਅੰਗਰੇਜ਼ਾਂ ਨਾਲ। ਗਾਂਧੀ ਨੂੰ ਮਾਰਨ ਦਾ ਕੰਮ ਕਰਦਾ ਨਥੂਰਾਮ ਗੋਡਸੇ, 3 ਵਾਰ ਪਾਬੰਦੀ ਲੱਗਦੀ। ਪਰ ਅੱਜ RSS ਦੁਨੀਆ ਦੀ ਸਭ ਤੋਂ ਜ਼ਿਆਦਾ ਧਨਵਾਨ, ਸਭ ਤੋਂ ਜ਼ਿਆਦਾ ਮੈਂਬਰਸ਼ਿਪ, ਔਰ ਅਬਵ ਆਲ ਨਰਿੰਦਰ ਮੋਦੀ ਪਿਛਲੇ 9 ਸਾਲ ਤੋਂ ਜਿਹੜਾ RSS ਦੀ ਵਿਚਾਰਧਾਰਾ ਹਿੰਦੀ ਹਿੰਦੁਸਤਾਨ ਉਸ ਨੂੰ ਇੰਪਲੀਮੈਂਟ ਕਰ ਰਿਹਾ। ਤੇ ਸਿੱਖਾਂ ਦੀ ਇੱਕੋ ਇੱਕ ਪਾਰਟੀ ਜਿਹੜੀ ਸਿੱਖ ਰਾਜ ਆਉਣ ਤੋਂ ਬਾਅਦ ਜੇ ਪੰਥਕ ਮੁੱਦਿਆਂ ਦੇ ਉੱਤੇ ਫੋਕਸ ਹੋ ਕੇ ਕੋਈ ਸਟਰਗਲ ਦੀ ਗੱਲ ਆਈ ਸੀ ਤੇ ਉਹ ਅਕਾਲੀ ਦਲ ਕੋਲ ਸੀ, ਉਹ ਜਿਹੜੀ ਹੈ ਬਿਲਕੁਲ ਤਹਿਸ ਨਹਿਸ ਹੋ ਚੁੱਕੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV 4, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।